ਭਾਈ ਅੰਮ੍ਰਿਤਪਾਲ ਦੀ ਪੰਜਾਬ 'ਚ ਐਂਟਰੀ ਹੁੰਦੀ ਹੈ ਤੇ ਪੂਰੇ ਪੰਜਾਬ ਦੇ ਯੂਥ ਜਿੰਨਾ ਵੀ ਹੈ ਉਹਨਾਂ ਦੀ ਜ਼ੁਬਾਨ ਤੇ ਭਾਈ ਅੰਮ੍ਰਿਤਪਾਲ ਦਾ ਨਾਮ ਹੈ। ਪਹਿਲਾਂ ਤਾਂ ਤੁਸੀਂ ਮੈਨੂੰ ਦੱਸਣਾ ਕਿ ਇਹ ਦਿਨਾਂ 'ਚ ਪਪੂਲਰ ਕਿੱਦਾਂ ਹੋਏ, ਕਿਹੜੇ ਮੀਡੀਆਜ਼ ਤੋਂ ਇਹਨਾਂ ਨੇ ਲੋਕਾਂ ਤੱਕ ਪਹੁੰਚ ਕੀਤੀ ਹੈ, ਕਿਉਂਕਿ ਇਦਾਂ ਤੇ ਹੈ ਨਹੀਂ ਕਿ ਸਿਰਫ ਤੁਸੀਂ ਕਹੋਗੇ ਕਿ ਅੱਜ ਮੇਰਾ ਉੱਥੇ ਮੈਂ ਰੈਲੀ ਕਰਾਂਗਾ ਪਹੁੰਚ ਜਾਓ ਤੇ ਸਾਰਾ ਪੰਜਾਬ ਉਹਨਾਂ ਨੂੰ ਜਾਣਨ ਲੱਗ ਜਾਏਗਾ। ਜੀ ਦੂਜਾ ਉਹ ਯੂਥ ਨੂੰ ਕਹਿੰਦੇ ਆ ਕਿ ਆਪਣੀ ਕੌਮ ਨਾਲ ਧੱਕਾ ਨਹੀਂ ਹੋਣ ਦਾਂਗੇ। ਮੈਨੂੰ ਕੋਈ ਸਮਝਾਏਗਾ ਕਿ ਧੱਕਾ ਕਿਹੜੀ ਕੌਣ ਕਰ ਰਿਹਾ ਹੈ, ਸਿੱਖ ਕਮਿਊਨਿਟੀ ਨਾਲ ਧੱਕਾ ਕੌਣ ਕਰ ਰਿਹਾ ਹੈ ਜਿਹਦੇ ਲਈ ਵੰਗਾਰ ਰਹੇ ਨੇ। ਔਰ ਦੂਜੀ ਗੱਲ ਮੈਨੂੰ ਇਹਦੇ 'ਚ ਕਿਤੇ ਨਾ ਕਿਤੇ ਸਟੇਟ ਲਾਅ ਐਂਡ ਆਰਡਰ ਮੈਕੈਨਿਜ਼ਮ ਦਾ ਵੀ ਫੇਲਿਅਰ ਨਜ਼ਰ ਆਉਂਦਾ ਹੈ ਕਿ ਇੱਕ ਆਮ ਬੰਦਾ ਤੁਹਾਡੇ ਮੇਰੇ ਵਰਗਾ ਸਟੇਟ ਦੇ ਵਿੱਚ ਸੜਕ ਤੇ ਜਾ ਕੇ ਕਹਿ ਸਕਦਾ ਹੈ ਕਿ ਛੱਡਣਾ ਨਹੀਂ ਆਪਾਂ ਕਿਸੇ ਨੂੰ, ਆਪਾਂ ਹਥਿਆਰ ਫੜ ਲੈਣੇ ਜੋ ਲੋੜ ਪਈ ਜੇ ਸਾਡੇ ਨਾਲ ਕੋਈ ਧੱਕਾ ਕਰੇਗਾ। ਸਰਕਾਰ ਨੂੰ ਫਾਇਦਾ ਹੋਏਗਾ ਪੰਜਾਬ ਨੂੰ ਜਾਂ ਨੁਕਸਾਨ ਹੋਏਗਾ? ਦੇਖੋ ਸਰਕਾਰ ਤੇ ਇਹਨੂੰ ਸਿਰਫ ਵੋਟ ਬੈਂਕ ਨਾਲ ਜੋੜ ਕੇ ਦੇਖਦੀ ਹੈ, ਪਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਪੰਜਾਬ ਦਾ ਨੁਕਸਾਨ ਜ਼ਰੂਰ ਕਰ ਰਿਹਾ ਹੈ। तेलंगाना ਦੇ ਵਿੱਚ ਦੇਸ਼ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਨੂੰ 31 ਸਾਲ ਬਾਅਦ ਸਜ਼ਾ ਪੂਰੀ ਹੋਣ ਤੇ ਰਿਹਾਈ ਹੋ ਜਾਂਦੀ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਵਾਲਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਉਸ ਸਮੇਂ ਕੋਈ ਕ੍ਰਾਈਮ ਕੀਤੇ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਰਿਹਾਈ ਨਹੀਂ ਹੁੰਦੀ। ਇਹੀ ਕਾਨੂੰਨ ਹੈ। ਸਰਕਾਰ ਦੇ ਕੋਲ ਇਹ ਅਧਿਕਾਰ ਹੈ ਇਹ ਦੱਸਣ ਦਾ ਕਿ ਰਿਸਕ ਫੈਕਟਰ ਇਸ ਬੰਦੇ ਤੋਂ ਕਿੰਨਾ ਹੈ ਕਿ ਉਹਨੂੰ ਜੇ ਅੱਛਾ ਹੋ ਸਕਦਾ ਉਹਨਾਂ ਦੀ ਆਪਣੀ ਜਾਨ ਨੂੰ ਵੀ ਖਤਰਾ ਹੋਏ ਬਾਰ-ਬਾਰ ਕਿ ਬੀਜੇਪੀ ਵੱਲੋਂ ਬਾਬਾ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ। ਪੈਰੋਲ ਹਾਸਲ ਕਰ ਪਾਣਾ ਕੋਈ ਖਾਲਾ ਜੀ ਦਾ ਵਾੜਾ ਤੇ ਨਹੀਂ। ਜੀ ਬਿਲਕੁਲ। ਸੋ ਇਸ ਕਰਕੇ ਦੋਨਾਂ ਦੀ ਕਿਤੇ ਨਾ ਕਿਤੇ ਹਾਂ ਤਾਂ ਸ਼ਾਮਿਲ ਹੀ ਹੈ, ਸਰਕਾਰ ਦੀ ਤੇ ਰਾਮ ਰਹੀਮ ਦੀ। What do you think as a youth, as a youngster, as a journalist ਕੀ ਹੈ ਬਾਬਾ? ਮੈਨੂੰ ਕੋਈ ਕਿਸੇ ਚਮਤਕਾਰ ਤੇ ਕਿਸੇ ਬਾਬੇ ਤੇ ਕੋਈ ਟਰਸਟ ਨਹੀਂ ਹੈਗਾ। ਉਹ ਪਹਿਲੇ ਰਿਸਰਚ ਕਰਕੇ ਰੱਖਦੀ ਹੈ ਤੇ ਬਾਬੇ ਦੇ ਪਲਾਂਟਡ ਬੰਦੇ ਹੁੰਦੇ ਜਿਨ੍ਹਾਂ ਨੂੰ ਉਹ ਤੋਂ ਭੀੜ ਚੋਂ ਬੁਲਾਉਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਉਹਦੇ ਫਲਾਂ ਕੁਐਸਚਨਸ ਲਿਖੇ ਨੇ ਤੇ ਉਹੀ ਉਹ ਦੱਸ ਕੇ ਇੱਕ TRP ਗੇਨ ਕਰ ਰਹੇ ਨੇ। ਪਰ ਮੈਂ ਦੋਸ਼ੀ ਠਹਿਰਾਵਾਂਗੀ ਸਾਰੇ ਨੈਸ਼ਨਲ ਸੋ ਕਾਲਡ ਪਲੇਟਫਾਰਮਸ ਨੂੰ ਜਿਹੜੇ ਇਸ ਬੰਦੇ ਨੂੰ ਇਨੀ ਸਪੇਸ ਦੇ ਰਹੇ ਨੇ। BBC ਵੱਲੋਂ ਇੱਕ ਡਾਕੂਮੈਂਟਰੀ ਬਣਾਈ ਜਾਂਦੀ ਹੈ, ਹਾਲਾਂਕਿ ਉਹ ਪ੍ਰਧਾਨ ਮੰਤਰੀ ਨਾਲ ਰਿਲੇਟ ਕਰਦੀ ਹੈ, ਪ੍ਰਧਾਨ ਮੰਤਰੀ PM ਮੋਦੀ ਨਾਲ ਸੈਂਟਰਿਕ ਹੈ, ਬਿਲਕੁਲ ਸੈਂਟਰਿਕ ਹੈ, ਲੇਕਿਨ ਮੈਂ ਇਹ ਜ਼ਰੂਰ ਪਤਾ ਕਰਨਾ ਚਾਹੂੰਗਾ ਤੁਹਾਨੂੰ ਵੀ ਉਸ ਮੂਵੀ 'ਚ ਇਹਦਾ ਕੀ ਦਿਖਿਆ ਤੁਹਾਨੂੰ ਜਿਹਦੇ ਕਰਕੇ ਸਰਕਾਰਾਂ ਵੱਲੋਂ ਉਹਨੂੰ ਬੈਨ ਕਰਨਾ ਪਿਆ। ਆਪਣੀ ਸਰਕਾਰ ਨੇ ਪਲੇਟ 'ਚ ਪਾ ਕੇ ਦਿੱਤਾ BBC ਨੂੰ ਕਿ ਐਲੋ ਸਕਸੈਸ। ਤੁਸੀਂ ਸਾਡੇ ਮਾਪੇ ਕਿਉਂ ਹੋ ਜਾਂਦੇ ਹੋ? ਤੁਸੀਂ ਸਰਕਾਰ ਹੋ। ਮਹਾਰਾਸ਼ਟਰ ਦੇ ਗਵਰਨਰ ਵਜੋਂ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕ ਸਕਦੇ ਨੇ। ਪਰਸਪੈਕਟਿਵ ਤੇ ਹੀ ਨਿਕਲ ਕੇ ਆ ਰਿਹਾ ਹੈ ਕਿ ਕੁਰਸੀ ਉਹਨਾਂ ਨੂੰ ਬੜੀ ਚੰਗੀ ਲੱਗਦੀ ਹੈ। ਉਹ ਇਹ ਤੇ ਕਾਂਗਰਸ ਦੇ ਸੀਗੇ, ਇਹ ਤੇ ਜਾ ਕੇ BJP ਦੀ ਗੋਦ 'ਚ ਬਹਿ ਗਏ। ਇਹ ਬਹੁਤ ਵੱਡਾ ਨਾਮ ਹੈ ਨਵਜੋਤ ਸਿੰਘ ਸਿੱਧੂ, ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨੇ। ਹਾਲਾਂਕਿ ਬੀਤੀ 26 ਜਨਵਰੀ ਨੂੰ ਉਹਨਾਂ ਨੂੰ ਰਿਹਾਈ ਨੂੰ ਲੈ ਕੇ ਇੰਨੀ ਐਕਸਾਈਟਮੈਂਟ ਸੀਗੀ ਜਿਵੇਂ ਕਿਸੇ ਛੋਟੇ ਬੱਚੇ ਦੇ ਵਿੱਚ ਐਕਸਾਈਟਮੈਂਟ ਵੇਖਣ ਨੂੰ ਮਿਲਦੀ ਹੈ ਨਾ, ਵੀ ਮੇਰੀ ਛੁੱਟੀ ਹੋਣ ਵਾਲੀ ਹੈ ਯਾਰ, ਮੇਰੀ ਸਕੂਲ ਤੋਂ ਛੁੱਟੀ ਹੋਣ ਵਾਲੀ ਹੈ। ਪੰਜਾਬੀ ਦੀ ਕਹਾਵਤ ਯਾਦ ਆਉਂਦੀ ਹੈ ਵੀ ਨਾਤੇ ਧੋਤੇ ਰਹਿ ਗਏ ਤੇ ਨੱਕ ਤੇ ਮੱਖੀ ਬਹਿ ਗਈ। ਤੁਹਾਨੂੰ ਜਿੱਥੇ 100 ਉੱਥੇ 7100 2 ਮਹੀਨੇ ਹੋਰ ਦੀ ਗੱਲ ਸੀਗੀ, ਕਾਂਗਰਸੀਜ਼ ਨੂੰ ਇਹ ਲੱਗ ਰਿਹਾ ਸੀਗਾ ਕਿ ਲੋੜ ਕੀ ਸੀ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਮਿਸ਼ਾ ਬਾਜਵਾ ਚੌਧਰੀ ਤੇ ਅੱਜ ਮੇਰੇ ਨਾਲ ਮੇਰੇ ਸਹਿਯੋਗੀ ਕੋਮਲ ਸਿੰਗਲਾ ਸਟੂਡੀਓ ਵਿੱਚ ਮੌਜੂਦ ਨੇ। ਆਪਾਂ ਖਬਰਾਂ ਤੇ ਚਰਚਾ ਕਰਨ ਲਈ ਅੱਜ ਤੁਹਾਡੇ ਸਾਹਮਣੇ ਆਏ ਹਾਂ ਤੇ ਕੋਸ਼ਿਸ਼ ਇਹ ਰਹੇਗੀ ਕਿ ਜਿਹੜੀ ਵੀ ਖਬਰ ਆਪਾਂ ਡਿਸਕਸ ਕਰੀਏ ਉਹਦੇ 'ਚ ਤੁਹਾਡੇ ਦਿਲ ਦੇ ਸਾਰੇ ਸਵਾਲਾਂ ਦੇ ਜਵਾਬ ਹੋਣ, ਕਿਉਂਕਿ ਕਈ ਸਵਾਲ ਇਦਾਂ ਦੇ ਹੁੰਦੇ ਨੇ ਜਿਹੜੇ ਆਵਾਮ ਆਪਣੇ ਘਰ ਬੈਠੀ ਸੋਚਦੀ ਹੈ ਮਗਰ ਉਹਨਾਂ ਦੀ ਆਵਾਜ਼ ਕਿਤੇ ਨਹੀਂ ਪਹੁੰਚ ਪਾਉਂਦੀ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਮ ਆਵਾਮ ਦੀ ਆਵਾਜ਼ ਬਣ ਕੇ ਉਹ ਸਵਾਲਾਂ ਨੂੰ ਰੇਜ਼ ਕਰੀਏ, ਇੱਕ ਦੂਜੇ ਤੋਂ ਕੁਐਸਚਨ ਕਰੀਏ ਤਾਂ ਕਿ ਆਪਾਂ ਉਹਨਾਂ ਦੇ ਜਵਾਬ ਟਟੋਲ ਕੇ ਤੁਹਾਡੇ ਤੱਕ ਪਹੁੰਚਾ ਸਕੀਏ, ਉਹਦੀ ਲੌਜੀਕਲ ਐਕਸਪਲੇਨੇਸ਼ਨ ਤੱਕ ਪਹੁੰਚਣ ਦੀ ਸਾਡੀ ਕੋਸ਼ਿਸ਼ ਰਹੇਗੀ। ਸੋ ਕੋਮਲ, ਕੀ ਹਾਲ ਚਾਲ ਨੇ ਤੇ ਕੀ ਚੱਲ ਰਿਹਾ? ਅੱਜ BBC ਦੀ ਡਾਕੂਮੈਂਟਰੀ ਦਾ ਬੜਾ ਰੌਲਾ ਦੇਖੀ? ਜੀ ਬਿਲकुल, ਤੁਹਾਡਾ BBC ਡਾਕੂਮੈਂਟਰੀ मैंने ਹੁਣ ਤੱਕ ਦੇਖ ਤਾਂ ਨਹੀਂ ਪਾਇਆ ਮੈਂ, ਲੇਕਿਨ ਮੈंने ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਸਰਕਾਰਾਂ ਵੱਲੋਂ ਇਹਨੂੰ ਬੈਨ ਕਰਨ ਦੀ ਗੱਲ ਆਖੀ ਗਈ। ਮੇਰੇ ਮਨ 'ਚ ਕਿਉਰਿਓਸਿਟੀ ਜਾਗੀ ਵੀ ਕਿਉਂ ਬੈਨ ਕੀਤਾ ਜਾ ਰਿਹਾ ਹੈ ਜਾਂ ਕੀ ਗਲਤ ਦਿਖਾਇਆ ਗਿਆ ਉਸ ਡਾਕੂਮੈਂਟਰੀ ਦੇ ਵਿੱਚ BBC ਵੱਲੋਂ, ਤਾਂ ਮੈਂ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੈਨੂੰ ਲੱਭੀ ਨਹੀਂ। ਆਈ ਹੋਪ ਤੁਹਾਨੂੰ ਦੇਖੀ ਹੋਣੀ। ਹਾਂ, ਮੈਂ ਉਹਦੇ ਦੋਨੋਂ ਪਾਰਟ 2 ਐਪੀਸੋਡਸ ਦੇ ਵਿੱਚ BBC ਡਾਕੂਮੈਂਟਰੀ ਜਿਹਦਾ ਨਾਮ ਹੈ ਇੰਡੀਆ ਦਾ ਮੋਦੀ ਕੁਐਸਚਨ, ਬਹੁਤ ਜ਼ਿਆਦਾ ਕੁਐਸਚਨੇਬਲ ਹੋ ਗਈ ਹੈ ਇੰਡੀਆ 'ਚ। ਇਹਦੇ ਤੇ ਬਹੁਤ ਜ਼ਿਆਦਾ ਡਿਬੇਟ, ਵਾਦ ਵਿਵਾਦ, ਹਰ ਕੋਈ ਕਿਊਰੀਅਸ ਹੋ ਰਿਹਾ ਹੈ ਕਿ ਆਖਿਰ ਇਸ ਡਾਕੂਮੈਂਟਰੀ 'ਚ ਕੀ ਹੈ। ਤੇ ਫਾਈਨਲੀ ਮੈਨੂੰ ਵੀ ਕਿਉਰਿਓਸਿਟੀ ਸੀਗੀ ਐਂਡ ਐਜ਼ ਅ ਜਰਨਲਿਸਟ ਮੈਨੂੰ ਲੱਗਦਾ ਸਾਨੂੰ ਦੇਖਣੀ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਵੀ ਚੀਜ਼ ਨੂੰ ਤੁਸੀਂ ਨਲ ਐਂਡ ਵਾਇਡ ਬਿਨਾਂ ਦੇਖੇ ਕਿਦਾਂ ਘੋਸ਼ਿਤ ਕਰ ਸਕਦੇ ਹੋ? ਯੂ ਹੈਵ ਟੂ ਸੀ ਇਟ ਟੂ ਸੇ ਕਿ ਇਹ ਠੀਕ ਹੈ ਜਾਂ ਨਹੀਂ ਹੈ। ਤੁਸੀਂ ਬਿਨਾਂ ਸੈਂਪਲ ਕੀਤੇ ਕਿਦਾਂ ਰਿਜੈਕਟ ਕਰ ਸਕਦੇ ਹੋ? ਸੋ ਮੈਂ ਦੇਖੀ ਹੈ
ਔਰ ਮੈਨੂੰ ਲੱਗਦਾ ਹੈ ਕਿ ਦੇਖਣੀ ਚਾਹੀਦੀ ਸੀ। ਮੈਨੂੰ ਨਹੀਂ ਪਤਾ ਸਰਕਾਰ ਨੇ ਇਹਨੂੰ ਬੈਨ ਕਿਉਂ ਕਰਨਾ ਚਾਹਿਆ। ਜੇਕਰ ਤੁਸੀਂ ਵੇਖੀ ਹੈ ਤਾਂ ਮੈਂ ਜ਼ਰੂਰ ਜਾਨਣਾ ਚਾਹੂੰਗਾ ਤੇ ਦੇਖਣਾ ਵੀ ਚਾਹੂੰਗਾ ਐਜ਼ ਅ ਇੰਡੀਅਨ ਕਿ BBC ਵੱਲੋਂ ਇੱਕ ਡਾਕੂਮੈਂਟਰੀ ਬਣਾਈ ਜਾਂਦੀ ਹੈ, ਹਾਲਾਂਕਿ ਉਹ ਪ੍ਰਧਾਨ ਮੰਤਰੀ ਨਾਲ ਰਿਲੇਟ ਕਰਦੀ ਹੈ, ਪ੍ਰਧਾਨ ਮੰਤਰੀ PM ਮੋਦੀ ਨਾਲ ਸੈਂਟਰਿਕ ਹੈ, ਬਿਲਕੁਲ ਸੈਂਟਰਿਕ ਹੈ, ਲੇਕਿਨ ਮੈਂ ਇਹ ਜ਼ਰੂਰ ਪਤਾ ਕਰਨਾ ਚਾਹੂੰਗਾ ਤੁਹਾਨੂੰ ਵੀ ਉਸ ਮੂਵੀ 'ਚ ਇਹੋ ਜਿਹਾ ਕੀ ਦਿਖਿਆ ਤੁਹਾਨੂੰ ਜਿਹਦੇ ਕਰਕੇ ਸਰਕਾਰਾਂ ਵੱਲੋਂ ਉਹਨੂੰ ਬੈਨ ਕਰਨਾ ਪਿਆ। ਦੇਖੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਦੇਸ਼ ਦੇ ਸਰਕਾਰੀ ਨੁਮਾਇੰਦੇ ਵੱਲੋਂ ਆਇਆ ਸੀ ਰਿਐਕਸ਼ਨ, ਉਹਨਾਂ ਦਾ ਇਹ ਸੀਗਾ ਕਿ ਇਹ ਇੱਕ ਪ੍ਰੋਪੇਗੈਂਡਾ ਡਾਕੂਮੈਂਟਰੀ ਹੈ ਜਿਹੜੀ BBC ਇੱਕ ਪ੍ਰਾਈਵੇਟ ਨਿਊਜ਼ ਚੈਨਲ ਹੈ UK ਦਾ, ਉਹਨਾਂ ਨੇ ਸਾਡੇ ਲਈ ਬਣਾਈ ਹੈ ਜੀ। ਹੁਣ ਸਭ ਤੋਂ ਵੱਡਾ ਸਵਾਲ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਉਸ ਵੇਲੇ ਕਿ ਤੁਸੀਂ ਉਹ ਡਾਕੂਮੈਂਟਰੀ ਦੇਖ ਲਈ ਹੈ, ਉਦੋਂ ਤੱਕ ਉਹਨਾਂ ਨੇ ਦੇਖੀ ਨਹੀਂ ਸੀ ਜੀ। ਬਿਨਾਂ ਦੇਖੇ ਤੁਸੀਂ ਕਿੱਦਾਂ ਉਹਨੂੰ ਪ੍ਰੋਪੇਗੈਂਡਾ ਘੋਸ਼ਿਤ ਕਰਤਾ। ਔਰ ਮੇਰਾ ਸਭ ਤੋਂ ਵੱਡਾ ਸਵਾਲ ਸਰਕਾਰ ਤੇ ਇਹ ਸੀਗਾ ਕਿ ਜੇ ਤੁਸੀਂ ਬੈਨ ਲਗਾਇਆ ਤੇ BBC ਨੂੰ ਬੈਨ ਕਰ ਦਿੰਦੇ। ਤੁਸੀਂ BBC ਨੂੰ ਬੈਨ ਨਹੀਂ ਕੀਤਾ ਹੈ, ਤੁਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਨੂੰ ਅਸੀਂ ਕੰਟੈਂਟ ਨੂੰ ਕੰਜ਼ਿਊਮ ਹੀ ਨਹੀਂ ਕਰਨਾ, ਤੁਸੀਂ ਕਹਿ ਰਹੇ ਹੋ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਇਹਨੂੰ ਆਪਣੇ ਪਲੇਟਫਾਰਮ ਤੇ ਪਾਏਗਾ, ਅਸੀਂ ਉਹਨੂੰ ਬਲੌਕ ਕਰ ਦਾਂਗੇ। ਬੀਇੰਗ ਅ ਗਵਰਨਮੈਂਟ ਵੀ ਹੈਵ ਦ ਰਾਈਟ ਟੂ ਡੂ ਦੈਟ, ਵੀ ਅੰਡਰਸਟੈਂਡ ਦੈਟ, ਬਟ ਤੁਸੀਂ ਉਹਨੂੰ ਸੈਂਪਲ ਕਰਨ ਤੋਂ ਮਨਾ ਕਰਤਾ ਹੈ, ਮਗਰ ਤੁਸੀਂ ਉਹਦੇ ਜਿਹੜਾ ਮੇਨ ਪ੍ਰੋਵਾਈਡਰ ਹੈ ਉਹਨੂੰ ਬਲੌਕ ਨਹੀਂ ਕੀਤਾ ਹੈ, ਜਾਂ ਤੁਸੀਂ ਕੋਈ ਸਰਕਾਰੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਹੈ ਕਿ ਤੁਸੀਂ ਦੇਖ ਹੀ ਨਹੀਂ ਸਕਦੇ ਹੋ ਸਾਡੇ ਦੇਸ਼ ਵਿੱਚ ਕਿਉਂਕਿ ਇਹ ਪ੍ਰੋਪੇਗੈਂਡਾ ਹੈ। ਸੋ ਇਹ ਥੋੜੇ ਕਹਿੰਦੇ ਨਾ ਇਹਨਾਂ ਨੇ ਬੀਜੇਪੀ ਜਾਂ ਸਰਕਾਰ ਨੇ, ਭਾਰਤ ਸਰਕਾਰ ਨੇ ਮਦਦ ਕਰ ਦਿੱਤੀ ਹੈ BBC ਦੀ, ਇੰਨਾ ਜ਼ਿਆਦਾ ਉਹਨੂੰ ਕਿਹਾ ਕਿ ਨੋ ਡੋਂਟ ਵਾਚ ਇਟ, ਕ੍ਰਿਟਿਸਾਈਜ਼ ਨਾ ਕਰਤਾ, ਇੰਨਾ ਜ਼ਿਆਦਾ ਨੇਗੇਟ ਕਰਤਾ, ਹਾਈਪ ਬਣਾ ਰਹੇ ਨੇ। ਮੈਨੂੰ ਲੱਗਦਾ ਕਿ ਉਸ ਕਿਉਰਿਓਸਿਟੀ ਬਿਲਡ ਕਰ ਰਹੇ ਨੇ ਵੀ ਹਰ ਬੰਦੇ ਦੇ ਮਨ 'ਚ ਨਹੀਂ ਵੀ ਦੇਖਣੀ ਸੀ ਉਹ ਦੇਖਣਾ ਚਾਹ ਰਿਹਾ। ਅਕਸਰ ਇੰਡੀਆ ਜਾਂ ਪੰਜਾਬ ਦੇ ਵਿੱਚ ਵੇਖਿਆ ਜਾਂਦਾ ਜਿਹੜੀ ਚੀਜ਼ ਤੇ ਬੈਨ ਲਾਇਆ ਜਾਂਦਾ ਹੈ ਉਹਨੂੰ ਲੋਕ ਜ਼ਿਆਦਾ ਦੇਖਦੇ ਨੇ। ਮੈਂ ਤਾਂ ਕਹਿੰਦੀ ਆ ਕਾਂਗਰਸ ਆਪਣੀ ਸਰਕਾਰ ਨੇ ਪਲੇਟ 'ਚ ਪਾ ਕੇ ਦਿੱਤਾ BBC ਨੂੰ ਕਿ ਐਲੋ ਸਕਸੈਸ। ਏਦਾਂ ਹੀ ਹੋ ਰਿਹਾ ਹੈ ਕਿਉਂਕਿ ਹੁਣ ਲੋਕੀ ਝੀਥਾਂ 'ਚੋਂ ਲੱਭ ਰਹੇ ਕਿਤੋਂ ਮਿਲ ਜੇ ਸਾਨੂੰ ਇਹ, ਔਰ ਇੰਟਰਨੈਟ ਜਾਂ ਡਿਜੀਟਲ ਦੁਨੀਆ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਲੱਭਣ ਜਾਓਗੇ ਤੁਹਾਨੂੰ ਮਿਲ ਜਾਏਗਾ। ਇੱਕ ਵਾਰੀ ਜਿਹੜੀ ਚੀਜ਼ ਪੈ ਗਈ ਹੈ ਉਹਨੂੰ ਲੁਕਾ ਪਾਣਾ, ਮਿਟਾ ਪਾਣਾ, ਇਰੇਜ਼ ਕਰ ਪਾਣਾ ਬਹੁਤ ਮੁਸ਼ਕਿਲ ਹੈ। ਸੋ ਉਹੀ BBC ਡਾਕੂਮੈਂਟਰੀ ਨਾਲ ਹੋ ਰਿਹਾ ਹੈ। ਆਫ ਕੋਰਸ ਮੈਂ ਇਹ ਜ਼ਰੂਰ ਜਾਣਨਾ ਚਾਹੂੰਗਾ ਮਿਸ਼ਾ, ਇਹਦੇ ਵਿੱਚ ਵੀ ਮੈਂ ਵੀ ਲੱਭਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਮੈਨੂੰ ਮਿਲੀ ਨਹੀਂ ਹੈਗੀ, ਤੁਸੀਂ ਕਿੱਥੋਂ ਲੱਭੀ? ਮੈਂ ਬਿਲਕੁਲ ਸਿੱਧਾ ਔਰ ਸਾਫ਼ ਰਸਤਾ ਦੱਸਾਂਗੀ ਜਿੱਥੋਂ ਮੈਂ ਲਈ। ਮੈਂਬਰ ਪਾਰਲੀਮੈਂਟ ਨੇ ਤ੍ਰਿਣਮੂਲ ਕਾਂਗਰਸ ਦੇ ਮਹੁਆ ਮੋਇਤਰਾ ਨੇ ਟਵਿੱਟਰ ਤੇ ਟਵੀਟ ਕੀਤਾ ਸੀਗਾ ਲਿੰਕ, ਔਰ ਉਹਨਾਂ ਨੇ ਪਹਿਲਾ ਐਪੀਸੋਡ ਵੀ ਪਾਇਆ ਔਰ ਫਿਰ ਦੂਜਾ ਵੀ ਲਿੰਕ ਦੇਤਾ ਸੀਗਾ। ਹਾਲਾਂਕਿ ਇਹ ਮੈਂ ਦੱਸਦਾ ਕਿ ਉਹ ਬ੍ਰਿਟਿਸ਼ ਆਰਕਾਈਵਸ, ਉਹਨਾਂ ਦੀ BBC ਦੀ ਆਰਕਾਈਵਸ 'ਚ ਸੀ ਉਹ ਲਿੰਕ ਸੀਗਾ, ਮਗਰ ਉਹ ਕੁਝ ਦਿਨਾਂ ਬਾਅਦ ਉਹ ਲਿੰਕ ਤੋਂ ਵੀ ਉੱਥੋਂ ਹਟਾ ਦਿੱਤੀ ਗਈ ਹੈ ਡਾਕੂਮੈਂਟਰੀ। ਬਟ ਮੈਨੂੰ ਲੱਗ ਰਿਹਾ ਸੀਗਾ ਆਈ ਕੁਡ ਐਂਟੀਸਿਪੇਟ ਕਿ ਇੱਥੋਂ ਵੀ ਡਿਲੀਟ ਹੋ ਜਾਣੀ ਹੈ, ਸੋ ਆਈ ਡਾਊਨਲੋਡਡ ਇਟ ਐਂਡ ਹੈਵ ਬੋਥ ਦ ਵਰਜ਼ਨਸ। ਮਤਲਬ ਮੇਰੇ ਕੋਲ ਦੋਨੋਂ ਇੰਟੈਲੀਜੈਂਸ ਯੂਜ਼ ਕੀਤੀ ਤੇ ਡਾਊਨਲੋਡ ਕਰਕੇ ਆਪਣੇ ਕੋਲ ਸੇਵ ਕਰ ਲਈ। ਹਾਂ, ਬਿਕਾਜ਼ ਮੈਂ ਦੇਖਣਾ ਚਾਹੁੰਦੀ ਸੀ, ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਹਲੇ ਦੇਖਾਂ ਤੇ ਵਿੱਚ ਬਫਰ ਹੋ ਰਿਹਾ ਹੋਏ ਤੇ ਫਿਰ ਉਹ ਡਿਲੀਟ ਹੀ ਹੋ ਜਾਏ ਉਹਦਾ, ਬਿਕਾਜ਼ ਇੰਨੀ ਜ਼ਿਆਦਾ ਹਾਈਪ ਕ੍ਰੀਏਟ ਹੋਈ ਹੈ ਕਿ ਦੇਖਣਾ ਬਣਦਾ ਵੀ ਸੀਗਾ। ਉਸ ਡਾਕੂਮੈਂਟਰੀ ਦੇ ਜ਼ਰੀਏ ਉਹਨਾਂ ਨੇ ਆਫ ਕੋਰਸ ਬਹੁਤ ਹੀ ਕਹਿੰਦੇ ਨੇ ਦੁੱਖ ਦੀ ਰਗ ਸਰਕਾਰ ਦੀ, ਜਾਂ ਸਰਕਾਰ ਦੀ ਤੇ ਨਹੀਂ ਬੇਸਿਕਲੀ, ਕਿਉਂਕਿ ਜਦੋਂ ਆਪਾਂ ਭਾਰਤ ਸਰਕਾਰ ਦੀ ਗੱਲ ਕਰੀਏ ਤੇ ਉਹ BJP ਜਾਂ ਕਿਸੇ ਇੱਕ ਸ਼ਖਸੀਅਤ ਤੋਂ ਵੱਡੀ ਚੀਜ਼ ਹੁੰਦੀ ਹੈ। ਸੋ ਇੱਕ ਪਾਰਟਿਕੂਲਰ ਪਰਸਨ ਇਨ ਕੁਐਸਚਨ ਪ੍ਰਧਾਨ ਮੰਤਰੀ ਮੋਦੀ ਬਾਰੇ ਉਹਨਾਂ ਨੇ ਸਵਾਲ ਖੜੇ ਕੀਤੇ ਹੈ, ਜਾਂ ਉਹਨਾਂ ਦੇ ਗੋਧਰਾ ਕਾਂਡ ਦੀ ਹੈਂਡਲਿੰਗ ਦੇ ਬਾਰੇ ਗੱਲ ਕੀਤੀ ਹੈ ਪਹਿਲੇ ਐਪੀਸੋਡ ਦੇ ਵਿੱਚ। ਦੂਜੇ ਐਪੀਸੋਡ ਦੇ ਵਿੱਚ ਉਹਨਾਂ ਨੇ ਹੁਣ ਤੱਕ ਦੀ ਉਹਨਾਂ ਦੀ ਕਾਰਗੁਜ਼ਾਰੀ ਤੇ 2014 ਤੋਂ ਬਾਅਦ 19 ਚੋਣਾਂ ਦਾ ਆਣਾ ਤੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਉਹਨਾਂ ਨੂੰ ਲੈ ਕੇ, ਇਹ ਸਾਰੀਆਂ ਗੱਲਾਂ ਨੂੰ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਬੇਸਿਕਲੀ ਮੇਰਾ ਫਿਰ ਉੱਥੇ ਆਉਂਦਾ ਘੁੰਮ ਫਿਰ ਕੇ ਕਿ ਬਿਨਾਂ ਦੇਖੇ ਤੁਸੀਂ ਕਿਉਂ ਇਹਨੂੰ ਨਲ ਐਂਡ ਵੋਇਡ ਘੋਸ਼ਿਤ ਕਰ ਰਹੇ ਹੋ। ਔਰ ਦੂਜੀ ਗੱਲ, ਮੈਂ ਸਰਕਾਰਾਂ ਨੂੰ ਇਹ ਵੀ ਜ਼ਰੂਰ ਪੁੱਛਣਾ ਚਾਹਾਂਗੀ ਕਿ ਤੁਸੀਂ ਸਾਡੇ ਮਾਪੇ ਕਿਉਂ ਹੋ ਜਾਂਦੇ ਹੋ? ਤੁਸੀਂ ਸਰਕਾਰ ਹੋ, ਸਾਡੇ ਚੁਣੇ ਹੋਏ ਨੁਮਾਇੰਦੇ ਹੋ, ਤੁਹਾਡਾ ਕੰਮ ਹੈਗਾ ਸਾਡੇ ਲਈ ਕੰਮ ਕਰਨਾ। ਜਿਹੜੇ ਕੰਮ ਅਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ 'ਚੋਂ ਨਹੀਂ ਕਰ ਸਕਦੇ, ਅਸੀਂ ਉਹ ਡੈਜ਼ਿਗਨੇਟ ਕਰਦੇ ਹਾਂ ਸਾਡੀਆਂ ਸਰਕਾਰਾਂ ਨੂੰ ਕਰਨ ਲਈ। ਸਾਡੇ ਲਈ ਪਾਲਿਸੀਜ਼ ਬਣਾਓ, ਸਾਡੇ ਲਈ ਲਾਅ ਐਂਡ ਆਰਡਰ। ਤੁਸੀਂ ਸਾਡੇ ਮੰਮੀ ਡੈਡੀ ਵਾਂਗੂ ਚੀਜ਼ਾਂ ਬਲੌਕ ਕਰਨ ਲੱਗ ਜਾਓ, ਪੇਰੈਂਟ ਕੰਟਰੋਲ ਲਗਾਉਣ ਦੀ ਕੋਸ਼ਿਸ਼ ਇੱਕ ਤਰ੍ਹਾਂ ਨਾਲ। ਜੇ ਤੁਹਾਨੂੰ ਲੱਗਦਾ ਹੈ that is a documentary which is propaganda, let me sample it and decide it. Exactly. ਤੁਸੀਂ ਦੇਖੋਗੇ ਤਾਂ ਤੁਸੀਂ ਕਹਿ ਦੋਗੇ ਕਿ oh this is a biased one, ਤੁਸੀਂ ਕਹੋਗੇ oh this is a good one. ਸੋ ਤੁਹਾਨੂੰ ਡਿਸਾਈਡ ਕਰਨ ਦੀ ਦੇਣੀ ਚਾਹੀਦੀ ਹੈ ਆਜ਼ਾਦੀ, ਪਾਵਰ ਤਾਂ ਦੇਣੀ ਚਾਹੀਦੀ ਹੈ, ਫਰੀडम ਤਾਂ ਹੋਣੀ ਚਾਹੀਦੀ ਹੈ। ਤੁਸੀਂ ਇੱਕ ਡੈਮੋਕ੍ਰੇਸੀ ਦੇ ਵਿੱਚ ਚੱਲ ਰਹੇ ਹੋ, ਤੁਹਾਡੇ ਕੋਲ ਕੋਈ ਕੰਟੈਂਟ ਆਇਆ, ਤੁਹਾਡਾ ਆਪਣਾ ਓਪੀਨੀਅਨ ਹੋ ਸਕਦਾ ਹੈ। ਇਹੀ ਓਪੀਨੀਅਨ ਹਰ ਇੱਕ ਸਿਟੀਜ਼ਨ ਦਾ ਵੀ ਤਾਂ ਹੈਗਾ। ਮੈਨੂੰ ਅਧਿਕਾਰ ਹੋਣਾ ਚਾਹੀਦਾ ਹੈ ਕਿ ਮੈਂ ਦੇਖਾਂ, ਮੈਂ ਖੁਦ ਫੈਸਲਾ ਲਵਾਂ ਕਿ ਇਹ ਪ੍ਰੋਪੇਗੈਂਡਾ ਹੈ ਜਾਂ ਮੈਨੂੰ ਸਹੀ ਲੱਗ ਰਹੀ ਹੈ। ਇੰਨੀ ਕੁ ਕਾਬਲੀਅਤ ਤੇ ਆਪਣੇ ਸਿਟੀਜ਼ਨ ਦੇ ਵਿੱਚ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਸਰਕਾਰਾਂ ਨੂੰ। ਸੋ ਆਈ ਥਿੰਕ ਇਹ
ਸਗੋਂ ਉਹਨਾਂ ਨੇ ਫਾਇਦਾ ਕਰਤਾ BBC ਦਾ। ਮੈਂ ਹਮੇਸ਼ਾ ਉਰੇ ਮੇਰਾ ਇੱਕ ਹੋਰ ਮਨ 'ਚ ਸਵਾਲ ਆ ਰਿਹਾ ਹੈ ਵੀ ਤੁਹਾਨੂੰ ਲੱਗਦਾ ਕਿ ਸਰਕਾਰ ਦੀ ਜਾਂ PM ਮੋਦੀ ਦੀ ਕਹਿ ਲਈਏ ਆਪਾਂ BJP ਦੀ ਕਹਿ ਲਈਏ ਬਿਨਾਂ ਇਨਵੋਲਵਮੈਂਟ ਤੋਂ ਜਾਂ ਬਿਨਾਂ ਨੌਲੇਜ ਤੋਂ BBC ਵੱਲੋਂ ਏਡੀ ਵੱਡੀ ਡਾਕੂਮੈਂਟਰੀ ਬਣਾਈ ਗਈ ਹੋਣੀ, ਕਿਉਂਕਿ ਉਸ 'ਚ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਉਸ 'ਚ ਗੋਧਰਾ ਕਾਂਡ, PM ਮੋਦੀ ਦੀ ਲਾਈਫ, ਉਹਦੇ ਬਾਰੇ ਸਾਰੀ ਚੀਜ਼ਾਂ ਨੇ, ਤਾਂ ਉਹ ਇਹਨਾਂ ਦੀ ਨੌਲੇਜ ਤੋਂ ਬਿਨਾਂ ਤਾਂ ਨਹੀਂ ਬਣੀ ਹੋਣੀ। ਬਹੁਤ ਵੈਲਿਡ ਪੁਆਇੰਟ ਹੈ। ਰਾਦਰ ਇੱਕ BJP ਦੇ ਪਰਸਪੈਕਟਿਵ ਨੂੰ ਦੇਣ ਲਈ ਉਹਨਾਂ ਦੇ ਇੱਕ ਨੇਤਾ ਦੀ ਬਾਈਟਸ ਵੀ ਹੈ ਵਿੱਚ ਜੀ। ਹਾਂ, ਸੋ ਇਦਾਂ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੋਏਗਾ। ਹਾਂ, ਇਹ ਜ਼ਰੂਰ ਹੈ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਜਦੋਂ ਆਪਣਾ ਕੋਈ ਕੰਟੈਂਟ ਬਣਾਉਂਦਾ ਹੈ ਤੇ ਉਹ ਪੂਰਾ ਜ਼ਰੂਰੀ ਨਹੀਂ ਹੈ ਕਿ ਆਪਣਾ ਸਕ੍ਰਿਪਟ ਉਹਨਾਂ ਨੂੰ ਜਾਂ ਟ੍ਰਾਂਸਕ੍ਰਿਪਟ ਜਾਂ ਸਟੋਰੀ ਬੋਰਡ ਸ਼ੇਅਰ ਕਰ ਦੇ। ਸੋ ਉਹਨਾਂ ਨੇ ਪਰਸਪੈਕਟਿਵ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੋਈ ਹੈ, ਪਰ ਹਾਂ ਇਹ ਜ਼ਰੂਰੀ ਨਹੀਂ ਹੈ। ਪ੍ਰਾਈਵੇਟ ਤੁਸੀਂ ਵੀ ਆਪਣੇ ਚੈਨਲ ਤੇ ਕੰਟੈਂਟ ਬਣਾਉਂਦੇ ਹੋ, ਤੁਹਾਨੂੰ ਕੋਈ ਪੁੱਛ ਨਹੀਂ ਸਕਦਾ ਕਿ ਤੂੰ ਪਹਿਲੇ ਮੈਨੂੰ ਦਿਖਾਓਗੇ ਤੇ ਫਿਰ ਮੈਂ ਅਪਰੂਵ ਕਰਾਂਗਾ। ਸੋ ਆਫ ਕੋਰਸ ਦੇ ਨਿਊ ਦੈਟ ਦੇ ਵਰ ਟਾਕਿੰਗ ਅਬਾਊਟ ਦਿਸ ਟੌਪਿਕ। ਗੋਧਰਾ ਰਾਈਟਸ ਦੀ ਗੱਲ ਹੋ ਰਹੀ ਹੈ, ਪਰ ਉਹ ਕਿਸ ਕੰਟੈਕਸਟ 'ਚ ਹੋ ਰਹੀ ਹੈ ਇਹ ਜ਼ਰੂਰੀ ਨਹੀਂ ਹੈ ਉਹਨਾਂ ਦਾ ਜਵਾਬ ਦੇ ਹੋਣਾ, ਕਿਉਂਕਿ ਉਹ ਆਪਣਾ ਇੱਕ ਪ੍ਰਾਈਵੇਟ ਅਦਾਰਾ ਹੈ। ਉਹਨਾਂ ਨੇ ਰਾਏ ਮੰਗਣ ਦੀ ਕੋਸ਼ਿਸ਼ ਕੀਤੀ, ਤੁਸੀਂ ਰਾਏ ਦਿੱਤੀ ਹੈ, ਤੁਹਾਡੇ ਕਿਸੇ ਪ੍ਰਤੀਨਿਧੀ ਨੇ ਦਿੱਤੀ ਹੈ, ਉਹ ਵੈਲ ਵਿਦਿਨ देयर ਰਾਈਟ ਹੈ ਕਹਿਣ ਦੇ ਵੀ ਆਪਾਂ ਨਹੀਂ ਦੇਣਾ ਚਾਹੁੰਦੇ ਆਪਣਾ ਪਰਸਪੈਕਟਿਵ। ਤੇ ਆਈ ਡੋਂਟ ਥਿੰਕ ਕਿ ਇਹਦੇ 'ਚ ਕੋਈ ਕੋਈ ਇਹਨਾਂ ਦੇ ਆਪਸ 'ਚ ਮਿਲੇ ਹੋਏ ਸੀਗੇ ਜਾਂ ਦੇ ਨਿਊ ਇਟ। ਆਈ ਡੋਂਟ ਥਿੰਕ ਦੈਟ ਇਜ਼ ਨੈਸੈਸਰੀ, ਉਹ ਜ਼ਰੂਰੀ ਨਹੀਂ ਜੀ। ਤੇ ਮੈਂ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ, पूरी डॉक्यूमेंट्री PM मोदी सेंट्रिक है, पर वो पॉजिटिव है PM मोदी ਦਾ ਜਾਂ ਨੈਗੇਟਿਵ ਹੈ, ਜਾਨਣਾ ਚਾਹੂੰਗਾ। ਮੈਂ ਦੇਖ ਰਹੀ ਹਾਂ ਤੁਹਾਡੇ ਮਨ 'ਚ ਵੀ ਬਹੁਤ ਸਾਰੇ ਕਿਊਰੀਅਸ ਕੁਐਸਚਨਸ ਨੇ। ਆਫ ਕੋਰਸ ਇੰਨੀ ਜ਼ਿਆਦਾ ਇਹਦੇ ਤੇ ਹਾਈਪ ਹੋਈ ਹੈ। ਮੈਂ ਇਦਾਂ ਕਰਾਂਗੀ, ਮੈਂ ਤੁਹਾਨੂੰ ਪੈਨ ਡਰਾਈਵ 'ਚ ਪਾ ਕੇ ਦੇਵਾਂਗੀ ਸੋ ਦੈਟ ਐਜ਼ ਅ ਜਰਨਲਿਸਟ ਮੈਂ ਫਿਰ ਕਹਾਂਗੀ ਕਿ ਸਾਨੂੰ ਬਿਨਾਂ ਦੇਖੇ ਨੈਗੇਟ ਨਹੀਂ ਕਰਨਾ ਚਾਹੀਦਾ। ਵੀ ਆਰ ਫ੍ਰੀ ਇੰਡੀਵਿਜੂਅਲਸ, ਵੀ ਸ਼ੁਡ ਵਾਚ ਇਟ ਟੂ ਸੇ ਕਿ ਨਹੀਂ ਠੀਕ ਸੀ। ਕਈ ਵਾਰੀ ਆਪਾਂ ਫਿਲਮਾਂ ਦੇਖਣ ਜਾਈਦੀਆਂ ਤੇ ਬਾਹਰ ਨਿਕਲ ਕੇ ਕਹਿੰਦੇ ਆ ਉਹ ਮੇਰੇ ਪੈਸੇ ਬਰਬਾਦ ਹੋ ਗਏ। ਸੋ ਸਾਨੂੰ ਅਧਿਕਾਰ ਹੈ ਦੇਖ ਕੇ ਕਹਿਣ ਦਾ ਕਿ ਇਹ ਠੀਕ ਸੀ ਜਾਂ ਨਹੀਂ ਠੀਕ ਸੀ। ਇਹਦੇ ਵਿੱਚ ਤੁਸੀਂ ਪੁੱਛਿਆ ਕਿ ਪ੍ਰਧਾਨ ਮੰਤਰੀ ਨੂੰ ਬੈਡ ਲਾਈਟ 'ਚ ਦਿਖਾਇਆ ਕਿ ਗੁੱਡ ਲਾਈਟ 'ਚ। ਹੁਣ ਮੈਂ ਇਹਨੂੰ ਕਹਾਂਗੀ ਕਿ ਐਜ਼ ਅ ਜਰਨਲਿਸਟ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹਰ ਪਹਿਲੂ ਨੂੰ ਉਹ ਹਰ ਸਵਾਲ ਦਾ ਜਵਾਬ ਦੇ ਸਕਣ। 5 Ws and 1 H ਦਾ ਧਿਆਨ ਰੱਖਿਆ ਗਿਆ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਦੀ ਪਪੂਲੈਰਿਟੀ ਦਾ ਵੀ ਜ਼ਿਕਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਵੀ ਉਹਨਾਂ ਦਾ ਔਰਾ ਹੈਗਾ ਤੇ ਕਿਸ ਤਰ੍ਹਾਂ ਉਹ ਓਵਰ ਅ ਪੀਰੀਅਡ ਆਫ ਲਾਸਟ 9 ਇਅਰਸ ਵਧਿਆ ਹੈ, ਉਹਦੀ ਵੀ ਗੱਲ ਕੀਤੀ ਹੈ। ਉਹਨਾਂ ਨੇ ਕਈ ਟੱਚ ਕੀਤੇ ਕੁਐਸਚਨਸ ਗੋਧਰਾ ਦੇ ਟਾਈਮ ਤੇ। ਪ੍ਰਧਾਨ ਮੰਤਰੀ ਮੋਦੀ ਜਦੋਂ CM ਸੀ ਉਦੋਂ ਉਸ ਦੌਰਾਨ ਉਹ CM ਰਹਿੰਦੇ ਹੋਏ ਉਸ ਮੁੱਦੇ ਨੂੰ ਕਿਸ ਤਰ੍ਹਾਂ ਹੈਂਡਲ ਕਰ ਰਹੇ ਨੇ, ਉਹਨਾਂ ਦੀ ਹੈਂਡਲਿੰਗ ਦੇ ਉੱਤੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ, ਜਿਹਦੇ ਉਹਨਾਂ ਨੇ ਉਸ ਵੇਲੇ ਦੀਆਂ ਇੰਟਰਵਿਊਜ਼ ਦਿਖਾ ਕੇ ਕੁਝ ਪੀਸਿਸ ਦੇ ਨਾਲ ਕਹਾਣੀ ਨੂੰ ਜੁਆਇਨ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਵੇਲੇ ਮੋਦੀ ਜਦ CM ਸੀ ਉਦੋਂ ਕੀ ਕਹਿਣਾ ਚਾਹੁੰਦੇ ਸੀਗੇ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਠੀਕ ਤਰ੍ਹਾਂ ਹੈਂਡਲ ਕੀਤਾ। ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ SIT ਜਿਹੜੀ ਗਠਿਤ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਕਲੀਨ ਚਿੱਟ ਹੈ, ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਦਿੱਤੀ ਹੈ, ਇਸ ਗੱਲ ਦਾ ਵੀ ਜ਼ਿਕਰ ਹੈ। ਸੋ ਆਪਾਂ ਐਜ਼ ਅ ਜਰਨਲਿਸਟ ਇਹ ਨਹੀਂ ਕਹਿ ਸਕਦੇ ਕਿ ਇਟਸ ਟੋਟਲੀ ਬਾਇਸਡ ਔਰ ਇਟ ਇਜ਼ ਅ ਪ੍ਰੋਪੇਗੈਂਡਾ ਓਨਲੀ। ਸੋ ਹਰ ਇੱਕ ਦਾ ਨਜ਼ਰੀਆ ਅਲੱਗ ਹੋ ਸਕਦਾ ਹੈ, ਬਟ ਆਈ ਥਿੰਕ ਇਟਸ ਅ ਪੀਸ ਵਿਚ ਇਜ਼ ਵੋਵਨ ਟੁਗੇਦਰ, ਜਿਹਦੇ 'ਚ ਉਹਨਾਂ ਨੇ ਸਾਰੇ ਗੋਧਰਾ ਕਾਂਡ ਤੋਂ ਲੈ ਕੇ ਹੁਣ ਤੱਕ ਦੇ ਪ੍ਰਧਾਨ ਮੰਤਰੀ ਦੇ ਉਰੂਜ ਦਾ ਜ਼ਿਕਰ ਹੈ, ਉਹਨਾਂ ਦੀ ਪਰਸਨੈਲਿਟੀ ਕਿਸ ਤਰ੍ਹਾਂ ਵੱਡੀ ਹੋਈ, ਉਹਨਾਂ ਨੂੰ ਆਪ ਕੀ ਆਪਣੀਆਂ ਕਮਜ਼ੋਰੀਆਂ ਲੱਗੀਆਂ ਉਹ ਵੀ ਉਹਦਾ ਵੀ ਜ਼ਿਕਰ ਹੈ। PM ਮੋਦੀ ਦੀ ਕਮਜ਼ੋਰੀਆਂ ਉਸ 'ਚ ਮਤਲਬ ਹਾਈਲਾਈਟ ਕੀਤੀਆਂ ਗਈਆਂ ਨੇ ਕਿ PM ਮੋਦੀ ਦਾ ਸੂਟ 25-30 ਲੱਖ ਦਾ ਵਿਕਿਆ। ਬਿਲਕੁਲ ਇਦਾਂ ਦੀ ਕਿਸੇ ਵੀ ਚੀਜ਼ ਨੂੰ ਟੱਚ ਨਹੀਂ ਕੀਤਾ ਉਹਨਾਂ ਨੇ ਆਪਣੇ ਸਬਜੈਕਟ ਦੇ ਉੱਤੇ ਬਹੁਤ ਫੋਕਸ ਕੀਤਾ ਹੈ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਪਹਿਲੇ ਪਾਰਟ ਦੇ ਵਿੱਚ ਉਹ ਗੋਧਰਾ ਰਾਈਟਸ ਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਪੂਰਾ ਹੋਇਆ, ਕਿੱਥੇ ਜਿਹੜੇ ਕੁਝ ਜਰਨਲਿਸਟ ਦੀ ਬਾਈਟਸ ਵੀ ਹੈ ਵਿੱਚ, ਕੁਝ ਲੋਕ ਉਸ ਵੇਲੇ ਦੇ ਜਿਹਨਾਂ ਨੇ ਅੱਖੀ ਦੇਖਿਆ ਹੈ, ਹਾਲਾਂਕਿ ਉਹਨਾਂ ਦੇ ਐਵੀਡੈਂਸ ਸੁਪਰੀਮ ਕੋਰਟ ਨੇ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਸੀ ਉਹਨਾਂ ਦੇ ਐਜ਼ ਐਨ ਐਵੀਡੈਂਸ, ਮਗਰ ਪਰਸਪੈਕਟਿਵ ਅਲੱਗ-ਅਲੱਗ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਵੇਲੇ ਦੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਬਾਈਟਸ ਵੀ ਨੇ ਉਹਦੇ ਵਿੱਚ। ਸੋ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਸਾਰੇ ਪਰਸਪੈਕਟਿਵਸ ਨੂੰ ਇਕੱਠੇ ਕਰਕੇ ਪਹਿਲੇ ਪਾਰਟ 'ਚ ਗੋਧਰਾ CM ਮੋਦੀ ਉਹਨਾਂ ਨੇ ਕਿੱਦਾਂ ਹੈਂਡਲ ਕੀਤਾ, ਕਿ ਉਹ ਬੈਟਰ ਹੋ ਸਕਦਾ ਸੀ ਕਿ ਨਹੀਂ ਹੋ ਸਕਦਾ ਸੀਗਾ, ਕਿ ਹੈਂਡਲਿੰਗ ਠੀਕ ਹੋਈ ਹੈ, ਉਹਦਾ ਜ਼ਿਕਰ ਹੈ। ਤੇ ਪਾਰਟ 2 ਦੇ ਵਿੱਚ ਉਸ ਤੋਂ ਬਾਅਦ 2014 ਤੇ 2019 ਚ ਉਹਨਾਂ ਦਾ ਕਿਸ ਤਰ੍ਹਾਂ ਕੱਦ ਵਧਿਆ ਤੇ ਕੀ ਉਹ ਕੱਦ ਹੋਰ ਜ਼ਿਆਦਾ ਵੱਧ ਚੁੱਕਿਆ ਹੈ, ਇਹਦਾ ਜ਼ਿਕਰ ਕੀਤਾ ਹੈ। ਸੋ ਆਈ ਥਿੰਕ ਇੰਨਾ ਕੋਈ ਹਾਰਮਫੁਲ ਖਤਰਾ ਵਾਲੀ ਚੀਜ਼ ਨਹੀਂ ਹੈ PM ਮੋਦੀ ਨੂੰ ਜਾਂ ਸੈਂਟਰਲ ਗਵਰਨਮੈਂਟ ਨੂੰ, ਕਿਸੇ ਨੂੰ ਵੀ ਨਹੀਂ ਸੀ। ਲੈਟ ਪੀਪਲ ਡਿਸਾਈਡ ਨਾ, ਤੁਸੀਂ ਇੰਨਾ ਜ਼ਿਆਦਾ ਕਹਿਤਾ ਨਹੀਂ ਦੇਖਣ ਦਿਆਂਗੇ, ਰਿਮੂਵ ਕੀਤੀ ਜਾਵੇ ਡਿਜੀਟਲ ਪਲੇਟਫਾਰਮ। ਮਤਲਬ ਫਿਰ ਉਹੀ ਗੱਲ ਹੈ ਕਿ ਫਿਰ ਕਿਉਰਿਓਸਿਟੀ ਜ਼ਿਆਦਾ ਵੱਧਦੀ ਹੈ। ਔਰ ਇਹ
ਕੱਲਾ ਪੰਜਾਬ ਜਾਂ ਕੱਲੀ ਹਿੰਦੁਸਤਾਨ ਦੀ ਫਿਤਰਤ ਨਹੀਂ ਹੈ, ਪੂਰੀ ਦੁਨੀਆ 'ਚ ਇਦਾਂ ਹੀ ਹੈ ਕਿ ਤੁਸੀਂ ਜਿੰਨਾ ਸਪਰੈਸ ਕਰੋਗੇ ਸਪ੍ਰਿੰਗ ਐਕਸ਼ਨ ਹੋਏਗਾ, ਉਹਨਾਂ ਉਛਲ ਕੇ ਬਾਹਰ ਆਣਾ ਚਾਹੇਗੀ ਚੀਜ਼, ਔਰ ਇਹੀ ਹੋ ਰਿਹਾ। ਮੈਨੂੰ ਲੱਗਦਾ BBC ਦਾ ਬਹੁਤ ਫਾਇਦਾ ਹੋਇਆ ਇਹਦੇ ਨਾਲ। ਜੀ ਬਿਲਕੁਲ, TRP BBC ਨੂੰ ਜ਼ਰੂਰ ਮਿਲੀ ਹੋਏਗੀ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਇੱਕ ਹੋਰ ਸਵਾਲ ਹੈ ਮੇਰੇ ਮਨ 'ਚ ਇਸ ਵੇਲੇ, ਦੇਸ਼ ਦੁਨੀਆ ਦੇ ਬੱਚੇ ਦੀ ਜ਼ੁਬਾਨ ਤੇ ਇੱਕ ਨਾਮ ਹੈ ਬਾਗੇਸ਼ਵਰ ਵਾਲੇ ਧੀਰੇਂਦਰ ਸ਼ਾਸਤਰੀ ਬਾਬਾ। ਕਿਵੇਂ ਦੇਖਦੇ ਹੋ ਬਾਬਾ ਵੱਲੋਂ ਕਿ ਅਸਲ 'ਚ ਚਮਤਕਾਰ ਕੀਤੇ ਜਾਂਦੇ ਨੇ? ਮੈਨੂੰ ਇਹ ਦੱਸੋ ਕਿ ਬਾਬੇ ਦਾ ਨਾਮ ਬੱਚੇ ਦੀ ਜ਼ੁਬਾਨ ਤੇ ਲਿਆਉਣ ਵਾਲਾ ਕੌਣ ਹੈ, ਪਹਿਲੇ ਦੋਸ਼ੀ ਕੌਣ ਹੈ, ਇਹ ਤਲਾਸ਼ਣ ਦੀ ਲੋੜ ਹੈ। ਦੇਖੋ ਇੱਕ ਅਡੰਬਰ ਨੂੰ ਤੁਸੀਂ ਪਲੇਟਫਾਰਮ ਦਿੱਤਾ ਹੈ, ਤੁਸੀਂ ਐਜ਼ ਇਨ ਤੁਸੀਂ ਨਹੀਂ ਜੀ, ਸੋ ਕਾਲਡ ਨੈਸ਼ਨਲ ਮੀਡੀਆ, ਸੋ ਕਾਲਡ ਵੱਡੇ ਪਲੇਟਫਾਰਮਸ ਨੇ ਅੱਧਾ ਘੰਟਾ, ਇਵਨ ਇਫ ਦੇ ਆਰ ਕ੍ਰਿਟਿਸਾਈਜ਼ਿੰਗ ਬਾਬਾ ਨਾ, ਦੇ ਆਰ ਗਿਵਿੰਗ ਸਪੇਸ। ਜੀ ਤੁਸੀਂ ਵੱਡੇ ਅਦਾਰਿਆਂ 'ਚ ਕੰਮ ਕੀਤਾ ਹੈ, ਵੱਡੇ ਚੈਨਲਾਂ 'ਚ ਕੰਮ ਕੀਤਾ ਹੈ, ਤਾਂ ਤੁਸੀਂ ਜਾਣਦੇ ਹੋਵੋਗੇ ਕਿ ਕਿਉਂ ਇਹ ਬਾਬਾ ਨੂੰ, ਬਾਗੇਸ਼ਵਰ ਬਾਬਾ ਨੂੰ ਇੰਨੀ ਸਪੇਸ ਦਿੱਤੀ ਜਾ ਰਹੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਇਟਸ ਅ ਫੁੱਲ ਔਨ ਮਾਰਕੀਟਿੰਗ ਗਿਮਿਕ, ਮਤਲਬ ਐਨੀ ਕਾਈਂਡ ਆਫ ਪਬਲਿਸਿਟੀ ਇਜ਼ ਗੁੱਡ ਪਬਲਿਸਿਟੀ ਸੋਚ ਕੇ ਇਹ ਬਾਬਾ ਹਰ ਚੈਨਲ ਤੇ ਆਪਣੇ ਲਈ ਸਪੇਸ ਬਣਾ ਰਿਹਾ, ਭਾਵੇਂ ਉਹ ਕ੍ਰਿਟਿਕ ਕਰਾ ਲਓ। ਗੱਲ ਕਿੱਥੋਂ ਸ਼ੁਰੂ ਹੋਈ ਸੀ? ਇੱਕ ਰੈਸ਼ਨਲ ਸੁਸਾਇਟੀ ਨੇ ਚੈਲੰਜ ਕੀਤਾ ਕਿ ਬਾਬਾ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਜੀ, ਉਹਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ, ਬਾਬੇ ਨੇ ਅੱਗੋਂ ਕਹਿ ਦਿੱਤਾ ਕਿ ਨਹੀਂ ਮੈਂ ਤਾਂ ਬੜਾ ਜਾਨੀ ਜਾਨ ਉਹ ਤਾਂ ਕਹਿੰਦਾ ਹਨੂਮਾਨ ਜੀ ਦਾ ਬਾਲਾ ਜੀ ਦਾ ਭਗਤ ਹਾਂ। ਐਗਜ਼ੈਕਟਲੀ। ਹਾਲਾਂਕਿ ਰੈਸ਼ਨਲ ਸੁਸਾਇਟੀ ਸਿਰਫ ਇਹ ਕਹਿ ਰਹੀ ਸੀ ਕਿ ਬਾਬਾ ਜੀ ਜੇ ਤੁਸੀਂ ਇੰਨੇ ਜਾਨੀ ਜਾਣੋ ਤੇ ਦੇਸ਼ ਦੇ ਕਿਸੇ ਕੰਮ ਆਓ, ਇਹ ਕਿਹੜੇ ਕੰਮਾਂ 'ਚ ਪਏ ਹੋ? ਇਫ ਯੂ ਕੈਨ ਪ੍ਰੈਡਿਕਟ ਸੋ ਵੈਲ, ਜੇ ਤੁਸੀਂ ਬਿਨਾ ਮੇਰਾ ਕਾਗਜ਼ ਦੇਖੇ ਪੜ੍ਹ ਸਕਦੇ ਹੋ ਕਿ ਮੈਂ ਕੀ ਲਿਖਿਆ ਹੋਇਆ ਹੈ, ਤੇ ਤੁਸੀਂ ਤਾਂ ਦੇਸ਼ ਲਈ ਬੜੇ ਕੰਮ ਦੀ ਚੀਜ਼ ਹੋ। ਤੁਸੀਂ ਡਿਫੈਂਸ ਮੈਟਰਸ 'ਚ ਸਰਕਾਰ ਨੂੰ ਹੈਲਪ ਕਰੋ, ਤੁਸੀਂ ਇੰਟਰਨੈਸ਼ਨਲ ਅਫੇਅਰਸ 'ਚ ਸਰਕਾਰ ਨੂੰ ਹੈਲਪ ਕਰੋ। ਇਹ ਰੈਸ਼ਨਲ ਸੁਸਾਇਟੀ ਦਾ ਕਹਿਣਾ ਸੀਗਾ। ਹੁਣ ਇਹ ਪੂਰੀ ਗੱਲ ਨੂੰ ਸਪੇਸ ਦੇ ਦਿੱਤੀ ਨਿਊਜ਼ ਚੈਨਲਸ ਨੇ, ਨਿਊਜ਼ ਪੇਪਰਸ ਨੇ, ਵੱਡੇ ਅਦਾਰਿਆਂ ਨੇ। ਉਹ ਜਿਹੜੀ ਇੰਨੀ ਕੁ ਗੱਲ ਸੀਗੀ ਉਹ ਇੰਨੀ ਬਣਾ ਕੇ ਦੇ ਦਿੱਤੀ ਹੈ। ਅਸੀਂ ਵੀ ਇਹਨੂੰ ਡਿਸਕਸ ਕਰਨ ਨੂੰ ਮਜਬੂਰ ਹੋ ਗਏ ਕਿਉਂਕਿ ਲੋਕ ਜਾਣਨਾ ਚਾਹੁੰਦੇ ਆ ਕਿ ਅਸਲ 'ਚ ਬਾਬੇ ਦੇ ਕੋਲ, ਬਾਬਾ ਜੋ ਵੀ ਰਿਸਪੈਕਟਿਵ ਬਾਬਾ ਕੋਲ ਕੋਈ ਚਮਤਕਾਰੀ ਪਾਵਰਸ ਹੈਗੀਆਂ ਨੇ। ਬਾਬੇ ਕੋ ਚਮਤਕਾਰੀ ਪਾਵਰਸ ਹੋਣਗੀਆਂ, ਉਹਨਾਂ ਨੂੰ ਪਤਾ ਲੱਗ ਜਾਣਾ। ਅੱਜ ਕੋਮਲ ਤੇ ਮਿਸ਼ਾ ਡਿਸਕਸ ਕਰ ਰਹੇ ਨੇ ਮੈਨੂੰ, ਹੈ ਨਾ, ਤੇ ਹੁਣ ਸਕਾਈ ਨਿਊਜ਼ ਪੰਜਾਬ ਤੇ ਵੀ ਇੰਟਰਵਿਊ ਦੇਣੀ ਪੈਣੀ ਹੈ। ਸੋ ਬਟ ਵਾਟ ਡੂ ਯੂ ਥਿੰਕ ਐਜ਼ ਅ ਯੂਥ, ਐਜ਼ ਅ ਯੰਗਸਟਰ, ਐਜ਼ ਅ ਜਰਨਲਿਸਟ, ਕੀ ਹੈ ਬਾਬਾ? ਮੈਨੂੰ ਕੋਈ ਕਿਸੇ ਚਮਤਕਾਰ ਤੇ, ਕਿਸੇ ਬਾਬੇ ਤੇ ਕੋਈ ਟਰਸਟ ਨਹੀਂ ਹੈਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਕੋਈ ਟੀਮ ਹੈ ਉਹਨਾਂ ਦੀ, ਕੋਈ, ਮੈਂ ਰਿਸਰਚ ਵੀ ਕਰ ਰਿਹਾ ਇਹਦੇ ਤੇ, ਹੋ ਸਕਦਾ ਆਪਾਂ ਐਕਸਪੋਜ਼ ਵੀ ਕਰੀਏ ਜਲਦੀ, ਕਿ ਬਾਬੇ ਦੀ ਕੋਈ ਟੀਮ ਹੈ, ਉਹ ਪਹਿਲੇ ਰਿਸਰਚ ਕਰਕੇ ਰੱਖਦੀ ਹੈ ਤੇ ਬਾਬੇ ਦੇ ਪਲਾਂਟਡ ਬੰਦੇ ਹੁੰਦੇ ਜਿਨ੍ਹਾਂ ਨੂੰ ਉੱਥੋਂ ਭੀੜ ਚੋਂ ਬੁਲਾਉਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਉਹਦੇ ਫਲਾਂ ਕੁਐਸਚਨਸ ਲਿਖੇ ਨੇ ਤੇ ਉਹੀ ਉਹ ਦੱਸ ਕੇ ਇੱਕ TRP ਗੇਨ ਕਰ ਰਹੇ ਨੇ। ਕੁਝ ਨਹੀਂ ਹੋਇਆ। ਇੱਕ ਮੁਹਾਵਰਾ ਹੈ ਕਿ ਪਬਲਿਸਿਟੀ ਹੋਣੀ ਚਾਹੀਦੀ ਹੈ, ਆਈਦਰ ਪੋਜ਼ਿਟਿਵ ਔਰ ਨੈਗੇਟਿਵ। ਤਾਂ ਬਾਬਾ ਆਪਣੀ ਪਬਲਿਸਿਟੀ ਚਾਹੁੰਦਾ ਹੈ, ਚਾਹੇ ਉਹ ਪੋਜ਼ਿਟਿਵ ਹੋ ਚਾਹੇ ਨੈਗੇਟਿਵ ਹੋ, ਉਹਨੂੰ ਮੈਟਰ ਨਹੀਂ ਕਰਦਾ। ਹਾਂ ਬਿਲਕੁਲ, ਔਰ ਖਬਰਾਂ 'ਚ ਬਣ ਗਿਆ ਔਰ ਲੱਗਦਾ ਹੈ ਬਾਬੇ ਦੀ PR ਟੀਮ ਬਹੁਤ ਅੱਛੀ ਹੈ ਜਿਹੜੀ ਇਸ ਤਰ੍ਹਾਂ ਭਾਵੇਂ ਨੈਗੇਟਿਵ ਪਬਲਿਸਿਟੀ ਹੋ ਰਹੀ ਹੈ ਮਗਰ ਉਹਦੀ ਚਰਚਾ ਕਰਵਾ ਰਹੇ ਨੇ। ਚਮਤਕਾਰ, ਇੱਕ ਪੋਪੂਲੇਸ਼ਨ, ਹਿਊਜ ਪੋਪੂਲੇਸ਼ਨ ਹੈ ਸਾਡੇ ਦੇਸ਼ ਦੀ ਜਿਹੜੀ, ਅੱਛਾ ਦੁਖੀ ਕੌਣ ਨਹੀਂ ਹੁੰਦਾ? ਹਰ ਇੱਕ ਤਰ੍ਹਾਂ ਦਾ, ਹਰ ਇੱਕ ਦੀ ਲਾਈਫ 'ਚ ਕੋਈ ਨਾ ਕੋਈ ਦੁੱਖ ਰਹਿੰਦਾ ਹੈ, ਕਿਉਂਕਿ ਇਟਸ ਅ ਪਾਰਟ ਆਫ ਲਾਈਫ। ਔਰ ਜਨਤਾ, ਆਮ ਇੱਕ ਇਨਸਾਨ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਮੈਨੂੰ ਐਸਕੇਪ ਮਿਲ ਜੇ, ਇਸ ਪ੍ਰੋਬਲਮ ਤੋਂ ਛੁਟਕਾਰਾ ਮਿਲ ਜੇ। ਇਸ ਇਮੋਸ਼ਨ ਦਾ ਫਾਇਦਾ ਉਹ ਬਾਬਾ ਉਠਾ ਰਿਹਾ ਹੈ ਔਰ ਬਹੁਤ ਸਾਰੇ ਬਾਬੇ ਇਦਾਂ ਪਾਸਟ 'ਚ ਵੀ ਉਠਾਉਂਦੇ ਆਏ ਨੇ। ਪਿੱਛੇ ਦੇਖੇ ਕੋਈ ਕਹਿੰਦਾ ਸੀ, ਇੱਕ ਬਾਬਾ ਕਹਿੰਦਾ ਸੀ ਟਿੱਕੀ ਖਾ ਲਓ, ਗੋਲ ਗੱਪੇ ਖਾ ਲਓ, ਮੇਰੇ ਨਾਮ ਨਹੀਂ ਧਿਆਨ ਚ ਆ ਰਿਹਾ। ਮਤਲਬ ਲੋਕਾਂ ਨੂੰ ਉਹੀ ਪਸੰਦ ਆਉਂਦਾ, ਗੋਲ ਗਲੇ ਵਾਲੀ ਕਮੀਜ਼ ਪਾ ਲਓ, ਤੁਹਾਨੂੰ ਕਿਰਪਾਣੀ ਸ਼ੁਰੂ ਹੋ ਜਾਏਗੀ, ਟੀ-ਸ਼ਰਟ ਪਾ ਲਓ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਇਦਾਂ ਦੇ ਬਾਬੇ ਉਸ ਇਮੋਸ਼ਨ ਨੂੰ ਯੂਜ਼ ਕਰਦੇ ਨੇ, ਅਬਿਊਜ਼ ਕਰਦੇ ਨੇ। ਆਮ ਜਨਤਾ 'ਚ ਕੌਣ ਨਹੀਂ ਹੈ ਜਿਹਦੇ ਘਰ ਕੋਈ ਦੁੱਖ ਨਹੀਂ ਹੈਗਾ? ਉਹ ਜਿਹੜੇ ਬੰਦੇ ਕਿਤੋਂ ਹੋਪ ਦੀ ਉਮੀਦ ਆਮ ਜਨਤਾ ਨੂੰ ਜਾਗਦੀ ਹੈ ਨਾ, ਤਾਂ ਉਹਨੂੰ ਲੱਗਦਾ ਕਿ ਸ਼ਾਇਦ ਮੇਰੀ ਜ਼ਿੰਦਗੀ ਵਿੱਚ ਚਮਤਕਾਰ ਹੋ ਜੇ। ਹੁਣ ਇਹ ਬਾਬਾ ਇੰਨਾ ਜ਼ਿਆਦਾ ਸਟੇਜ ਡਰਾਮਾ ਲੱਗ ਰਿਹਾ ਹੈ ਨਾ, ਤੁਸੀਂ ਸੋਚ ਕੇ ਚੱਲੋ ਕਿ ਏਦਾਂ ਪਹਿਲੀ ਵਾਰੀ ਨਹੀਂ ਹੋਇਆ ਕਿ ਕੋਈ ਬਾਬੇ ਨੇ ਪਲਾਂਟਡ ਚੀਜ਼ਾਂ ਕੀਤੀਆਂ ਹੋਣ। ਮਤਲਬ ਇਹ ਜਿੱਦਾਂ ਕੋਈ ਰਿਐਲਿਟੀ ਸ਼ੋਅ ਹੋ ਰਿਹਾ ਨਾ, ਉਦਾਂ ਪਲੈਨਿੰਗ ਕਰਦੇ ਆ ਇਹ ਲੋਕ ਕਿ ਜਿਹੜਾ ਸਵਾਲ ਲਿਆ ਹੋਏਗਾ, ਸਵਾਲ ਲੈ ਕੇ ਆਏਗਾ, ਉਹ ਵੀ ਮੇਰਾ ਹੀ ਬੰਦਾ ਹੋਏਗਾ, ਉਹਦੇ ਕਾਗਜ਼ ਤੇ ਕਿਹੜੇ ਰੰਗ ਨਾਲ, ਕਿਹੜੀ ਸ਼ਾਈ ਨਾਲ ਲਿਖਿਆ ਹੋਏਗਾ, ਉਹ ਮੈਨੂੰ ਪਹਿਲਾਂ ਹੀ ਪਤਾ ਹੋਏਗਾ। ਸੋ ਐਦਾਂ ਨਹੀਂ। ਔਰ ਅੱਜ ਕੱਲ ਤੇ ਤੁਸੀਂ, ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਦੀ ਜ਼ਿੰਦਗੀ ਦੇ ਵਿੱਚ ਝਾਂਕਣਾ ਕਿੰਨਾ ਔਖਾ ਰਹਿ ਗਿਆ। ਤੁਸੀਂ ਕਿਸੇ ਦੇ ਫੇਸਬੁੱਕ ਤੇ ਜਾ ਕੇ ਚੈੱਕ ਕਰ ਸਕਦੇ ਹੋ ਉਹਦੇ ਫਾਦਰ ਦਾ ਨਾਮ ਕੀ ਹੈ, ਉਹਦੇ ਮਦਰ ਦਾ ਨਾਮ ਕੀ ਹੈ, ਉਹਦਾ ਭਾਈ ਕੌਣ ਹੈ, ਉਹਦੀ ਵਾਈਫ ਕੌਣ ਹੈ, ਕਿੰਨਾ ਔਖਾ ਹੈ, ਉਹਦੇ ਸ਼ੌਂਕ ਕੀ ਨੇ, ਮੇਰੇ ਸ਼ੌਂਕ ਕੀ ਨੇ, ਮੇਰੇ ਫੇਸਬੁੱਕ ਤੇ ਪਏ ਨੇ, ਮੇਰੇ ਸੋਸ਼ਲ ਮੀਡੀਆ ਤੇ ਪਏ ਨੇ, ਉਹ ਕਿੰਨਾ ਔਖਾ ਹੈ। ਮੈਨੂੰ ਲੱਗਦਾ ਵੀ ਇਹ ਕੋਈ, ਮੈਨੂੰ ਲੱਗਦਾ ਮਤਲਬ ਐਜ਼ ਅ ਵਿਊਅਰ ਇੰਡੀਅਨ ਵੀ ਇਹ ਕੋਈ ਸਟੱਡੀ ਕਰਦੇ ਨੇ, ਇਹਨਾਂ ਦੀ ਕੋਈ ਟੀਮ ਹੋਣੀ। ਕਿੰਨਾ ਕੁ ਮੁਸ਼ਕਿਲ ਹੈ ਉਹ ਸਟੱਡੀ ਕਰਕੇ ਬੰਦੇ ਨੂੰ ਸਾਹਮਣੇ ਬਿਠਾ ਕੇ 10 ਬੰਦਿਆਂ ਨੂੰ
1 ਲੱਖ ਬੰਦੇ ਚੋਂ 10 ਬੰਦੇ ਬੁਲਾ ਲੈਣੇ, ਉਹਨਾਂ ਨੂੰ ਬੁਲਾ ਕੇ ਦੱਸ ਦੇਣਾ ਵੀ ਤੁਹਾਡੇ ਆਹ ਸ਼ੌਂਕ ਨੇ ਜੀ, ਆਹ ਤੁਹਾਡੇ ਕਾਗਜ਼ ਤੇ ਲਿਖਿਆ, ਆਹ ਤੁਹਾਡੇ ਸਵਾਲ ਨੇ, ਆਹ ਉਹਦਾ ਹੱਲ ਹੈ। ਮਤਲਬ ਕਿੰਨਾ ਦੇਖੋ ਟੈਕਨੀਕਲੀ ਨਾ ਬਾਬੇ ਨੇ ਬਹੁਤ ਫਾਇਦਾ ਉਠਾਇਆ ਸੋਸ਼ਲ ਮੀਡੀਆ ਦਾ। ਤੁਹਾਨੂੰ ਯਾਦ ਹੋਵੇਗਾ ਅਮਰੀਕਾ ਦੇ ਇਲੈਕਸ਼ਨ ਹੋਏ ਸੀ ਤੇ ਰੌਲਾ ਬਹੁਤ ਪਿਆ ਸੀਗਾ ਕਿ ਫੇਸਬੁੱਕ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਗਵਰਨਮੈਂਟਸ ਨੂੰ ਮੈਨੀਪੂਲੇਟ, ਲੋਕਾਂ ਦੇ ਦਿਮਾਗ ਨੂੰ ਮੈਨੀਪੂਲੇਟ ਕਰਨ ਲਈ, ਕਿਉਂਕਿ ਤੁਹਾਡੇ ਕੋਲ ਅੱਜ ਦੀ ਦੁਨੀਆ 'ਚ ਸਭ ਤੋਂ ਵੱਡਾ ਸਰਮਾਇਆ ਕੀ ਹੈ? ਡੇਟਾ, ਲੋਕਾਂ ਦੀ ਇਨਫੋਰਮੇਸ਼ਨ। ਲੋਕੀ ਇੰਟਰਨੈਟ ਤੇ, ਤੁਸੀਂ ਲੋਕ ਵੀ ਸ਼ਾਇਦ ਇਦਾਂ ਵੀ ਪਾ ਦਿੰਦੇ ਹੋ ਕਿ ਆਈ ਐਮ ਫੀਲਿੰਗ ਸੈਡ ਟੁਡੇ, ਜਾਂ ਮੇਰਾ ਪਿਆਰਾ ਅੱਜ ਦੂਰ ਗਿਆ ਹੈ ਮੇਰੇ ਤੋਂ, ਮਤਲਬ ਹਰ ਚੀਜ਼ ਤੁਸੀਂ ਦਿਲ ਦੀ ਖੋਲ ਕੇ ਸੋਸ਼ਲ ਮੀਡੀਆ ਤੇ ਰੱਖ ਦਿੰਦੇ ਹੋ। How difficult is it to put together the things? ਮਤਲਬ ਮੈਨੂੰ ਕੋਈ 15 ਮਿੰਟ ਦੇਵੇ ਤੇ ਸ਼ਾਇਦ ਮੈਂ ਕੋਮਲ ਦੇ ਦਿਲ 'ਚ ਕੀ ਚੱਲ ਰਿਹਾ ਅੱਜ, ਹੀ ਇਜ਼ ਫੀਲਿੰਗ ਸੈਡ ਔਰ ਹੈਪੀ, ਉਹ ਸਾਰਾ ਕੁਝ ਪਤਾ ਲਗਾ ਸਕਦੀ ਹਾਂ। ਸੋ ਕਿੰਨਾ ਕੁ ਮੁਸ਼ਕਿਲ ਹੈ। ਸੋ ਇਹ ਬਾਬੇ ਵੀ ਜਿੱਦਾਂ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਨੇ, ਆਨਲਾਈਨ ਰਜਿਸਟ੍ਰੇਸ਼ਨ ਕਰੋ, ਆ ਗਿਆ ਬੰਦੇ ਦਾ ਨਾਮ ਕੋਮਲ ਨੇ ਮੈਨੂੰ ਅੱਜ ਅਪਰੋਚ ਕੀਤਾ, ਮੋਬਾਈਲ ਨੰਬਰ ਆ ਗਿਆ, ਮੋਬਾਈਲ ਨੰਬਰ ਕੱਢ ਲਓ। ਅੱਜ ਕੱਲ ਇਹਦੀ ਪਰੇਸ਼ਾਨੀ ਕੀ ਚੱਲ ਰਹੀ ਹੈ? ਮੈਨੂੰ ਇਹ ਤੋਂ ਯਾਦ ਆਉਂਦਾ ਹੈ ਇੱਕ ਕੇਸ ਆਪਣੇ ਪੰਜਾਬ ਨੂੰ ਲੈ ਕੇ, ਬੜਾ ਜੀ ਖਬਰਾਂ 'ਚ ਆਇਆ, ਇੰਦਰਜੀਤ ਸਿੰਘ ਨਿੱਕੂ ਬਾਬਾ ਜੀ ਦੇ ਮੱਥਾ ਟੇਕਣ ਗਏ, ਉੱਥੇ ਅਥਰੂ ਬੜੇ ਆਏ ਉਹਨਾਂ ਨੂੰ, ਤੇ ਉਸ ਤੋਂ ਬਾਅਦ ਦਾ ਮਤਲਬ ਕਿਰਪਾਣੀ ਸ਼ੁਰੂ ਹੋ ਗਈ ਹੈ। ਹੁਣ ਕਿੰਨਾ ਕੁ ਮੁਸ਼ਕਿਲ ਹੈ ਇਹ ਕਹਿ ਪਾਣਾ ਬਾਬੇ ਲਈ। ਇਹ ਤੁਸੀਂ ਵੀ ਦੱਸ ਸਕਦੇ ਹੋ ਕਿ ਇੰਦਰਜੀਤ ਸਿੰਘ ਨਿੱਕੂ ਦੀ ਅੱਜ ਦੀ ਪਪੂਲੈਰਿਟੀ ਕੀ ਸੀ? ਐਂਡ ਇਟਸ ਆਲ ਰਾਈਟ। ਮਤਲਬ ਇੱਕ ਫੇਜ਼ ਹੁੰਦਾ ਹਰ ਇੱਕ ਸੈਲੀਬ੍ਰਿਟੀ ਦੀ ਲਾਈਫ 'ਚ, ਜਦੋਂ ਉਹ ਸਾਰੇ ਟਾਈਮ ਤੇ ਉੱਤੇ ਨਹੀਂ ਰਹਿਣਾ ਹੁੰਦਾ, ਕਦੀ ਕਦੀ ਹਾਂ ਉਹਦੀ ਸ਼ੈਲਫ ਲਾਈਫ ਖਤਮ ਹੋਣੀ ਹੁੰਦੀ ਹੈ, ਜਾਂ ਘਟਣਾ ਹੁੰਦਾ ਹੈ, ਜਾਂ ਨਵੇਂ ਚਿਹਰਿਆਂ ਨੇ ਅੱਗੇ ਆ ਜਾਣਾ ਹੁੰਦਾ ਹੈ। ਸੋ ਕਿੰਨਾ ਕੁ ਮੁਸ਼ਕਿਲ ਸੀ ਉਸ ਬਾਬੇ ਲਈ ਦੱਸਣਾ ਕਿ ਇੰਦਰਜੀਤ ਸਿੰਘ ਨਿੱਕੂ ਦੀ ਅੱਜ ਕੱਲ ਉਹਨਾਂ ਜ਼ਿਆਦਾ ਫੇਮ ਨਹੀਂ ਹੈ, ਤੇ ਹੁਣ ਇਹ ਮਤਲਬ ਕਿੰਨਾ ਕੁ ਔਖਾ ਹੈ। ਕੋਮਲ ਇਵਨ ਯੂ ਕੈਨ ਡੂ ਇਟ। ਐਗਜ਼ੈਕਟਲੀ, ਆ ਕੇ ਮੈਂ ਵੀ ਬਾਬਾ ਬਣ ਜਾਣਾ, ਮੈਂ ਵੀ ਇੰਦਰਜੀਤ ਨਿੱਕੂ ਜਾਂ ਕੋਈ ਸਿੰਗਰ ਬੁਲਾ ਕੇ ਉਹਨਾਂ ਦਾ ਖਬਰੇ ਆਪਣਾ ਦੀਵਾਨ ਲਾ ਲੈਣਾ, ਉਹਨਾਂ ਨੂੰ ਦੱਸ ਦੇਣਾ ਵੀ ਹੁਣ ਤੁਹਾਡਾ ਅੱਗੇ ਟਾਈਮ ਕੋਈ ਹੈ ਨਹੀਂ। ਬਿਲਕੁਲ ਬਿਲਕੁਲ। ਔਰ ਸਾਡੇ ਨਾਲ ਕੈਮਰਾ ਤੇ ਪਿੱਛੇ ਪ੍ਰਵੀਨ ਨੇ, ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਆ ਕੇ ਬਹਿ ਜਾਣਾ ਅੱਗੇ ਤੇ ਕਹਿਣਾ ਜੀ ਬਾਬਾ ਜੀ ਮੈਂ ਬੜਾ ਪਰੇਸ਼ਾਨ ਆ, ਤੇ ਹੱਥ 'ਚ ਕਾਗਜ਼ ਫੜਿਆ ਹੋਏਗਾ। ਹੁਣ ਪ੍ਰਵੀਨ ਦੇ ਬਾਰੇ ਤੁਸੀਂ ਸਭ ਕੁਝ ਜਾਣਦੇ ਹੋ, ਮੈਂ ਆਪਣੇ ਕੋਲ ਨੂੰ ਕੁਐਸਚਨਸ ਪਹਿਲਾਂ ਪਲਾਨ ਕਰਕੇ ਦਿੱਤੇ ਹੋਣਗੇ, ਮੈਂ ਉਹਨੂੰ ਬਿਠਾ ਕੇ ਕਹਿ ਦੂੰਗਾ ਵੀ ਤੇਰੇ ਮਨ 'ਚ 4 ਸਵਾਲ ਨੇ। ਕਿੰਨਾ ਕੁ ਮੁਸ਼ਕਿਲ ਹੈ। ਆਈ ਵਿਸ਼, ਆਈ ਪ੍ਰੇ, ਮੇਰੀ ਅਰਦਾਸ ਹੈ ਕਿ ਲੋਕੀ ਸਮਝਣ ਕਿ ਇਹਨਾਂ ਬਾਬਿਆਂ ਕੋਲ ਨਹੀਂ ਹੈ ਜਵਾਬ ਸਾਡੇ ਸਵਾਲਾਂ ਦੇ। ਆਪਣੇ ਅੰਦਰ ਆਪਣੇ ਮਨ ਨੂੰ ਟਟੋਲਣਾ ਜ਼ਰੂਰੀ ਹੈ। ਆਪਣੇ ਰੱਬ ਤੇ ਜੇ ਤੁਹਾਨੂੰ ਵਿਸ਼ਵਾਸ ਹੈ ਨਾ, ਤਾਂ ਕਿਸੇ ਬੰਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਹੈ। ਔਰ ਸਾਡੇ ਗੁਰੂਆਂ ਨੇ ਇੰਨੀਆਂ ਬਾਣੀਆਂ ਲਿਖ ਛੱਡੀਆਂ ਨੇ ਸਾਡੇ ਲਈ, ਉਹਦੇ ਅੰਦਰ ਸਾਰੇ ਜਵਾਬ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਟਾਈਮ ਇਵੈਂਚੁਅਲੀ ਪਾਸਿਸ, ਚੰਗਾ ਹੋ ਜਾਂ ਮਾੜਾ ਸਮਾਂ ਬੀਤ ਜਾਂਦਾ ਹੈ। ਸੋ ਇਹਨਾਂ ਇਹ ਬਾਬਿਆਂ ਦੇ ਚਮਤਕਾਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਲਾਈਫ ਆਪਣੇ ਆਪ 'ਚ ਇੱਕ ਚਮਤਕਾਰ ਹੈ। ਸਵੇਰੇ ਸੂਰਜ ਨਿਕਲਣਾ ਇੱਕ ਚਮਤਕਾਰ ਹੈ, ਸ਼ਾਮ ਨੂੰ ਢਲ ਜਾਣਾ ਉਹਦਾ ਚਮਤਕਾਰ ਹੈ। ਪ੍ਰਕਿਰਤੀ ਹੈ, ਨੈਚੁਰਲ ਪ੍ਰੋਸੈਸ ਹੈ ਸਾਰਾ। ਤੁਸੀਂ ਇਹਨਾਂ ਚਮਤਕਾਰਾਂ ਦੇ ਮਜ਼ੇ ਲਓ ਨਾ। ਕਿਹੜੇ ਚੱਕਰਾਂ 'ਚ ਪੈ ਰਹੇ ਹੋ? ਇੱਕ ਇਨਸਾਨ ਦੂਜੇ ਇਨਸਾਨ ਦੇ ਮੱਥੇ ਟੇਕ ਰਿਹਾ ਜਾ ਕੇ ਕਿ ਉਹ ਪਤਾ ਨਹੀਂ ਕੀ ਚਮਤਕਾਰ ਕਰ ਦੇਗਾ ਉਹਦੀ ਜ਼ਿੰਦਗੀ 'ਚ, ਉਹ ਕਾਹਦੇ ਲਈ ਚਾਹੀਦੇ ਨੇ? ਸੋ ਆਈ ਥਿੰਕ ਲੋਕਾਂ ਨੂੰ ਅਵੇਅਰ ਹੋਣਾ ਪਏਗਾ। ਪਰ ਮੈਂ ਦੋਸ਼ੀ ਠਹਿਰਾਵਾਂਗੀ ਸਾਰੇ ਨੈਸ਼ਨਲ ਸੋ ਕਾਲਡ ਪਲੇਟਫਾਰਮਸ ਨੂੰ, ਜਿਹੜੇ ਇਸ ਬੰਦੇ ਨੂੰ ਇੰਨੀ ਸਪੇਸ ਦੇ ਰਹੇ ਨੇ ਤੇ ਕੰਡੈਮ ਵੀ ਨਹੀਂ ਕਰ ਰਹੇ ਨੇ। ਕੰਡੈਮ ਵੀ ਨਹੀਂ ਕਰ ਰਹੇ। ਮੇਨ ਸਵਾਲ ਇਹ ਹੈ, ਜਿਹੜਾ ਕੰਡੈਮ ਕਰਦਾ, ਤੁਸੀਂ ਇੱਕ ਵੀਡੀਓ ਜ਼ਰੂਰ ਦੇਖਿਓ ਨਾ, ਬਾਗੇਸ਼ਵਰ ਬਾਬਾ ਜਿਹੜੇ ਦਰਿੰਦਰ ਨੇ ਬਾਬਾ, ਉਹ ਇੱਕ ਮੀਡੀਆ ਚੰਗੇ ਵੱਡੇ ਚੈਨਲ ਦੇ ਪੱਤਰਕਾਰ ਨੂੰ ਭਰੀ ਪਬਲਿਕ 'ਚ ਕਹਿ ਰਹੇ ਨੇ ਵੀ ਜੇ ਤੁਸੀਂ ਮੇਰੇ ਸਵਾਲ ਦਾ ਜਵਾਬ ਮੈਂ ਤੁਹਾਡਾ ਨਹੀਂ ਦੇ ਪਾਉਂਗਾ, ਮੈਂ ਤੁਹਾਨੂੰ ਪੁੱਠਾ ਟੰਗ ਦੂੰਗਾ। ਮਤਲਬ ਕਿਸ ਤਰ੍ਹਾਂ ਦੀ ਰਾਈਟ ਟੂ ਫਰੀडम ਰਹਿ ਗਈ, ਰਾਈਟ ਟੂ ਸਪੀਚ ਰਹਿ ਗਈ। ਇੱਕ ਮੀਡੀਆ ਪਰਸਨ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਮੈਂ ਪੁੱਠਾ ਟੰਗ ਦੂੰਗਾ ਪਬਲਿਕ ਨੂੰ। ਇਹਦੇ ਤੋਂ ਇੱਕ ਗੱਲ ਹੋਰ ਕੋਮਲ ਫਿਰ ਸਮਝ ਆਉਂਦੀ ਹੈ ਕਿ ਕਿਤੇ ਨਾ ਜਾਂ ਤਾਂ ਬਹੁਤ ਜ਼ਿਆਦਾ ਪੈਸਾ ਕਿਤੋਂ ਮਿਲ ਰਿਹਾ ਉਹਨਾਂ ਨੂੰ, ਕੋਈ ਬੈਨੀਫਿਟ ਮਿਲ ਰਿਹਾ ਹੋ ਸਕਦਾ, ਜਾਂ ਫਿਰ ਉਹਨਾਂ ਦੇ ਪਿੱਛੇ ਕੋਈ ਸ਼ਕਤੀਆਂ ਮਤਲਬ ਰੱਬੀ ਸ਼ਕਤੀਆਂ ਦੀ ਗੱਲ ਨਹੀਂ ਕਰ ਰਹੀ ਮੈਂ ਗੱਲ ਕਰ ਰਹੀ ਹਾਂ ਪੋਲੀਟੀਕਲ ਸ਼ਕਤੀਆਂ ਦੀ ਗੱਲ ਕਰ ਰਹੀ ਹਾਂ। ਕਿਉਂਕਿ ਇੰਨਾ ਜ਼ਿਆਦਾ ਫੁੰਕਾਰਨਾ ਕਿਸੇ ਦੀ ਸ਼ਾਇਦ ਹੀ ਹੋ ਸਕਦਾ ਹੈ। ਕੋਈ ਆਮ ਮਾੜਾ ਧੜਾ ਬੰਦਾ ਇਦਾਂ ਦੀ ਗੱਲ ਕਰਦਾ ਹੀ ਨਹੀਂ। ਸਿਆਣਾ ਬੰਦਾ ਤਾਂ ਬਿਲਕੁਲ ਹੀ ਇਦਾਂ ਦੀ ਗੱਲ ਨਹੀਂ ਕਰਦਾ। ਬਿਲਕੁਲ ਹੰਕਾਰ ਜਾਂ ਪਾਵਰ ਹੋ ਸਕਦੀ ਹੈ। ਹੰਕਾਰਿਆ ਸੋ ਮਾਰਿਆ। ਔਰ ਸਾਡਾ ਕਿਹੜਾ, ਤੁਸੀਂ ਕੋਈ ਧਰਮ ਗ੍ਰੰਥ ਚੁੱਕ ਕੇ ਦੇਖ ਲਓ, ਕਿੱਥੇ ਹੰਕਾਰ ਦਾ ਜ਼ਿਕਰ ਹੈ? ਇਹ ਕਿੱਥੋਂ ਉਪਜ ਗਏ ਨੇ ਬਾਬੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੈ? ਸਾਡੇ ਇੰਨੇ ਵਧੀਆ ਸਕ੍ਰਿਪਚਰ ਸਾਡੇ ਕੋਲ ਨੇ, ਜੇ ਅਸੀਂ ਉਹਨਾਂ ਨੂੰ ਪੜ੍ਹੀਏ ਸਾਰੇ ਜਵਾਬ ਮਿਲ ਜਾਂਦੇ ਨੇ, ਸਾਰੇ ਚਮਤਕਾਰ ਉਹਦੇ 'ਚ ਨਜ਼ਰ ਆਉਂਦੇ ਨੇ। ਜੀ ਬਿਲਕੁਲ। ਚਲੋ ਹੁਣ ਬਾਬਿਆਂ ਤੋਂ ਹਟ ਕੇ ਆਪਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ। ਖਬਰ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਵੱਲੋਂ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਪਹਿਲਾਂ ਵੀ ਖਬਰਾਂ ਸਾਹਮਣੇ ਆਈਆਂ, ਲੇਕਿਨ ਮਿਲਿਆ ਕੱਖ ਨਹੀਂ। ਸਿਰਫ ਜੁਆਇਨ ਕਰਕੇ ਇੱਕ ਸਟੈਚੂ ਬਣਾ ਕੇ ਬਿਠਾ ਦਿੱਤਾ ਗਿਆ। ਲੇਕਿਨ ਹੁਣ ਮਹਾਰਾਸ਼ਟਰ ਦੇ ਗਵਰਨਰ ਵਜੋਂ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕ ਸਕਦੇ ਨੇ। ਕਿਵੇਂ ਦੇਖਦੇ ਹੋ? ਦੇਖੋ ਚੰਗੀ ਗੱਲ ਹੈ। ਉਹਨਾਂ ਦੀ ਸ਼ਾਇਦ ਜਿਹੜੀ ਇੱਕ ਆਮ ਆਵਾਮ ਦੀ ਗੱਲ ਕਰੀਏ ਜਾਂ ਕਾਂਗਰਸ ਦੇ ਉਹਨਾਂ ਦੇ ਪੁਰਾਣੇ ਸਾਥੀਆਂ ਦੀ ਗੱਲ ਕਰੀਏ, ਤੇ ਉਹਨਾਂ ਦਾ ਪਰਸਪੈਕਟਿਵ ਤੇ ਇਹੀ ਨਿਕਲ ਕੇ ਆ ਰਿਹਾ ਹੈ ਕਿ ਕੁਰਸੀ ਉਹਨਾਂ ਨੂੰ ਬੜੀ ਚੰਗੀ ਲੱਗਦੀ ਹੈ। ਜੀ, ਕੁਰਸੀ ਹੋਣੀ ਚਾਹੀਦੀ ਹੈ। ਕੁਰਸੀ ਕਿਹਨੂੰ ਨਹੀਂ ਚੰਗੀ ਲੱਗਦੀ ਹੈ? ਕੋਈ ਨਹੀਂ, ਉਹਨਾਂ ਦੀ ਤੇ ਖਾਸ ਤੌਰ ਤੇ ਇੱਕ ਬੜੀ ਜ਼ਿਆਦਾ ਉਹਨਾਂ ਦੀ ਜਿਹੜੀ ਆਪਣੇ ਆਪ ਨੂੰ ਮੂੰਹ ਬੋਲੀ ਭੈਣ ਨੇ ਰਜਿੰਦਰ ਕੌਰ ਭੱਠਲ ਜੀ, ਉਹ ਵੀ ਬਹੁਤ ਵਾਰ ਕਹਿੰਦੇ ਨੇ ਕਿ ਵੀ ਬਹੁਤ ਜ਼ਿਆਦਾ
ਉਹਨਾਂ ਦਾ ਰਹਿੰਦਾ ਐਗਰੈਸਿਵਨੈਸ ਕਿ ਉਹ ਕੁਰਸੀ ਪਿਆਰ ਕਰਦੇ ਨੇ ਕੁਰਸੀ ਨੂੰ, ਠੀਕ ਹੈ ਨਾ, ਉਹਦੇ ਲਈ ਉਹ ਬਹੁਤ ਜ਼ਿਆਦਾ ਮਿਹਨਤ ਵੀ ਕਰਦੇ ਨੇ ਸ਼ਾਇਦ, ਤੇ ਉਹਦਾ ਹੀ ਇੱਕ ਰਿਜ਼ਲਟ ਹੈ, ਇੱਕ ਰਿਵਾਰਡ ਹੈ ਸ਼ਾਇਦ ਜਿਹੜਾ ਬੀਜੇਪੀ ਸਰਕਾਰ ਉਹਨਾਂ ਨੂੰ ਦੇਣਾ ਚਾਹ ਰਹੀ ਹੈ ਕਿ ਤੁਸੀਂ ਸਾਡੇ ਨਾਲ ਮੌਕੇ ਤੇ ਆਏ, ਤੁਸੀਂ ਕਾਂਗਰਸ ਨੂੰ ਦਗਾ ਦਿੱਤਾ ਤੇ ਇਸ ਕਰਕੇ ਅਸੀਂ ਤੁਹਾਨੂੰ ਹੁਣ ਨਵਾਜ਼ ਰਹੇ ਹਾਂ ਇਨਾਮ ਨਾਲ, ਤੁਸੀਂ ਬੜਾ ਲੰਬਾ ਤੁਹਾਨੂੰ ਇੰਤਜ਼ਾਰ ਵੀ ਕਰਾਇਆ ਬਿਫੋਰ ਗਿਵਿੰਗ ਐਨੀਥਿੰਗ। ਸੋ ਹੋ ਸਕਦਾ ਹੈ ਕਿ ਇੱਕ ਤਰ੍ਹਾਂ ਦੀ ਰਿਵਾਰਡ ਗਿਵਿੰਗ ਟੈਕਨੀਕ ਹੋਏ ਬੀਜੇਪੀ ਦੀ, ਕਿਉਂਕਿ ਇਮਾਨਦਾਰੀ ਉਹਨਾਂ ਦੇ ਪ੍ਰਤੀ ਦਿਖਾਈ ਹੈ ਤੇ ਉਹਦਾ ਫਲ ਮਿਲ ਰਿਹਾ। ਭਗਤ ਸਿੰਘ ਕੋਸ਼ਿਆਰੀ ਜਿਹੜੇ ਹੁਣ ਦੇ ਗਵਰਨਰ ਨੇ, ਉਹਨਾਂ ਨੇ ਕਹਿ ਦਿੱਤਾ ਮਹਾਰਾਸ਼ਟਰ ਦੇ ਕਿ ਵੀ ਮੈਂ ਨਹੀਂ ਕਰਨਾ ਚਾਹੁੰਦਾ, ਹੁਣ ਮੈਂ ਆਪਣੇ ਪਿੰਡ ਜਾਣਾ ਚਾਹੁੰਦਾ, ਉੱਥੇ ਜਾ ਕੇ ਆਰਾਮ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦਾ। ਲੱਗਦਾ ਕਿ ਇਹ ਬਿਲਕੁਲ ਨੈਚੁਰਲ ਪ੍ਰੋਸੈਸ ਹੈ ਕਿ ਭਗਤ ਸਿੰਘ ਕੋਠਿਆਰੀ ਜੀ ਦਾ ਤੁਸੀਂ ਨਾਮ ਲਿੱਤਾ ਮਹਾਰਾਸ਼ਟਰ ਦੇ ਗਵਰਨਰ ਨੇ, ਆਟੋਮੈਟਿਕਲੀ ਉਹਨਾਂ ਦੇ ਦਿਮਾਗ 'ਚ ਆ ਗਿਆ ਵੀ ਮੈਂ ਹੁਣ ਆਪਣੇ ਪਿੰਡ ਚਲਾ ਜਾਣਾ ਤੇ ਮੈਂ ਅਸਤੀਫਾ ਦੇ ਦੇਣਾ। ਨਹੀਂ, ਬਿਲਕੁਲ ਆਰਗੈਨਿਕ ਨਹੀਂ ਹੈ। ਉਹਨਾਂ ਨੂੰ ਪਿੱਛੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ, ਭਾਵੇਂ ਸ਼ਿਵ ਸੈਨਾ ਹੋਵੇ ਜਾਂ ਉੱਥੋਂ ਦੀ ਜਿਹੜੀ ਕੋਲੀਸ਼ਨ ਗਵਰਨਮੈਂਟ ਹੈ, ਉਹਨਾਂ ਵੱਲੋਂ ਬਹੁਤ ਜ਼ਿਆਦਾ ਕ੍ਰਿਟਿਕ ਸਹਿਣਾ ਪੈ ਰਿਹਾ। ਔਰ ਇਦਾਂ ਵੈਸੇ ਹਰ ਗਵਰਨਰ ਨਹੀਂ ਹੁੰਦਾ, ਕਿਉਂਕਿ ਜਿਹੜੀ ਸਟੇਟ ਜਦੋਂ ਸੈਂਟਰ ਗਵਰਨਮੈਂਟ ਹੋਰ ਹੋਵੇ ਤੇ ਸਟੇਟ ਗਵਰਨਮੈਂਟ ਹੋਰ ਹੋਵੇ ਤੇ ਇਹ ਆਪਸ 'ਚ ਕਦੀ ਵੀ ਬਣਦੀ ਨਹੀਂ ਹੈ। ਆਪਾਂ ਦਿੱਲੀ ਦੇਖ ਲਈਏ, ਆਪਾਂ ਪੰਜਾਬ ਦੇਖ ਲਈਏ, ਇਹ ਤਾਂ ਮਤਲਬ ਕਹਿੰਦੇ ਨਾ ਕਿ ਬੀਜੇਪੀ ਇੱਕ ਤਰ੍ਹਾਂ ਜਾਂ ਸੈਂਟਰ ਗਵਰਨਮੈਂਟ ਆਪਣਾ ਮੋਨੀਟਰ ਬਿਠਾਉਂਦੀ ਹੈ ਜੀ, ਬਿਲਕੁਲ ਕਿਸੇ ਵੀ ਸਟੇਟ 'ਚ, ਕਿ ਮਤਲਬ ਇੰਪੋਰਟੈਂਸ ਬਣੀ ਰਹੇ ਸੈਂਟਰ ਗਵਰਨਮੈਂਟ, ਮਤਲਬ ਕਿਸੇ ਤਰ੍ਹਾਂ ਅਸੀਂ ਲੱਤ ਉੱਤੇ ਰੱਖ ਸਕੀਏ। ਉਹ ਇੱਕ ਸਟ੍ਰੈਟਜੀ ਹੁੰਦੀ ਹੈ ਉਹਨਾਂ ਦੀ ਕਿ ਆਪਣਾ ਨੁਮਾਇੰਦਾ ਇੱਕ ਜ਼ਰੂਰ ਉੱਥੇ ਹੋਵੇ। ਸੋ ਉਸ ਤਰ੍ਹਾਂ ਇਸ ਕਰਕੇ ਜਿਹੜੀ ਸਟੇਟ ਦੇ ਵਿੱਚ ਸੈਂਟਰ ਵਾਲੀ ਗਵਰਨਮੈਂਟ ਨਾ ਹੋਵੇ, ਉੱਥੇ ਖਿੱਚਤਾਨ ਤੇ ਬਣੀ ਰਹਿਣੀ ਹੈ। ਸੋ ਇਹ ਸ਼ਾਇਦ ਸ਼ਕਤੀ ਦਾ ਸੰਤੁਲਨ ਕਰਨਾ ਚਾਹੁੰਦੇ ਸੈਂਟਰ ਵਾਲੇ, ਉੱਥੇ ਆਪਣਾ ਬੰਦਾ ਹਮੇਸ਼ਾ ਰੱਖ ਕੇ, ਔਰ ਉੱਥੋਂ ਦੀ ਸਟੇਟ ਗਵਰਨਮੈਂਟ ਜੇ ਹੋਰ ਕੋਈ ਹੋਵੇ ਤੇ ਉਹਨਾਂ ਦੀ ਕਦੀ ਬਣਨੀ ਨਹੀਂ ਹੁੰਦੀ। ਸੋ ਇਹ ਹੋ ਸਕਦਾ ਸਿਰਫ ਇੱਕ ਰਿਵਾਰਡ ਸੈਰੇਮਨੀ ਟਾਈਪ ਆਪਾਂ ਇਹਨੂੰ ਸਮਝੀਏ ਕੈਪਟਨ ਅਮਰਿੰਦਰ ਸਿੰਘ ਦੀ ਨੂੰ। ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਵੈਸੇ ਕੈਪਟਨ ਅਮਰਿੰਦਰ ਸਾਹਿਬ ਦੀ ਜਰਨੀ ਨੂੰ? ਕਿਉਂਕਿ ਐਜ਼ ਅ ਸੀਐਮ 4.5 ਸਾਲ ਪਿੱਛੇ ਕੁਝ ਨਹੀਂ ਕੀਤਾ, ਸਾਰੀ ਦੁਨੀਆ ਤਰਾਹੀ ਮਾਮ ਕਰਦੀ ਰਹੀ, ਤੇ ਫਿਰ ਲਾਸਟ ਵਾਲੇ ਕੁਝ ਮਹੀਨਿਆਂ 'ਚ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਟਾਟਾ ਬਾਏ ਬਾਏ ਕਰ ਦਿੱਤਾ ਗਿਆ, ਤੇ ਫਿਰ ਯੂ ਹਾਰਟ ਬ੍ਰੋਕਨ ਕਿ ਉਹ ਇਹ ਤੇ ਕਾਂਗਰਸ ਦੇ ਸੀਗੇ, ਇਹ ਤੇ ਜਾ ਕੇ ਬੀਜੇਪੀ ਦੀ ਗੋਦ 'ਚ ਬਹਿ ਗਏ? ਜੀ ਨਹੀਂ, ਮੇਰਾ ਹਾਰਟ ਤਾਂ ਨਹੀਂ ਕੋਈ ਬ੍ਰੋਕ ਹੋਇਆ। ਸ਼ੌਕ ਸੀ? ਸ਼ੌਕ ਜ਼ਰੂਰ ਸੀਗਾ। ਮੈਨੂੰ ਬੀਜੇਪੀ 'ਚ ਗਏ ਉਸ ਦਿਨ ਸ਼ੌਕ ਨਹੀਂ ਲੱਗਿਆ, ਪਰ ਜਿਸ ਦਿਨ ਸੀਐਮ ਚੇਅਰ ਤੋਂ ਉਤਾਰਿਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ, ਉਸ ਦਿਨ ਜ਼ਰੂਰ ਸ਼ੌਕ ਲੱਗਿਆ, ਕਿਉਂਕਿ ਅਕਸਰ ਐਦਾਂ ਨਹੀਂ ਹੁੰਦਾ। ਜਿਹੜਾ 4.5 ਸਾਲ ਸੀਐਮ ਰਹਿ ਲਿਆ, ਉਸ ਤੋਂ ਬਾਅਦ ਤੁਸੀਂ 3 ਮਹੀਨੇ ਲਈ ਅਗਰ ਕੋਈ ਡੰਮੀ ਸੀਐਮ ਬਣਾਓਗੇ ਵੀ, ਤਾਂ ਵੀ ਤੁਹਾਡੀ ਪਾਰਟੀ ਜਿਹੜੀ ਹੈ, ਤੁਹਾਡੀ ਕਾਂਗਰਸ ਕਲਚਰ ਹੈ, ਤੁਸੀਂ ਦੇਖਦੇ ਹੋ ਕਾਂਗਰਸ ਹਾਈ ਕਮਾਂਡ ਤੋਂ ਚੱਲਦੀ ਹੈ। ਅਕਸਰ ਆਮ ਆਦਮੀ ਪਾਰਟੀ ਨੂੰ ਕਿਹਾ ਜਾਂਦਾ ਹੈ ਕਿ ਦਿੱਲੀੋਂ ਚਲਾਇਆ ਜਾਂਦਾ ਹੈ, ਪਰ ਜੇ ਤੁਸੀਂ ਪ੍ਰੈਕਟੀਕਲੀ ਦੇਖੋ ਤਾਂ ਕਾਂਗਰਸ ਵੀ ਹਾਈ ਕਮਾਂਡ ਤੋਂ ਚੱਲਦੀ ਹੈ। ਬਿਨਾਂ ਹਾਈ ਕਮਾਂਡ ਦੀ ਮਨਜ਼ੂਰੀ ਤੋਂ ਕਾਂਗਰਸ ਦੇ ਵਿੱਚ ਪੱਤਾ ਨਹੀਂ ਹਿਲਦਾ। ਚਾਹੇ ਸੀਐਮ ਲਾਣਾ ਤਾਂ ਲਾਣਾ ਜਾਂ ਤਾਰਨਾ ਬਹੁਤ ਵੱਡੀ ਗੱਲ ਹੈ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਣਾ ਹੀ ਮੇਰਾ ਜੋ ਵਿਊ ਪੁਆਇੰਟ ਹੈ, ਕਾਂਗਰਸ ਦਾ ਵੱਡਾ ਫੇਲਿਅਰ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰਨ ਦਾ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਟਾਈਮ ਨਹੀਂ ਕਰ ਦਿੰਦੇ, ਜਾਂ 2 ਸਾਲ ਤੇ ਕਰ ਦਿੰਦੇ, ਜਦੋਂ 3-4 ਮਹੀਨੇ ਰਹਿ ਗਏ ਤੁਹਾਡੇ। ਨਵਾਂ ਸੀਐਮ ਕਦੋਂ ਸਮਝੇਗਾ? ਸੀਐਮ ਚੰਨੀ ਰਹੇ, ਉਹ ਕਿੰਨੀ ਕੁ ਦੇਰ 'ਚ ਉਹਨਾਂ ਨੂੰ ਸਮਝਣ 'ਚ ਉਹਨਾਂ ਟਾਈਮ ਲੱਗ ਗਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਪਰਫਾਰਮ ਨਹੀਂ ਕਰਦੀ। ਅੱਛਾ, ਸੀਐਮ ਚੰਨੀ ਦੀ ਗੱਲ ਕਰਤੀ ਹੈ ਤਾਂ ਫਿਰ ਮੈਨੂੰ ਯਾਦ ਆਉਂਦਾ ਕਿ ਸੀਐਮ ਚੰਨੀ ਲਈ ਨਾ ਸਿਰਫ ਥੋੜਾ ਟਾਈਮ ਸੀਗਾ, ਬਲਕਿ ਇੱਕ ਹੋਰ ਮੁਸੀਬਤ ਸੀ ਜਿਹਦਾ ਨਾਮ ਹੈ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਕਾਟੋ ਕਲੇਸ਼। ਐਗਜ਼ੈਕਟਲੀ। ਸੋ ਕਹਿਣ ਦਾ ਮਤਲਬ ਇਹ ਕਿ ਇਹਨਾਂ ਦੀ ਟਾਈਮਿੰਗ ਤੇ ਜ਼ਰੂਰ ਉੱਠਦਾ ਸਵਾਲ, ਮਗਰ ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ 'ਚ ਜਾਣਾ, ਹਾਊ ਡੂ ਯੂ ਟੇਕ ਦੈਟ? ਐਂਡ ਤੁਹਾਨੂੰ ਲੱਗਦਾ ਹੈ ਕਿ ਗਵਰਨਰ ਉਹਨਾਂ ਨੂੰ ਖੁਸ਼ ਕਰਨ ਲਈ ਬਣਾਇਆ ਜਾ ਰਿਹਾ, ਜਿੱਦਾਂ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਲਈ ਇੱਕ ਉਹ ਹੈ ਪ੍ਰਾਈਜ਼? ਤੁਹਾਨੂੰ ਲੱਗਦਾ ਹੋਏਗਾ ਕਿ ਉਹਨਾਂ ਲਈ ਪ੍ਰਾਈਜ਼ ਹੈ, ਲੇਕਿਨ ਮੈਨੂੰ ਆਪੋਜ਼ਿਟ ਵਿਊਜ਼ ਨੇ ਮੇਰੇ। ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਛਵੀ ਘਟ ਰਹੀ ਹੈ। ਜਦ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਚ ਸੀਗੇ, ਟੌਪ 10 ਲੀਡਰਸ ਇੰਡੀਆ 'ਚ ਉਹਨਾਂ ਦਾ ਨਾਮ ਸੀ। ਮੈਂ ਇੱਥੇ ਐਡ ਕਰਾਂਗੀ, ਮੈਨੂੰ ਲੱਗਦਾ ਘਟ ਨਹੀਂ ਰਹੀ ਹੈ, ਖਤਮ ਹੋ ਚੁੱਕੀ ਹੈ ਆਮ ਜਨਤਾ ਦੇ ਲਈ, ਕਿਉਂਕਿ ਉਹ ਇੱਕ ਸਧਾਰਨ ਭਾਸ਼ਾ 'ਚ ਜਨਤਾ ਦੀ ਲੈਂਗੁਏਜ 'ਚ ਕਹੀਏ ਤੇ ਚੱਲਿਆ ਹੋਇਆ ਕਾਰਤੂਸ। ਨਾਲੇ ਹੁਣ ਉਹਨਾਂ ਦੀ ਵੈਸੇ ਮੈਂ ਗੱਲ ਕਵਾਂ ਐਜ਼ ਅ ਲੇਮੈਨ, ਐਜ਼ ਅ ਵਿਊਅਰ, ਉਹਨਾਂ ਨੂੰ ਇੱਕ ਨਾ ਰਿਸਪੈਕਟੇਬਲ ਜਗ੍ਹਾ ਤੇ ਆ ਕੇ ਰਿਟਾਇਰਮੈਂਟ ਹੀ ਲੈ ਜਾਣੀ ਚਾਹੀਦੀ ਸੀ। ਹੋਣੀ ਵੀ ਚਾਹੀਦੀ ਹੈ। ਪੰਜਾਬ ਪੋਲਿਟਿਕਸ, ਜੇ ਇਹ ਵੀ ਤੁਹਾਡਾ ਬਹੁਤ ਵੱਡਾ ਪੁਆਇੰਟ ਹੈ, ਪੰਜਾਬ ਪੋਲਿਟਿਕਸ ਦੇ ਵਿੱਚ ਇਹ ਬੜਾ ਪ੍ਰੋਬਲਮ ਹੈ ਕਿ ਫੈਮਿਲੀ ਕਲਚਰ ਹੀ ਨਹੀਂ ਖਤਮ ਹੁੰਦਾ, ਰਿਟਾਇਰਮੈਂਟ ਹੀ ਨਹੀਂ ਲੈਂਦਾ ਕੋਈ। ਪ੍ਰਕਾਸ਼ ਸਿੰਘ ਬਾਦਲ ਦੇਖੋ ਅੱਜ ਵੀ ਪੋਲਿਟਿਕਸ ਐਕਟਿਵ ਨੇ। ਇਹਦੇ ਤੇ ਤਾਂ ਇੰਨਾ ਜ਼ਿਆਦਾ ਜ਼ਰੂਰਤ ਹੈ ਗੱਲਬਾਤ ਕਰਨ ਦੀ ਕਿ ਦੇਖੋ ਤੁਹਾਡੇ ਘਰ ਦੇ ਵਿੱਚ ਜਾਂ ਮੇਰੇ ਘਰ ਦੇ ਵਿੱਚ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਰਹੇ ਨੇ, ਸਾਡੇ ਮਾਪਿਆਂ ਨੂੰ ਰਿਟਾਇਰ ਕਰ ਦਿੰਦੇ ਨੇ ਕੇਸ ਤੇ, ਆਪ ਕਦੇ ਰਿਟਾਇਰ ਹੀ ਨਹੀਂ ਹੁੰਦੇ। ਪੋਲਿਟਿਕਸ 'ਚ ਕੋਈ ਰਿਟਾਇਰਮੈਂਟ ਹੀ ਨਹੀਂ ਹੈ, ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਤਾਂ ਕਰਕੇ ਜਿਹੜਾ ਯੂਥ ਹੈ ਉਹ ਪੋਲਿਟਿਕਸ 'ਚ ਪੈਰ ਰੱਖਣ ਨੂੰ ਡਰਦਾ ਹੈ। ਇਹਦੇ ਤੇ ਆਪਾਂ ਕਦੀ ਡਿਟੇਲ 'ਚ ਗੱਲ ਕਰਾਂਗੇ ਕਿਉਂਕਿ ਇਹ ਵੱਡਾ ਮੁੱਦਾ ਹੈ। ਫਿਲਹਾਲ ਵਾਪਸ ਆਨੇ ਆ ਕੈਪਟਨ ਅਮਰਿੰਦਰ ਸਿੰਘ। ਮੈਨੂੰ ਲੱਗਦਾ ਹੈ ਕਿ ਇਹ ਪ੍ਰਾਈਜ਼ ਹੈ ਉਹਨਾਂ ਲਈ, ਕਿਉਂਕਿ ਦਿਸ ਇਜ਼ ਦ ਬੈਸਟ ਹੀ ਕੁਡ ਡੂ ਰਾਈਟ ਨਾਓ। ਮੈਨੂੰ ਲੱਗਦਾ ਹੈ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ 'ਚ ਸੀਗੇ, ਸੀਐਮ ਰਹੇ ਨੇ, ਉਸ ਦੇ ਨਾਲ ਹੀ
ਇੰਡੀਆ 'ਚ ਜੇ ਗੱਲ ਕਰ ਲਈਏ ਕਾਂਗਰਸ 'ਚ ਟੌਪ 10 ਲੀਡਰਸ 'ਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਆਉਂਦਾ ਸੀ, ਪਰ ਅੱਜ ਜੇ ਬੀਜੇਪੀ ਦੀ ਟੌਪ 80 ਦੀ ਲਿਸਟ ਹੈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਆ ਰਿਹਾ, ਤਾਂ ਕੈਪਟਨ ਅਮਰਿੰਦਰ ਸਿੰਘ ਲਈ ਇਹ ਕੋਈ ਬੜੀ ਮਾਣ ਵਾਲੀ ਗੱਲ ਨਹੀਂ ਹੈਗੀ ਵੀ ਟੌਪ 10 ਚੋਂ ਟੌਪ 80 'ਚ ਗਏ ਨੇ। ਉਹ ਕੋਈ ਉਹਨਾਂ ਦੀ ਛਵੀ ਸੁਧਰੀ ਨਹੀਂ ਹੈਗੀ। ਆਪਾਂ ਮੈਨੂੰ ਸਿਰਫ ਇਹ ਲੱਗਦਾ ਹੈ ਕਿ ਹੁਣ ਨਾ ਉਹ ਸ਼ਾਇਦ ਖੁਦ ਵੀ ਸੁਧਾਰਨ ਜਾਂ ਮੈਂ ਬਣਿਆ ਰਵਾਂ ਰੈਲੇਵੈਂਟ, ਇਹਦੀ ਉਹਨਾਂ ਨੂੰ ਰਹਿ ਨਹੀਂ ਗਈ ਹੋਏਗੀ ਜਿਸ ਉਮਰ ਦੇ ਪੜਾਵ 'ਚ ਨੇ ਉਹਨਾਂ ਦਾ ਬਸ ਇਹੀ ਹੋਏਗਾ ਕਿ ਕੁਰਸੀ ਹੋਣੀ ਚਾਹੀਦੀ ਹੈ, ਪਰ ਉਹ ਇਹਦੀ ਕੁਰਸੀ ਦਾ ਚਾਹੀਦਾ ਹੈ। ਫਾਇਦਾ ਕੀ ਜੇ ਤੁਸੀਂ ਗਵਰਨਰ ਲੱਗ ਜਾਂਦੇ ਹੋ ਮਹਾਰਾਸ਼ਟਰ ਦੇ, ਤੁਸੀਂ ਕਦੀ ਮਹਾਰਾਸ਼ਟਰ ਗਏ ਨਹੀਂ, ਤੁਹਾਡਾ ਲੈਣ ਨਹੀਂ ਦੇਣ ਨਹੀਂ, ਤੁਸੀਂ ਪੰਜਾਬ 'ਚ ਜੰਮੇ, ਪੰਜਾਬ 'ਚ ਰਹੇ, ਅੱਜ ਜੇ ਮਹਾਰਾਸ਼ਟਰ ਦੇ ਗਵਰਨਰ ਦੀ ਕੁਰਸੀ ਤੁਸੀਂ ਬਹਿ ਜਾਂਦੇ ਹੋ, ਉਹ ਤਾਂ ਸਿਰਫ ਕੁਰਸੀ ਮੱਲਣ ਦਾ ਹੀ ਕੰਮ ਹੋਇਆ ਨਾ, ਉਸ 'ਚ ਤੁਸੀਂ ਮਹਾਰਾਸ਼ਟਰ ਲਈ ਕੀ ਕਰੋਗੇ, ਅੱਛਾ ਇਹ ਵੀ ਹੋ ਸਕਦਾ, ਕੀ ਕਰੋਗੇ। ਅੱਛਾ ਇਹ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ। ਹੋ ਸਕਦਾ ਹੈ ਕਿ ਇੱਕ ਤਰ੍ਹਾਂ ਨਾਲ ਬੀਜੇਪੀ ਇਹ ਦਿਖਾ ਰਹੀ ਹੋਏ ਕਿ ਤੁਹਾਡਾ ਅਸੀਂ ਇਸ ਤੋਂ ਜ਼ਿਆਦਾ ਕੋਈ ਇਸਤੇਮਾਲ ਨਹੀਂ ਕਰਨਾ। ਪੰਜਾਬ ਦੇ ਵਿੱਚ ਬੀਜੇਪੀ ਪੂਰੇ ਤਰਾਣ ਲਗਾ ਰਹੀ ਹੈ, ਭਾਵੇਂ ਉਹ ਕਾਂਗਰਸ ਦੇ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਜਾਵੇ, ਉਹ ਕੋਸ਼ਿਸ਼ ਕਰ ਰਹੀ ਹੈ ਕਿ ਆਪਣਾ ਇੱਕ ਸਟਰਕਚਰ ਬਣਾ ਸਕੇ। ਬੀਜੇਪੀ ਇਹਦਾ ਮਤਲਬ ਹੈ ਬੀਜੇਪੀ ਨੇ 2024 ਲਈ ਤਿਆਰੀ ਕਰ ਰਹੀ ਹੈ, ਔਰ ਬੀਜੇਪੀ ਨੇ ਕਲੀਅਰ ਕਰਤਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਹਾਡੀ ਲੋੜ ਨਹੀਂ ਹੈ, ਤੁਹਾਡੀ ਲੋੜ ਨਹੀਂ ਹੈ, ਪੰਜਾਬ ਤੋਂ ਤੁਸੀਂ ਕਿਨਾਰਾ ਕਰਨਾ ਚਾਹੁੰਦੇ ਹੋ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਇੱਕ ਤਰੀਕੇ ਨਾਲ ਕਿਨਾਰਾ ਕਰਵਾਤਾ ਤੇ ਅਗਲੇ ਨੂੰ ਬੁਰਾ ਵੀ ਨਾ ਲੱਗੇ, ਸੀਨੀਅਰ ਬੰਦਾ ਹੈ ਤੇ ਉਹਨਾਂ ਨੂੰ ਗਵਰਨਰ ਬਣਾ ਦਿੱਤਾ। ਤਾਂ ਉਹੀ ਗੱਲ ਹੁੰਦੀ ਹੈ ਵੀ ਕੁਝ ਨਾ ਦੇਣ ਨਾਲੋਂ ਕੁਝ ਦੇ ਕੇ ਸ਼ਾਂਤ ਕਰਾ ਦਿੱਤਾ ਜਾਵੇ ਤਾਂ ਕਿ ਖਿਲਾਫਤ ਨਾ ਕਰਨਾ। ਬਿਲਕੁਲ ਇਹੀ ਕੀਤਾ ਗਿਆ ਹੈ ਕਿ ਇੱਕ ਰਿਸਪੈਕਟੇਬਲ ਤਰੀਕੇ ਨਾਲ ਸਾਈਡ ਤੇ ਵੀ ਕਰਤੇ, ਕਿਉਂਕਿ ਆਉਣ ਵਾਲੇ ਟਾਈਮ 'ਚ ਪੰਜਾਬ 'ਚ ਆਫ ਕੋਰਸ ਉਹਨਾਂ ਦਾ ਰੋਲ ਬੀਜੇਪੀ ਐਕਸਪੈਕਟ ਨਹੀਂ ਕਰ ਰਹੀ ਹੈ, ਇਹ ਉਹਨਾਂ ਨੇ ਕਲੀਅਰ ਕਰ ਦਿੱਤਾ। ਜੀ ਤੁਸੀਂ ਗੱਲ ਕੀਤੀ ਬੀਜੇਪੀ 'ਚ ਜਿਹੜੇ ਕਾਂਗਰਸੀ ਜੁਆਇਨ ਕਰ ਰਹੇ ਨੇ, ਕੀ ਕਾਰਨ ਮੰਨਦੇ ਹੋ? ਸੁਨੀਲ ਜਾਖੜ ਵੱਡਾ ਚਿਹਰਾ, ਠੀਕ ਹੈ, ਗੁਰਪ੍ਰੀਤ ਕਾਂਗੜ ਵੱਡੇ ਮੰਤਰੀ ਰਹੇ ਕਾਂਗਰਸ ਦੇ ਸਮੇਂ ਦੇ ਵਿੱਚ, ਜਿੰਨੇ ਵੀ ਮਨਪ੍ਰੀਤ ਬਾਦਲ ਦੇਖੋ ਫਾਈਨੈਂਸ ਮਿਨਿਸਟਰ, ਸੈਕਿੰਡ ਟੂ ਸੀਐਮ ਰਹੇ ਨੇ, ਇੰਨੇ ਵੱਡੇ ਚਿਹਰੇ ਬੀਜੇਪੀ 'ਚ ਕਿਉਂ ਸ਼ਾਮਲ ਹੋ ਰਹੇ ਨੇ? ਕਿ ਕਾਂਗਰਸ ਦਾ ਵਜੂਦ ਖਤਮ ਹੈ ਪੰਜਾਬ 'ਚ? ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਆਪਣਾ ਪਰਸਪੈਕਟਿਵ ਦੇ ਰਹੀ ਹਾਂ, ਹਾਲਾਂਕਿ ਮੈਂ ਉਹਨਾਂ ਦੀ ਜਗ੍ਹਾ ਤੇ ਰਹਿ ਕੇ ਬੋਲ ਨਹੀਂ ਸਕਦੀ। ਐਜ਼ ਅ ਜਰਨਲਿਸਟ, ਐਜ਼ ਅ ਕਾਮਨ ਮੈਨ, ਮੈਨੂੰ ਇਦਾਂ ਲੱਗਦਾ ਹੈ ਕਿ ਇਹ ਸਾਰੇ ਆਪਣਾ ਪਰਸਨਲ ਵਜੂਦ ਤਲਾਸ਼ ਰਹੇ ਨੇ, ਆਪਣੀਆਂ ਮਜਬੂਰੀਆਂ ਨੇ ਜਿਹਦੇ ਕਰਕੇ ਇਦਾਂ ਕਰ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਪਾਰਟੀ ਦਾ ਵਜੂਦ ਇਹਦੇ ਤੇ ਖਤਰੇ 'ਚ ਆਏਗਾ। ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਨਾ ਕਈ ਵਾਰੀ ਰੀਇਨਵੈਂਟ ਹੁੰਦੀ ਹੈ ਪਾਰਟੀ, ਪੁਰਾਣੇ ਲੋਕ ਹਟਣਗੇ ਤੇ ਨਵਿਆਂ ਨੂੰ ਜਗ੍ਹਾ ਮਿਲੇਗੀ, ਕਿਉਂਕਿ ਇਟਸ ਐਨ ਆਰਗੈਨਿਕ ਨੈਚੁਰਲ ਪ੍ਰੋਸੈਸ। ਔਰ ਕਈ ਵਾਰੀ ਕਈ ਚੀਜ਼ਾਂ ਨੂੰ, ਜਿੱਦਾਂ ਬੀਜੇਪੀ ਵੀ ਬਹੁਤ ਦੇਰ ਸੱਤਾ ਤੋਂ ਬਾਹਰ ਰਹੀ ਹੈ, ਬਿਲਕੁਲ ਪੰਜਾਬ 'ਚ ਅੱਜ ਤੱਕ ਨਹੀਂ ਮੌਕਾ ਮਿਲਿਆ, ਐਗਜ਼ੈਕਟਲੀ ਸੈਂਟਰ 'ਚ ਵੀ ਦੇਖੀਏ ਤੇ। ਸੋ ਇੱਕ ਰੀਇਨਵੈਂਟ ਕਰਨ ਲਈ ਕਾਂਗਰਸ ਨੂੰ ਇਹ ਓਪਰਚੁਨਿਟੀ ਸਮਝਣੀ ਚਾਹੀਦੀ ਹੈ ਕਿ ਜਿਹੜੇ ਜਾਂਦੇ ਆ ਉਹ ਜਾਣ, ਜਿੱਦਾਂ ਸ਼ਾਇਦ ਉਹਨਾਂ ਦੇ ਟੌਪ ਲੀਡਰਸ ਇਹੀ ਕਹਿੰਦੇ ਆ ਕਿ ਜਿਹੜੇ ਜਾਂਦੇ ਉਹ ਜਾਣ, ਆਪਾਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ। ਹਾਂ ਇਹ ਜ਼ਰੂਰ ਕਵਾਂਗੀ ਕਿ ਜਿਹੜੇ ਜਾ ਰਹੇ ਨੇ, ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਪਰਸਨਲ ਐਸਪੀਰੇਸ਼ਨਸ ਬਹੁਤ ਵੱਡੇ ਨੇ, ਜਿਹੜੇ ਕਿ ਹਾਲਾਂਕਿ ਇਹਦੇ ਤੇ ਵੀ ਕਨਸਟੀਟਿਊਸ਼ਨਲ ਬਹਿਸ ਹੋਣੀ ਚਾਹੀਦੀ ਹੈ ਕਿ ਇਹ ਕੀ ਤਰੀਕਾ ਹੋਇਆ, ਕਦੀ ਇਹਦੇ ਨਾਲ ਕਦੀ ਉਹਦੇ ਨਾਲ। ਜੀ ਕੱਲ ਤੁਸੀਂ ਬੀਜੇਪੀ ਨੂੰ ਗਾਲਾਂ ਕੱਢ ਰਹੇ ਸੀਗੇ, ਅੱਜ ਤੁਸੀਂ ਬੀਜੇਪੀ ਦੀ ਗੋਦੀ 'ਚ ਬਹਿ ਗਏ ਹੋ ਜਾ ਕੇ। ਇਹਦੇ 'ਚ ਮੈਨੂੰ ਲੱਗਦਾ ਹੈ ਕਿ ਤੁਸੀਂ ਆਮ ਆਵਾਮ ਨੂੰ ਬਿਟਰੇ ਕਰ ਰਹੇ ਹੋ, ਆਮ ਆਵਾਮ ਨੂੰ ਮਹਿਸੂਸ ਹੁੰਦਾ ਹੈ ਕਿ ਬਈ ਮੇਰੇ ਨਾਲ ਤਾਂ ਧੋਖਾ ਹੋ ਗਿਆ। ਲੋਕੀ ਵੀ ਸਿਆਣੇ ਹੋ ਗਏ ਅੱਜ ਕੱਲ, ਲੋਕਾਂ ਨੂੰ ਸਮਝ ਆ ਗਈ ਵੀ ਇਹ ਅੱਜ ਬੀਜੇਪੀ ਨੂੰ ਗਾਲਾਂ ਕੱਢ ਰਿਹਾ, ਸਵੇਰੇ ਬੀਜੇਪੀ 'ਚ ਸ਼ਾਮਲ ਹੋ ਸਕਦਾ ਹੈ। ਅੱਜ ਕਿਸੇ ਲੀਡਰ ਨੂੰ ਦੇਖੀਦਾ ਤਾਂ ਇਹ ਨਹੀਂ ਪਤਾ ਹੁੰਦਾ ਕਿ ਆਪਣੇ ਨਾਲ ਇੰਟਰਵਿਊ ਕਰਨ ਤੋਂ ਬਾਅਦ ਕਿਸੇ ਪਾਰਟੀ 'ਚ ਸ਼ਾਮਲ ਹੋ ਜਾਵੇ। ਬਿਲਕੁਲ ਇਹਦੇ ਨਾਲ ਸਗੋਂ ਆਪਣਾ ਨੁਕਸਾਨ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਦੀ ਮੈਮਰੀ ਲਾਸ 'ਚ ਚਲੀ ਜਾਂਦੀ ਹੈ, ਜਦੋਂ ਇਲੈਕਸ਼ਨ ਆਉਂਦਾ ਹੈ ਉਦੋਂ ਹੀ ਉਹਨਾਂ ਨੂੰ ਜੋ ਮਰਜ਼ੀ ਕਹਿ ਕੇ ਮਨਾ ਸਕਦੇ। ਜਨਤਾ ਬਹੁਤ ਸਮਾਰਟ ਹੋ ਗਈ ਹੈ, ਉੱਪਰੋਂ ਥੈਂਕਸ ਟੂ ਆਲ ਆਫ ਅਸ ਡਿਜੀਟਲ ਮੀਡੀਆ ਚੀਜ਼ਾਂ ਜ਼ਿੰਦਾ ਰਹਿ ਜਾਂਦੀਆਂ ਨੇ। ਸੋ ਇਹ ਲੋਕਾਂ ਨੂੰ ਹਰਟ ਕਰਦੀ ਹੈ, ਐਟਲੀਸਟ ਪੰਜਾਬੀ ਸੈਂਟੀਮੈਂਟ ਨੂੰ ਹਰਟ ਕਰਦੀ ਹੈ। ਆਪਾਂ ਜ਼ਬਾਨ ਦੇ ਬੜੇ ਪੱਕੇ ਆ, ਆਪਾਂ ਆਪਣੀ ਕਾਲ ਦੇ ਬੜੇ ਪੱਕੇ ਲੋਕ ਆ। ਸੋ ਜੇ ਲੋਕਾਂ ਨੂੰ ਲੱਗਦਾ ਨਾ ਕਿ, ਔਰ ਮੈਂ ਕਲੀਅਰਲੀ ਫੇਰ ਕਵਾਂਗੀ, ਆਈ ਡੋਂਟ ਸੀ ਇਟ ਐਜ਼ ਕਾਂਗਰਸ ਦਾ ਨੁਕਸਾਨ ਜਾਂ ਕਾਂਗਰਸ ਕਮਜ਼ੋਰ ਹੋ ਰਹੀ ਹੈ ਇਸ ਲਈ। ਆਈ ਥਿੰਕ ਕਿ ਉਹ ਸਾਰੇ ਬੰਦੇ ਓਪਰਚੁਨਿਸਟ ਕਵਾਂਗੇ ਆਪਾਂ ਨੂੰ, ਔਰ ਆਪਣੀ ਮਜਬੂਰੀ, ਆਪਣੀ ਐਸਪੀਰੇਸ਼ਨ, ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਲਈ ਹੋ ਗਏ ਨੇ। ਉਹ ਕਿਸੇ ਪਾਰਟੀ ਨੂੰ ਨੁਕਸਾਨ ਇਹਦਾ ਹੋਏਗਾ, ਇਹ ਸਾਰਿਆਂ ਨੂੰ ਇਦਾਂ ਲੱਗਦਾ ਸੀਗਾ ਵੀ ਫਲਾਣਾ ਪ੍ਰਧਾਨ ਮੰਤਰੀ ਨਾ ਹੋਇਆ ਤੇ ਦੇਸ਼ ਕਿੱਦਾਂ ਚੱਲੇਗਾ। Life goes on. Exactly. Countries go on. Democracy of India is much bigger than these people. So ਇੱਕ ਨਹੀਂ ਤੇ ਦੂਜਾ ਬੰਦਾ ਆ ਜਾਏਗਾ ਰਿਪਲੇਸਮੈਂਟ। ਔਰ ਐਦਾਂ ਨਹੀਂ ਹੈ ਕਿ ਸਾਡੇ ਦੇਸ਼ 'ਚ ਪੋਲੀਟੀਸ਼ੀਅਨ ਦੀ ਕਮੀ ਹੈ ਜਾਂ ਯੰਗ ਬ੍ਰਿਗੇਡ ਦੀ ਕਮੀ ਹੈ। ਇਵੈਂਚੁਅਲੀ ਤੁਸੀਂ ਦੇਖਿਆ ਹੀ ਹੈ, ਆਮ ਆਦਮੀ ਪਾਰਟੀ ਨੂੰ ਇੰਨਾ ਹਿਊਜ ਮੈਂਡੇਟ ਮਿਲਿਆ ਹੈ, ਲੋਕੀ ਐਕਸਪਲੋਰ ਕਰਨਾ ਚਾਹੁੰਦੇ ਆ। ਹੁਣ ਉਹ ਅਲੱਗ ਗੱਲ ਹੈ, ਡਿਸਕਸ਼ਨੇਬਲ ਹੈ ਕਿ ਆਮ ਆਦਮੀ ਪਾਰਟੀ ਕਿੱਦਾਂ ਪਰਫਾਰਮ ਕਰ ਰਹੀ ਹੈ, ਮਗਰ ਐਦਾਂ ਨਹੀਂ ਹੈ ਕਿ ਲੋਕੀ ਐਕਸਪਲੋਰ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਵੈਰਾਈਟੀ ਵੀ ਚਾਹੀਦੀ ਹੈ, ਉਹ ਨਵੇਂ ਬੰਦਿਆਂ ਨੂੰ ਮੌਕਾ ਵੀ ਦੇਣਾ ਚਾਹੁੰਦੇ ਹੈ। ਸੋ ਜੇ ਇਸ ਖੁਸ਼ਫਹਿਮੀ 'ਚ ਲੋਕ ਗਏ ਨੇ ਉਧਰ ਕਿ ਅਸੀਂ ਜਿੱਦਾਂ ਦੇ ਵੀ ਹੈਗੇ ਆ, ਸਾਡੀ ਜਿਹੜੀ ਫੈਨ ਫੋਲੋਇੰਗ ਹੈ, ਇੰਸਟਾਗ੍ਰਾਮ ਫੈਨ ਫੋਲੋਇੰਗ, ਉਹ ਮਗਰ ਚੱਲ ਜਾਏਗੀ, ਐਦਾਂ ਨਹੀਂ ਹੁੰਦਾ।
ਕਿਉਂਕਿ ਪਾਰਟੀ 'ਚ ਅਸੀਂ ਲਾਇਲ ਬੰਦੇ ਵੀ ਲੱਭਦੇ ਹਾਂ ਐਜ਼ ਅ ਵੋਟਰ। ਸਾਨੂੰ ਹੁੰਦਾ ਕਿ ਇਹ ਬੰਦਾ ਆਪਣੀ ਪਾਰਟੀ ਦਾ ਲਾਇਲ ਨਹੀਂ ਹੈ, ਲੋਕਾਂ ਦਾ ਕੀ ਲਾਇਲ ਹੋਏਗਾ, ਐਗਜ਼ੈਕਟਲੀ ਆਪਣੇ ਵੋਟਰਸ ਦਾ ਕਿਵੇਂ ਲਾਇਲ ਹੋ ਸਕਦਾ, ਐਗਜ਼ੈਕਟਲੀ। ਸੋ ਅਸੀਂ ਉਹਨਾਂ ਦੀ ਫੈਮਿਲੀ ਦੇ ਨਾਲ ਉਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ, ਰਿਸ਼ਤੇ ਕਿੱਦਾਂ ਦੇ, ਉਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਬਣਾਉਂਦੇ ਹਾਂ ਕਿ ਇੱਕ ਛਵੀ ਬਣਦੀ ਹੈ ਕਿ ਅਸੀਂ ਇਹਨੂੰ ਵਿਧਾਇਕ ਬਣਾਉਣਾ ਹੈ ਕਿ ਨਹੀਂ ਬਣਾਉਣਾ ਹੈ। ਉਹ ਸਾਰੀਆਂ ਛਵੀਆਂ 'ਚੋਂ ਆਪਣੇ ਆਪ ਨੂੰ ਕਾਂਟੇ ਮਰਵਾਈ ਜਾ ਰਹੇ ਆ, ਜਿਹਦੀਆਂ ਰੱਜ ਕੇ ਬਖਤੋਈਆਂ ਕੀਤੀਆਂ, ਜਿਹੜਾ ਧੁਰ ਵਿਰੋਧੀ ਤੁਸੀਂ ਉਹਨਾਂ ਦੇ ਨਾਲ ਮਿਲ ਗਏ ਹੋ ਜਾ ਕੇ, ਤੇ ਤੁਹਾਡੇ ਆਪਣੇ ਕਿਰਦਾਰ ਤੇ ਬਹੁਤ ਵੱਡਾ ਸਵਾਲ ਖੜਾ ਕਰ ਦਿੰਦੇ। ਬਿਲਕੁਲ ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਦਾ ਤੇ ਉਹਨਾਂ ਨੇ ਕੀ ਨੁਕਸਾਨ ਕਰਨਾ ਸੀ, ਆਪਣੀਆਂ ਬੇੜੀਆਂ 'ਚ ਵੱਟੇ ਪਾ ਲਏ। ਹੋ ਸਕਦਾ ਅਗਲੇ 5 ਸਾਲਾਂ 'ਚ ਉਹਨਾਂ ਲੱਗ ਰਿਹਾ ਹੈ ਕਿ ਅਗਲੀ ਇਲੈਕਸ਼ਨ ਆਏਗੀ ਉਦੋਂ ਤੱਕ ਚਮਕ ਜਾਵਾਂਗੇ, ਪਰ ਮੈਨੂੰ ਲੱਗਦਾ ਲੋਕੀ ਯਾਦ ਰੱਖਦੇ। ਐਗਜ਼ੈਕਟਲੀ। ਤੁਸੀਂ ਕਾਂਗਰਸੀਆਂ ਦੀ ਗੱਲ ਕੀਤੀ, ਬਹੁਤ ਵੱਡਾ ਨਾਮ ਹੈ ਨਵਜੋਤ ਸਿੰਘ ਸਿੱਧੂ, ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨੇ। ਹਾਲਾਂਕਿ ਬੀਤੀ 26 ਜਨਵਰੀ ਨੂੰ ਉਹਨਾਂ ਨੂੰ ਰਿਹਾਈ ਨੂੰ ਲੈ ਕੇ ਇੰਨੀ ਐਕਸਾਈਟਮੈਂਟ ਸੀਗੀ ਜਿਵੇਂ ਕਿਸੇ ਛੋਟੇ ਬੱਚੇ ਦੇ ਵਿੱਚ ਐਕਸਾਈਟਮੈਂਟ ਵੇਖਣ ਨੂੰ ਮਿਲਦੀ ਹੈ ਨਾ, ਵੀ ਮੇਰੀ ਛੁੱਟੀ ਹੋਣ ਵਾਲੀ ਹੈ ਯਾਰ, ਮੇਰੀ ਸਕੂਲ ਤੋਂ ਛੁੱਟੀ ਹੋਣ ਵਾਲੀ ਹੈ, ਹੋਸਟਲ ਤੋਂ ਮੈਂ ਘਰ ਚੱਲਿਆ, ਬਹੁਤ ਮੈਨੂੰ ਸਾਲ ਹੋ ਗਿਆ ਜੀ ਹੋਸਟਲ ਪੜ੍ਹਦੇ ਆ। ਕਿਵੇਂ ਦੇਖਦੇ ਹੋ ਨਵਜੋਤ ਸਿੱਧੂ ਵੱਲੋਂ ਜਿਹੜੀ ਰਿਹਾਈ ਮੰਗੀ ਜਾ ਰਹੀ ਸੀ, ਉਹ ਕਿੰਨੀ ਕੁ ਜਾਇਜ਼ ਹੈ? ਦੂਜੇ ਪਾਸੇ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਦਾ ਬਿਆਨ ਆਂਦਾ ਹੈ ਕਿ ਨਵਜੋਤ ਸਿੱਧੂ ਨੂੰ ਆਪਣੀ ਰਿਹਾਈ ਦੀ ਮੰਗ ਲਈ ਇਹਨਾਂ ਦੀਆਂ ਮਿੰਨਤਾਂ ਨਹੀਂ ਕਰਨੀਆਂ ਚਾਹੀਦੀਆਂ, ਪੂਰੀ ਰਿਹਾਈ ਕਰਕੇ ਆਉਣ ਜੇ ਅਸਲ ਕਾਂਗਰਸੀ ਨੇ। ਪਹਿਲੇ ਤਾਂ ਮੈਂ ਨਵਜੋਤ ਸਿੰਘ ਸਿੱਧੂ ਦੇ ਇਸ ਪੂਰੇ ਸਿਨੈਰੀਓ ਤੇ ਕਹਾਂਗੀ ਕਿ ਪੰਜਾਬੀ ਦੀ ਕਹਾਵਤ ਯਾਦ ਆਉਂਦੀ ਹੈ ਵੀ ਨਾਤੇ ਧੋਤੇ ਰਹਿ ਗਏ ਤੇ ਨੱਕ ਤੇ ਮੱਖੀ ਬਹਿ ਗਈ। ਤਿਆਰੀਆਂ ਉਹਨਾਂ ਨੇ ਫੁੱਲ ਕੀਤੀਆਂ ਹੋਈਆਂ ਸੀ, ਜਿੱਦਾਂ ਤੁਸੀਂ ਦੱਸਿਆ ਵੀ ਰੋਡ ਮੈਪ ਵੀ ਬਣਾਇਆ ਹੋਇਆ ਤੇ ਟਵੀਟ ਫੇਸਬੁੱਕ ਹੈਂਡਲ ਤੇ ਪਾਇਆ ਉਹਨਾਂ ਨੇ ਜੀ। ਪਰ ਜਿਹੜੀ ਅੰਦਰੋਂ ਕਾਂਗਰਸ ਦੇ ਜਿੱਦਾਂ ਤੁਸੀਂ ਦੱਸਿਆ ਵੌਇਸਸ ਆ ਰਹੀਆਂ ਸੀ, ਉਹ ਇਹ ਕਹਿ ਰਹੇ ਸੀਗੇ ਕਿ ਵਾਈ ਡੂ ਯੂ ਨੀਡ ਦੈਟ, ਤੁਹਾਨੂੰ ਜਿੱਥੇ 100 ਉੱਥੇ 7100 2 ਮਹੀਨੇ ਹੋਰ ਦੀ ਗੱਲ ਸੀਗੀ। ਕਾਂਗਰਸੀਜ਼ ਨੂੰ ਇਹ ਲੱਗ ਰਿਹਾ ਸੀਗਾ ਕਿ ਲੋੜ ਕੀ ਸੀ, ਕੀ ਲੋੜ ਹੈ ਇੱਕ ਫੇਵਰ ਮੰਗਣ ਦੀ ਇੱਕ ਤਰੀਕੇ ਨਾਲ। ਐਸਾ ਕੀ ਹੋ ਚੱਲਿਆ ਸੀਗਾ? ਬੜੀ ਬੜੀ ਲੰਬੀ ਕੈਦਾਂ ਭੋਗਣ ਵਾਲੇ ਲੋਕ ਵੀ ਲਿਸਟ ਦੇ ਵਿੱਚ ਆਪਣਾ ਨਾਮ ਦਿੰਦੇ ਤੇ ਸਮਝ ਵੀ ਆਉਂਦਾ ਹੈ। ਮੈਨੂੰ ਲੱਗਦਾ ਹੈ ਕਿ ਔਰ ਆਫ ਕੋਰਸ ਤੁਸੀਂ ਇੱਕ ਆਪੋਜੀਸ਼ਨ ਇਸ ਵੇਲੇ ਸਰਕਾਰ ਹੈ ਇੱਥੇ ਪੰਜਾਬ ਦੇ ਵਿੱਚ, ਤੁਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਐਕਸਪੈਕਟ ਵੀ ਨਹੀਂ ਕਰਨਾ ਚਾਹੀਦਾ ਸੀ ਤੁਹਾਨੂੰ। ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਜਿਹੜੇ ਆਪਣੇ ਵਿਰੋਧ ਹੈ ਉਹ ਸੁਰ ਜਿਹੜੇ ਸੀਗੇ ਉਹ ਠੀਕ ਲੱਗ ਰਹੇ ਸੀਗੇ ਕਿ ਕੀ ਲੋੜ ਪਈ ਸੀ। ਸੋ ਉਹਨਾਂ ਨੇ ਆਪਣੀ ਕਹਿੰਦੇ ਨਾ ਬੇਵਜ੍ਹਾ ਦੀ ਇੱਕ ਰਿਕੁਐਸਟ ਜੀ ਪਾਈ, ਆ ਜਾਂਦਾ ਆਪਣੇ ਆਪ ਨਾਮ ਤੇ ਆਰਗੈਨਿਕਲੀ ਆ ਜਾਂਦਾ। ਨਹੀਂ ਆਇਆ, ਲੱਗਦਾ ਕਿ ਸਿੰਪੈਥੀ ਲੈਣ ਲਈ ਲੋਕਾਂ ਦੀ ਜਾਂ ਮੌਜੂਦਾ ਸਰਕਾਰ ਵੱਲੋਂ ਕੋਈ ਪੋਲੀਟੀਕਲ ਵੈਂਡੇਟਾ ਦੇ ਤਹਿਤ ਨਵਜੋਤ ਸਿੱਧੂ ਦੀ ਰਿਹਾਈ ਰੋਕੀ ਗਈ ਹੋਵੇ। ਦੇਖੋ ਫਿਰ ਇਹ ਮਤਲਬ ਐਜ਼ ਅ ਜਰਨਲਿਸਟ ਹੀ ਆਪਣਾ ਪਰਸਪੈਕਟਿਵ ਆਪਾਂ ਦੇ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਇਹ ਐਪਲੀਕੇਸ਼ਨ ਹੀ ਤਾਂ ਲਗਾਈ ਹੋਏ ਕਿ ਆਮ ਆਦਮੀ ਪਾਰਟੀ ਨੇ ਤਾਂ ਮੰਨਣਾ ਨਹੀਂ, ਸੋ ਇਹਨਾਂ ਦੀ ਕੱਲ ਨੂੰ ਕਰਾਂਗੇ ਬਖਤੋਈ ਕਿ ਦੇਖੋ ਇਹਨਾਂ ਨੇ ਸਾਡੀ ਇੱਕ ਸਿੰਪਲ ਜੀ ਅਰਜ਼ ਨੂੰ ਕਬੂਲ ਨਹੀਂ ਕੀਤਾ। ਸੋ ਇਹਦੇ ਚ ਕਹਿੰਦੇ ਨਾ ਪੋਲਿਟਿਕਸ ਦੀਆਂ ਜੜ੍ਹਾਂ ਬਹੁਤ ਹੀ ਡੂੰਘੀਆਂ ਹੁੰਦੀਆਂ, ਸੋ ਯੂ ਨੈਵਰ ਨੋ ਕਿ ਕਿਹੜਾ ਧਿਰ ਕਿਸ ਤਰ੍ਹਾਂ ਦਾ ਫਾਇਦਾ ਇਹਦੇ ਤੋਂ ਕੱਢਣਾ ਚਾਹ ਰਿਹਾ ਸੀਗਾ। ਮਗਰ ਨਵਜੋਤ ਸਿੰਘ ਸਿੱਧੂ ਦੀ ਮੈਨੂੰ ਲੱਗਦਾ ਕਿ ਆਪਣੀ ਛਵੀ ਲਈ ਤੇ ਨੁਕਸਾਨ ਵਾਲੀ ਗੱਲ ਹੀ ਸੀਗੀ ਵੀ ਛੱਡੋ ਪਰੇ, ਤੁਸੀਂ ਇਹ ਮਰਸੀ ਇੱਕ ਤਰ੍ਹਾਂ ਦੀ ਪਲੀ ਲਗਾਉਣ ਦੀ ਤੁਹਾਨੂੰ ਕੀ ਲੋੜ ਸੀਗੀ। ਉਹਨਾਂ ਦੇ ਸਾਥੀ ਵੀ ਸਗੋਂ ਕਹਿ ਰਹੇ ਸੀਗੇ ਕਿ ਕੀ ਲੋੜ ਸੀਗੀ, ਹਾਲਾਂਕਿ ਤਿਆਰੀਆਂ ਬਹੁਤ ਗੱਜ ਵੱਜ ਕੇ ਸੀਗੀਆਂ। ਰਾਹੁਲ ਗਾਂਧੀ ਨੂੰ ਵੀ ਮਿਲਣ ਦਾ ਪਲਾਨ ਸੀਗਾ, ਬੜਾ ਕੁਝ ਸੀਗਾ, ਭਾਰਤ ਜੋੜੋ ਯਾਤਰਾ 'ਚ ਵੀ ਸ਼ਾਮਿਲ ਹੋਣ ਦਾ ਪਲਾਨ ਸੀਗਾ। ਸੋ ਉਹੀ ਗੱਲ ਹੈ ਵੀ ਨਾਤੇ ਧੋਤੇ ਰਹਿ ਗਏ ਤੇ ਨੱਕ ਤੇ ਮੱਖੀ ਬਹਿ ਗਈ। ਸੋ ਹੁਣ ਅਪ੍ਰੈਲ ਦਾ ਇੰਤਜ਼ਾਰ ਹੈ ਔਰ ਸਰਕਾਰ ਦਾ ਫੈਸਲਾ, ਇਹਦੇ 'ਚ ਕੁਝ ਕਹਿ ਵੀ ਨਹੀਂ ਸਕਦੇ। ਸਰਕਾਰ ਦੇ ਹੱਥ 'ਚ ਸੀਗਾ ਕਿ ਉਹ ਹਾਂ ਕਰਦੇ ਜਾਂ ਨਾ ਕਰਦੇ। ਬਹੁਤਾ ਗਿਲਾ ਸ਼ਿਕਵਾ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਵੀ ਨਹੀਂ ਕਰ ਸਕਦੇ ਸਰਕਾਰ ਦੇ। ਜੀ ਬਿਲਕੁਲ। ਰਿਹਾਈਆਂ ਦੀ ਗੱਲ ਤਾਂ ਇੱਕ ਬਹੁਤ ਵੱਡਾ ਮੁੱਦਾ ਹੈਗਾ ਬਾਬਾ ਰਾਮ ਰਹੀਮ। ਬਾਬਾ ਰਾਮ ਰਹੀਮ ਇੱਕ ਬਲਾਤਕਾਰੀ ਸਾਧ, ਬਾਬਾ ਰਾਮ ਰਹੀਮ ਨੂੰ 3 ਤੋਂ 4 ਵਾਰ ਪੈਰੋਲ ਮਿਲੀ। ਕਿਵੇਂ ਦੇਖਦੇ ਹੋ? ਬੀਜੇਪੀ ਤੇ ਉਂਗਲਾ ਚੱਕਦੇ ਨੇ ਸਾਰੇ ਕਿ ਬੀਜੇਪੀ ਵੱਲੋਂ ਬਾਬਾ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ, ਕਿਵੇਂ ਦੇਖਦੇ ਹੋ? ਬੜੇ ਸ਼ੱਕ ਦੀ ਨਜ਼ਰਾਂ ਨਾਲ ਦੇਖਦੀ ਹਾਂ ਜੀ, ਕਿਉਂਕਿ ਦੇਖੋ ਆਪਾਂ ਰਾਮ ਰਹੀਮ ਦੀ ਪੈਰੋਲ ਦਾ ਚਰਚਾ ਇਸ ਵਾਸਤੇ ਜ਼ਿਆਦਾ ਕਰ ਪਾਉਂਦੇ ਹਾਂ ਕਿਉਂਕਿ ਉਹ ਇੱਕ ਨੋਨ ਨੇਮ ਨੇ। ਉਹਨਾਂ ਦੇ ਜਿਹੜੇ ਗੁਨਾਹ ਸੀਗੇ ਉਹ ਵੀ ਬਹੁਤ ਵੱਡੇ ਤੇ ਘਿਨੌਣੇ ਸੀਗੇ। ਉਹ ਜਿਹਦੇ ਸਜ਼ਾ ਭੁਗਤ ਰਹੇ ਨੇ ਤੇ ਉਸ ਸ਼ਖਸ ਨੂੰ ਇੰਨੀ ਆਸਾਨੀ ਨਾਲ ਪੈਰੋਲ ਮਿਲ ਜਾਣਾ, ਐਟਲੀਸਟ ਐਜ਼ ਅ ਕਾਮਨ ਮੈਨ ਇਹ ਦਿਖਦਾ ਹੈ ਕਿ ਪੈਰੋਲ ਹਾਸਲ ਕਰ ਪਾਣਾ ਕੋਈ ਖਾਲਾ ਜੀ ਦਾ ਵਾੜਾ ਤੇ ਨਹੀਂ। ਜੀ ਬਿਲਕੁਲ। ਤੁਸੀਂ ਵੀ ਫੈਮਿਲੀ 'ਚ ਤੁਹਾਡੇ ਐਡਵੋਕੇਟ ਨੇ, ਤੁਸੀਂ ਵੀ ਦੱਸ ਸਕਦੇ ਹੋ ਕਿ ਪੈਰੋਲ ਕੋਈ ਹਾਈ ਮਾਈ ਬੰਦਾ ਨਹੀਂ ਲੈ ਸਕਦਾ। ਪੈਰੋਲ ਕੋਈ ਸੌਖਾ ਕੰਮ ਨਹੀਂ, ਘੱਟੋ ਘੱਟ ਸਰਕਾਰਾਂ ਥੋੜੀ ਫੇਵਰ 'ਚ ਹੋਣ ਤਾਂ ਪੈਰੋਲ ਮਿਲਦੀ ਹੈ, ਨਹੀਂ ਕਿੱਥੇ ਪੈਰੋਲ ਮਿਲਦੀ ਹੈ। ਆਮ ਬੰਦੇ ਦੀ ਪਹੁੰਚ 'ਚ ਸਰਕਾਰਾਂ ਕਿੱਥੇ ਨੇ? ਜੀ ਬਿਲਕੁਲ। ਸੋ ਇਹ ਫੇਵਰ ਤੇ ਦਿਖਦਾ ਪਿਆ ਹੈ। ਉੱਤੋਂ ਉਹਨਾਂ ਦਾ ਜਿਹੜਾ ਟਾਈਮਿੰਗ ਹੁੰਦਾ ਨਾ ਉਹਨਾਂ ਦੇ ਬਾਹਰ ਆਉਣ ਦਾ ਤੇ ਅੰਦਰ ਜਾਣ ਦਾ, ਉਹ ਵੀ ਬੜਾ ਕੈਲਕੂਲੇਟਿਡ ਔਰ ਉਹ ਵੀ ਬੜਾ
ਇਲੈਕਸ਼ਨ ਓਰੀਐਂਟਡ ਹੁੰਦਾ ਹੈ। ਸੋ ਇਸ ਕਰਕੇ ਦੋਨਾਂ ਦੀ ਕਿਤੇ ਨਾ ਕਿਤੇ ਹਾਂ ਤਾਂ ਸ਼ਾਮਿਲ ਹੀ ਹੈ, ਸਰਕਾਰ ਦੀ ਤੇ ਰਾਮ ਰਹੀਮ ਦੀ ਇਹਦੇ ਚ ਕਨਵੀਨੀਅੰਸ ਜ਼ਰੂਰ ਦੇਖੀ ਜਾ ਰਹੀ ਹੈਗੀ ਹੈ ਔਰ ਉਹ ਜਨਤਾ ਨੂੰ ਵੀ ਨਜ਼ਰ ਆਉਂਦਾ ਹੈ। ਤੇ ਨੈਚੁਰਲੀ ਜਿਹੜੇ ਲੋਕ ਜਾਣਦੇ ਨੇ, ਜਿਹਨਾਂ ਦੇ ਪਰਿਵਾਰਾਂ ਦੇ ਲੋਕ ਜੇਲ੍ਹਾਂ 'ਚ ਨੇ ਫॉर ਅਨਫੋਰਚੂਨੇਟ ਰੀਜ਼ਨ, ਫॉर ਗੁੱਡ ਔਰ ਬੈਡ, ਔਰ ਕਈ ਵਾਰੀ ਬੰਦਾ ਕੀ ਕਹਿੰਦੇ ਨਾ ਬਿਲਕੁਲ ਗੁਨੇਗਾਰ ਨਹੀਂ ਵੀ ਹੁੰਦਾ ਤਾਂ ਸਜ਼ਾ ਭੁਗਤ ਰਿਹਾ ਹੁੰਦਾ, ਕਈ ਇਦਾਂ ਦੇ ਇਨਸੀਡੈਂਟਸ ਹੋ ਜਾਂਦੇ ਨੇ। ਸੋ ਆ ਰਾਮ ਰਹੀਮ ਨੂੰ ਵਾਰੀ-ਵਾਰੀ ਪੈਰੋਲ ਮਿਲਣਾ ਡੈਫੀਨਿਟਲੀ ਦੰਦੀਆਂ ਝਕਾਉਣ ਵਾਲਾ ਕੰਮ ਹੈ। ਜੀ ਲੱਗਦਾ ਕਿ ਬੀਜੇਪੀ ਨੂੰ ਜਿਹੜਾ ਹੈਗਾ ਇਸ ਪੈਰੋਲ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਕੁਝ ਬੀਜੇਪੀ ਦੀ ਨੈਗੇਟਿਵ ਇਮੇਜ ਬਣ ਰਹੀ ਹੈ, ਹਰਿਆਣਾ ਕਹਿ ਲਈਏ ਜਾਂ ਦੇਸ਼ ਵਿੱਚ ਕਹਿ ਲਈਏ, ਉਹਦਾ ਨੁਕਸਾਨ ਹੋਊਗਾ। ਇਹਦਾ ਦੇਖੋ ਅਸੈਸਮੈਂਟ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਇੰਨੀ ਕੁ ਚੀਜ਼ ਨਾਲ ਉਹਨਾਂ ਦੀ ਇਮੇਜ ਡੈਮੇਜ ਹੋ ਸਕਦੀ ਹੈ ਕਿ ਨਹੀਂ, ਕਿਉਂਕਿ ਬੀਜੇਪੀ ਆਪਣੀ ਇਮੇਜ ਨੂੰ ਲੈ ਕੇ ਬਹੁਤ ਮਿਹਨਤ ਕਰਦੀ ਹੈ ਜੀ, ਬਹੁਤ ਮਿਹਨਤ ਕਰਦੀ ਹੈ ਉਹਨੂੰ ਬਣਾਉਣ ਦੇ ਲਈ, ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ। ਸੋ ਆਈ ਡੋਨਟ ਨੋ ਇਫ ਦਿਸ ਕੈਨ ਡੈਮੇਜ, ਬਟ ਆਫ ਕੋਰਸ ਇੱਕ ਆਮ ਆਵਾਮ ਨੂੰ ਦੰਦ ਚੜਾਉਣ ਵਾਲਾ ਇਨਸੀਡੈਂਟ ਜ਼ਰੂਰ ਹੈ ਕਿ ਜਦੋਂ ਜੀ ਕਰਦਾ ਏਦਾਂ ਲੱਗਦਾ ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ। ਫਿਰ ਉਹਨਾਂ ਦੇ ਬੀਜੇਪੀ ਦੇ ਪ੍ਰਤੀਨਿਧੀ ਉਹਨਾਂ ਦੀਆਂ ਰੈਲੀਆਂ 'ਚ ਜਿਹੜੇ ਸਮਾਗਮ ਹੁੰਦੇ ਉਹਨਾਂ 'ਚ ਸ਼ਾਮਿਲ ਵੀ ਹੋ ਰਹੇ ਹੁੰਦੇ ਆ। ਹਾਲਾਂਕਿ ਇਹ ਉਹ ਬੰਦਾ ਹੈ ਜਿਹੜਾ ਰੇਪਿਸਟ ਹੈ, ਜਿਹੜਾ ਮਰਡਰਰ ਹੈ। ਇਸ ਬੰਦੇ ਦੇ ਉੱਤੇ ਇਹ ਇਲਜ਼ਾਮ ਨੇ ਕਿ ਇਹ ਸਪਰੈਸ਼ਨ ਕਰਦਾ ਸੀ ਵਿਮਨ ਦਾ, ਔਰ ਇਹ ਇੱਕ ਤਰ੍ਹਾਂ ਦਾ ਮਤਲਬ ਹਰ ਤਰ੍ਹਾਂ ਦਾ ਬੁਰਾ ਨੇਮ ਇਜ਼ ਅਟੈਚਡ ਟੂ ਦਿਸ ਮੈਨ। ਔਰ ਫਿਰ ਵੀ ਜੇ ਇਸ ਬੰਦੇ ਨੂੰ ਇੰਨੀ ਕਹਿੰਦੇ ਨਾ ਈਜ਼ੀਲੀ ਪੈਰੋਲ ਮਿਲਦੀ ਹੈ ਜਿੱਦਾਂ ਹੀ ਇਜ਼ ਕਮਿੰਗ ਫਰਮ ਵਨ ਹੋਮ ਟੂ ਦੀ ਅਦਰ, ਤੇ ਇਹ ਬਹੁਤ ਜ਼ਿਆਦਾ ਦੰਦੀਆਂ ਝਕਾਉਣ ਵਾਲਾ ਕੰਮ ਹੈ ਲਾਅ ਐਂਡ ਆਰਡਰ ਲਈ ਵੀ ਕਿ ਇਹ ਕੀ ਮਜ਼ਾਕ ਬਣਾਇਆ ਹੋਇਆ ਹੈ। ਇੱਕ ਰੇਪਿਸਟ he's coming out on parole for what? ਆਕੇ ਸਮਾਗਮ ਕਰ ਰਿਹਾ ਹੈ, ਜਨਤਾ ਨੂੰ ਸੰਬੋਧਿਤ ਕਰ ਰਿਹਾ ਹੈ। SGPC ਵੀ ਖਾਸੀ ਨਾਰਾਜ਼ ਹੈ ਇਸ ਨੂੰ ਲੈ ਕੇ, ਇਹਦੀ ਪੈਰੋਲ ਨੂੰ ਲੈ ਕੇ, ਕਿਉਂਕਿ ਇਹ ਬੇਅਦਬੀ ਦਾ ਵੀ ਗੁਨੇਗਾਰ ਹੈ। ਸੋ ਬਹੁਤ ਸਾਰੇ ਸੈਂਟੀਮੈਂਟ ਨੇ ਜਿਹੜੇ ਵਾਰੀ-ਵਾਰੀ ਹਰਟ ਹੋ ਰਹੇ ਨੇ। ਹੁਣ ਇਹ ਦੇਖਣਾ ਹੋਏਗਾ ਕਿ ਕੀ ਪੰਜਾਬ ਦੀਆਂ ਪਾਰਟੀਆਂ, ਇਸ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ, ਆਪੋਜੀਸ਼ਨ ਆਫ ਬੀਜੇਪੀ, ਉਹ ਇਸ ਗੱਲ ਨੂੰ ਸਮਝਾ ਪਾਉਂਦੀਆਂ, ਕਮਿਊਨੀਕੇਟ ਕਰ ਪਾਉਂਦੀਆਂ, ਇਹਨੂੰ ਯੂਜ਼ ਕਰ ਪਾਉਂਦੀਆਂ ਕਿ ਨਹੀਂ, ਕਿ ਇੱਕ ਸ਼ਖਸ ਹੈ ਰਾਮ ਰਹੀਮ ਜਿਹੜਾ ਸਿੱਖਾਂ ਦੇ ਇਮੋਸ਼ਨਸ ਨੂੰ ਹਰਟ ਕਰ ਚੁੱਕਿਆ ਹੈ, ਜਿਹੜਾ ਰੇਪਿਸਟ ਹੈ, ਜਿਹੜਾ ਮਰਡਰਰ ਹੈ, ਉਹਨੂੰ ਜਦੋਂ ਜੀ ਕਰਦਾ ਪੈਰੋਲ ਗੱਡੀਆਂ ਸ਼ੂ ਕਰਦੀਆਂ ਆਉਂਦੀਆਂ ਤੇ ਬਿਠਾ ਦਿੰਦੀਆਂ ਸਮਾਗਮਾਂ ਵਿੱਚ, ਬੀਜੇਪੀ ਦੇ ਨੇਤਾ ਆ ਕੇ ਆਸ਼ੀਰਵਾਦ ਲੈ ਰਹੇ ਹੁੰਦੇ ਨੇ। ਸੋ ਕਿਸ ਤਰ੍ਹਾਂ ਦਾ ਮੈਸੇਜ ਆ ਰਿਹਾ, ਇਹ ਦੇਖਦੇ ਆ ਆਪੋਜੀਸ਼ਨ ਇਹਨੂੰ ਯੂਜ਼ ਕਰ ਪਾਉਂਦਾ ਹੈ ਕਿ ਨਹੀਂ। ਜੀ ਰਿਹਾਈ ਤੋਂ ਮੈਨੂੰ ਇੱਕ ਵੱਡਾ ਸਵਾਲ ਆਉਂਦਾ ਹੈ ਪੰਜਾਬ ਨਾਲ ਜੁੜਿਆ। ਪੰਜਾਬ ਚੰਡੀਗੜ੍ਹ ਬਾਰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਧਰਨਾ ਲਾ ਕੇ ਬੈਠਾ ਹੈ। ਉਹਨਾਂ ਦੀ ਡਿਮਾਂਡ ਹੈ ਕਿ ਜਿੱਥੇ ਦੇਸ਼ ਦੇ ਵਿੱਚ, ਤੇਲੰਗਾਨਾ ਦੇ ਵਿੱਚ ਦੇਸ਼ ਦੇ 6ਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਨੂੰ 31 ਸਾਲ ਬਾਅਦ ਸਜ਼ਾ ਪੂਰੀ ਹੋਣ ਤੇ ਰਿਹਾਈ ਹੋ ਜਾਂਦੀ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਵਾਲਿਆਂ ਨੂੰ, ਬੰਦੀ ਸਿੰਘਾਂ ਨੂੰ, ਜਿਨ੍ਹਾਂ ਨੇ ਉਸ ਸਮੇਂ ਕੋਈ ਕ੍ਰਾਈਮ ਕੀਤੇ, ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਪਰ ਰਿਹਾਈ ਨਹੀਂ ਹੁੰਦੀ। ਕੀ ਕਾਰਨ ਮੰਨਦੇ ਹੋ? ਅੱਛਾ, ਪਹਿਲਾਂ ਤਾਂ ਆਪਾਂ ਇਹਦੇ ਤੇ ਪਹਿਲਾਂ ਵੀ ਚਰਚਾ ਕੀਤੀ ਸੀ ਤੇ ਆਪਾਂ ਇਹ ਗੱਲ ਉਦੋਂ ਵੀ ਆਪਣੇ ਦਰਸ਼ਕਾਂ ਨੂੰ ਦੱਸੀ ਸੀ ਕਿ ਜਿਹੜੀ ਰਿਹਾਈ ਹੈ, ਹੁਣ ਇੱਕ ਜਿਹੜਾ ਪੂਰਾ ਮਾਮਲਾ ਹੈ ਇਹ ਗਵਰਨਮੈਂਟ ਦੇ ਹੱਥ ਨਹੀਂ ਬਲਕਿ ਕੋਰਟ ਦੇ ਹੱਥ ਹੈ। ਸੋ ਇਹ ਕੋਰਟ ਦਾ ਪ੍ਰੈਰੋਗੇਟਿਵ ਹੈ ਕਿ ਉਹ ਰਿਹਾਈ ਦੇਣਾ ਚਾਹੁੰਦੇ ਹੈ ਕਿ ਨਹੀਂ। ਹੁਣ ਉਹ ਕਿੱਦਾਂ ਹੁੰਦਾ ਹੈ, ਜੇ ਆਪਾਂ ਇੱਕ ਲੇਮੈਨ ਨੂੰ ਸਮਝਾਉਣਾ ਚਾਹੀਏ ਤੇ ਯੂ ਕੈਨ ਆਲਸੋ ਐਡ ਟੂ ਇਟ ਕਿ ਸਰਕਾਰ ਨੇ ਅਸੈਸ ਕਰਨਾ ਹੁੰਦਾ ਹੈ। ਤੁਸੀਂ ਤੇਲੰਗਾਨਾ ਦਾ ਜ਼ਿਕਰ ਕਰ ਦਿੱਤਾ, ਰਾਜੀਵ ਗਾਂਧੀ ਦੇ ਹੱਤਿਆਰਿਆਂ ਦਾ, ਕਿ ਉਹਨਾਂ ਦੀ ਰਿਹਾਈ ਹੋਗੀ। ਸਰਕਾਰ ਦਾ ਇੰਨਾ ਕੁ ਰੋਲ ਜ਼ਰੂਰ ਹੋ ਸਕਦਾ ਹੈ ਕਿ ਸਰਕਾਰ ਨੇ ਰეკਮੈਂਡੇਸ਼ਨ ਦੇਣੀ ਹੁੰਦੀ ਹੈ ਕਿ ਜਿਸ ਬੰਦੇ ਨੂੰ ਅਸੀਂ ਛੱਡਣ ਦੀ ਡਿਮਾਂਡ ਸਾਡੇ ਕੋਲ ਆ ਰਹੀ ਹੈ, ਇਹਦਾ ਥ੍ਰੈਟ ਉਹ ਕਿੰਨਾ ਹੈ, ਥ੍ਰੈਟ ਸਟੇਟ ਨੂੰ ਥ੍ਰੈਟ ਕਿੰਨਾ ਹੈ, ਆਮ ਜਨਤਾ ਨੂੰ ਕੀ ਇਸ ਸ਼ਖਸ ਦਾ ਨੁਕਸਾਨ ਹੋ ਸਕਦਾ ਹੈ। ਜੇਲਾਂ ਸੁਧਾਰ ਕਰ ਕਿਹਾ ਜਾਂਦਾ ਹੈ ਕਿ ਜੇਲ੍ਹ ਉਸ ਪਾਰਟਿਕੂਲਰ ਬੰਦੇ ਨੂੰ ਸੁਧਾਰ ਕਰ ਪਾਈਆਂ ਨੇ ਕਿ ਇਹ ਸਮਾਜ 'ਚ ਜਾਊਗਾ ਤੇ ਦੁਬਾਰਾ ਕੋਈ ਪ੍ਰੋਬਲਮ ਤੇ ਨਹੀਂ ਹੋ ਜਾਊਗੀ। ਹਾਂ, ਇੰਨਾ ਕੁ ਜ਼ਰੂਰ ਰੋਲ ਹੋ ਸਕਦਾ ਗਵਰਨਮੈਂਟ ਦਾ ਕਿ ਉਹ ਕੀ ਸਰਟੀਫਿਕੇਟ ਦਿੰਦੇ ਨੇ ਇਸ ਸ਼ਖਸੀਅਤ ਦੇ ਖਿਲਾਫ। ਸੋ ਸਰਕਾਰਾਂ ਨੂੰ ਜੇ ਲੱਗਦਾ ਹੈ ਕਿ ਥ੍ਰੈਟ ਪਰਸਪੈਕਟਿਵ ਉਹਨਾਂ ਦਾ ਜ਼ਿਆਦਾ ਹੈ, ਇਸ ਕਰਕੇ ਉਹ ਰਿਲੀਜ਼ ਨਹੀਂ ਕਰਦੇ, ਵਿਚ ਇਜ਼ ਇਨ ਅ ਵੇ ਬੈਨੀਫਿਟਿੰਗ ਦ ਸਟੇਟ। ਟੈਕਨੀਕਲੀ ਜੇ ਆਪਾਂ ਸੋਚੀਏ ਤੇ ਇਹ ਰਿਹਾਈ, ਔਰ ਦੂਜਾ ਮਰਡਰਰ ਹੈ, ਉਹਨੇ ਸਜ਼ਾ ਭੁਗਤ ਲਈ ਹੈ, ਉਹਦੀ ਰਿਹਾਈ ਦੇ ਵਿੱਚ ਜੇ ਪੇ ਚੜ ਰਿਹਾ ਹੈ ਤੇ ਹੋ ਸਕਦਾ ਹੈ ਇਸੇ ਗੱਲ ਦਾ ਪੇ ਚੜ ਰਿਹਾ ਹੋਵੇ। ਕਿਹੜਾ ਕਾਨੂੰਨ ਕਹਿੰਦਾ ਹੈ, ਫੋਰ ਐਗਜ਼ਾਮਪਲ ਕਿਸੇ ਬੰਦੇ ਨੇ ਕੋਈ ਕ੍ਰਾਈਮ ਕਰ ਲਿਆ, ਜੇ ਉਹਦੀ ਸਜ਼ਾ ਪੂਰੀ ਹੋ ਗਈ, ਫਿਰ ਸਰਕਾਰਾਂ ਨੂੰ, ਫਿਰ ਕੋਰਟ ਨੂੰ ਵੀ ਉਹਨੂੰ ਰਿਹਾ ਕਰਨ ਚ ਕੀ ਮਤਲਬ ਪ੍ਰੋਬਲਮ ਹੈ ਜੇਕਰ ਲੋਕਾਂ ਦੇ ਸੈਂਟੀਮੈਂਟਸ ਜੁੜੇ ਨੇ ਉਸ ਚੀਜ਼ ਨਾਲ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹੀ ਕਾਨੂੰਨ ਹੈ। ਕਾਨੂੰਨ ਐਜ਼ ਇਨ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਇਹ ਦੱਸਣ ਦਾ ਕਿ ਰਿਸਕ ਫੈਕਟਰ ਇਸ ਬੰਦੇ ਤੋਂ ਕਿੰਨਾ ਹੈ, ਕਿ ਉਹਨੂੰ ਜੇ ਅੱਛਾ ਹੋ ਸਕਦਾ ਉਹਨਾਂ ਦੀ ਆਪਣੀ ਜਾਨ ਨੂੰ ਵੀ ਖਤਰਾ ਹੋਏ ਬਾਹਰ। ਕਈ ਚੀਜ਼ਾਂ ਦੇ ਵਿੱਚ ਇਹ ਵੀ ਕੈਲਕੂਲੇਸ਼ਨ ਹੁੰਦੀ ਹੈ ਕਿ ਸਮਾਜ ਦੇ ਵਿੱਚ ਕੀ ਦੁਬਾਰਾ ਕੋਈ ਏਦਾਂ ਦੀ ਦਹਿਸ਼ਤਗਰਦ ਟਾਈਪ ਫੀਲਿੰਗ ਤੇ ਨਹੀਂ ਉਤਪੰਨ ਹੋ ਜਾਏਗੀ, ਕਿ ਉਹਦੇ ਬੰਦੇ ਦੇ ਬਾਹਰ ਜਾਣਾ ਫਿਰ ਤੋਂ ਤਾਂ ਨਹੀਂ ਕੋਈ ਨੁਕਸਾਨ ਦੀ ਗੱਲ ਹੋ ਜਾਏਗੀ, ਜਾਂ ਇਹਦੀ ਜਿਹੜੀ ਹੈ ਕ੍ਰਿਮੀਨਲ ਮਾਈਂਡਸੈਟ ਬਦਲਿਆ ਕਿ ਨਹੀਂ ਬਦਲਿਆ। ਉਹ ਥ੍ਰੈਟ ਪਰਸਪੈਕਟਿਵ ਨੂੰ ਆਂਕਦੇ ਹੋਏ ਸਰਕਾਰ ਇਹ ਕਹਿ ਸਕਦੀ ਹੈ ਕਿ ਦਿਸ ਪਰਸਨ ਇਜ਼ ਸੇਫ ਟੂ ਗੋ ਇਨਟੂ ਦ ਪਬਲਿਕ ਐਂਡ ਦਿਸ ਇਜ਼ ਨਾਟ।
ਸਰਕਾਰਾਂ ਮਤਲਬ ਸਰਕਾਰਾਂ ਕੈਨ ਗਿਵ ਦਿਸ ਇਨਪੁਟ, ਇਹ ਇਨਪੁਟ ਉਹ ਦੇ ਸਕਦੇ ਨੇ। ਹੋ ਸਕਦਾ ਹੈ ਉਹ ਰਿਸਕ ਪਰਸਪੈਕਟਿਵ ਦੇ ਹਿਸਾਬ ਨਾਲ ਇਹ ਮਨਜ਼ੂਰੀਆਂ ਨਾ ਦੇ ਰਹੇ ਹੋਣ। ਜੀ, ਤੁਸੀਂ ਖਤਰਨਾਕ ਮਾਹੌਲ ਦੀ ਗੱਲ ਕੀਤੀ, ਉਸ ਤੋਂ ਮੈਨੂੰ ਯਾਦ ਆਉਂਦਾ ਭਾਈ ਅੰਮ੍ਰਿਤਪਾਲ ਦੀ ਪੰਜਾਬ 'ਚ ਐਂਟਰੀ ਹੁੰਦੀ ਹੈ ਤੇ ਪੂਰੇ ਪੰਜਾਬ ਦੇ ਯੂਥ ਜਿੰਨਾ ਵੀ ਹੈ ਉਹਨਾਂ ਦੀ ਜ਼ੁਬਾਨ ਤੇ ਭਾਈ ਅੰਮ੍ਰਿਤਪਾਲ ਦਾ ਨਾਮ ਹੈ। ਫੈਨ ਫੋਲੋਇੰਗ ਬਹੁਤ ਦਿਨਾਂ 'ਚ ਵੱਧਦੀ ਵੇਖੀ ਆਪਾਂ ਉਹਨਾਂ ਦੀ। ਕਿਵੇਂ ਦੇਖਦੇ ਹੋ ਭਾਈ ਅੰਮ੍ਰਿਤਪਾਲ ਦੀ ਪੰਜਾਬ ਦੀ ਐਂਟਰੀ ਨੂੰ? ਪਹਿਲਾਂ ਤਾਂ ਤੁਸੀਂ ਮੈਨੂੰ ਦੱਸਣਾ ਕਿ ਇਹ ਦਿਨਾਂ 'ਚ ਪਪੂਲਰ ਕਿੱਦਾਂ ਹੋਏ, ਕਿਹੜੇ ਮੀਡੀਆਸ ਤੋਂ ਇਹਨਾਂ ਨੇ ਲੋਕਾਂ ਤੱਕ ਪਹੁੰਚ ਕੀਤੀ ਹੈ? ਕਿਉਂਕਿ ਇਦਾਂ ਤੇ ਹੈ ਨਹੀਂ ਕਿ ਸਿਰਫ ਤੁਸੀਂ ਕਹੋਗੇ ਕਿ ਅੱਜ ਮੇਰਾ ਉੱਥੇ ਮੈਂ ਰੈਲੀ ਕਰਾਂਗਾ, ਪਹੁੰਚ ਜਿਓ ਤੇ ਸਾਰਾ ਪੰਜਾਬ ਉਹਨਾਂ ਨੂੰ ਜਾਣਨ ਲੱਗ ਜਾਏਗਾ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਹਨਾਂ ਨੇ ਕਿਹੜੇ ਮੀਡੀਆ ਪਲੇਟਫਾਰਮਸ ਨੂੰ ਟਾਰਗੇਟ ਕੀਤਾ, ਕਿ ਡਿਜੀਟਲ ਪਲੇਟਫਾਰਮ ਦੇ ਥਰੂ ਲੋਕਾਂ ਤੱਕ ਪਹੁੰਚਣਾ ਚਾਹੀਦਾ। ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਕੋਈ ਵੀ ਪੰਜਾਬ ਕਹਿ ਲਈਏ ਕਿਤੇ ਵੀ ਕਿਸੇ ਵੀ ਸੂਬੇ ਦੇ ਵਿੱਚ ਜੇ ਕਿਸੇ ਨੇ ਪਪੂਲੈਰਿਟੀ ਲੈਣੀ ਹੋ, ਸਭ ਤੋਂ ਪਹਿਲਾਂ ਆਪਣਾ ਅੱਜ ਦੇ ਟਾਈਮ 'ਚ ਡਿਜੀਟਲ ਮੀਡੀਆ ਤੇ ਨਿਊਜ਼ ਚੈਨਲਸ ਸਟਰੋਂਗ ਕਰਦਾ ਵੀ, ਉਹਨਾਂ ਨਾਲ ਨੈਟਵਰਕਿੰਗ ਸਟਰੋਂਗ ਕਰਦਾ ਕਹਿ ਲਈਏ ਆਪਾਂ। ਤਾਂ ਉਹੀ ਹੋਇਆ ਕਿ ਸਾਰੇ ਚੈਨਲਸ ਨੇ ਇੱਕਦਮ ਮਤਲਬ ਓਵਰਨਾਈਟ, ਮੈਂ ਦੇਖਿਆ ਆਪਣੀ ਅੱਖਾਂ ਨਾਲ, ਇੱਕ ਓਵਰਨਾਈਟ ਜਿਹੜਾ ਹੈਗਾ ਭਾਈ ਅੰਮ੍ਰਿਤਪਾਲ ਹੋਰਾਂ ਨੂੰ ਦਿਖਾਣਾ ਸ਼ੁਰੂ ਕਰਤਾ। ਉਹਨਾਂ ਵੱਲੋਂ ਅਜਿਹੀਆਂ ਸਪੀਚੀਜ਼ ਦਿੱਤੀਆਂ ਗਈਆਂ ਜਿਹਦੇ ਨਾਲ ਪੰਜਾਬ ਦਾ ਯੂਥ ਅਟਰੈਕਟ ਹੁੰਦਾ ਜੇ ਉਹਦੇ ਨਾਲ ਉਹਦੇ ਪਰਿਣਾਮ ਕੁਝ ਨਿਕਲਣ, ਪਰ ਪੰਜਾਬ ਦਾ ਯੂਥ ਜਿਹੜਾ ਹੈਗਾ ਇਸ ਵੇਲੇ ਭਾਈ ਅੰਮ੍ਰਿਤਪਾਲ ਨੂੰ ਸੁਣਨਾ ਪਸੰਦ ਕਰਦਾ ਹੈ। ਤਾਂ ਮੈਂ ਚਾਹਾਂਗੀ ਕਿ ਤੁਸੀਂ 2-3 ਪੁਆਇੰਟਸ ਦੱਸੋ ਕਿ ਉਹ ਆਪਣੀਆਂ ਆਮ ਤੌਰ ਤੇ ਰੈਲੀਆਂ 'ਚ ਕਿਹੜੇ ਇਮੋਸ਼ਨਸ ਨੂੰ ਟਾਰਗੇਟ ਕਰਦੇ ਨੇ, ਕੀ ਕਹਿੰਦੇ ਨੇ। ਭਾਈ ਅੰਮ੍ਰਿਤਪਾਲ ਦਾ ਸਿੱਧਾ ਹੁੰਦਾ, ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕੰਮ ਹੈ ਵੀ ਉਹ ਅੰਮ੍ਰਿਤਪਾਨ ਕਰਾ ਰਹੇ ਨੇ, ਫਤਿਹ ਵਹੀਰ ਚਲਾ ਰਹੇ ਨੇ, which is very good। ਅੰਮ੍ਰਿਤ ਛਕਾਣਾ ਬਹੁਤ ਚੰਗੀ ਗੱਲ ਹੈ ਜੀ, ਬਿਲਕੁਲ। ਦੂਜਾ, ਉਹ ਯੂਥ ਨੂੰ ਕਹਿੰਦੇ ਆ ਕਿ ਆਪਣੀ ਕੌਮ ਨਾਲ ਧੱਕਾ ਨਹੀਂ ਹੋਣ ਦਾਂਗੇ ਅਸੀਂ ਆਪਣੀ ਕੌਮ ਨਾਲ, ਕਿਉਂਕਿ ਉਹ ਘੱਟ ਮਾਈਨੋਰਿਟੀਜ਼ ਕਹਿੰਦੇ ਆ, ਸਿੱਖ ਮਾਈਨੋਰਿਟੀਜ਼ 'ਚ ਨੇ ਉਹ ਕਹਿੰਦੇ ਆ ਪੰਜਾਬ ਦੇ ਵਿੱਚ, ਤੇ ਆਪਣੀ ਕੌਮ ਦੇ ਨਾਲ ਧੱਕਾ ਨਹੀਂ ਹੋਣ ਦੇਣਗੇ। ਧੱਕਾ ਕੌਣ ਕਰ ਰਿਹਾ ਦੱਸਦੇ ਨੇ? ਨਹੀਂ, ਇਹ ਤਾਂ ਨਹੀਂ ਕਦੀ। ਐਗਜ਼ੈਕਟਲੀ। ਸੋ ਮੇਰੇ ਖਿਆਲ 'ਚ ਇਹ ਵੀ ਫਿਰ ਇੱਕ ਪ੍ਰੋਪਗੈਂਡਾ ਦਾ ਬਣਾਇਆ ਹੋਇਆ ਸ਼ਖਸ ਹੈ ਜੀ। ਇਹ ਸ਼ਖਸੀਅਤ ਕਿਸੇ ਨੇ ਬਣਾਈ ਹੈ, ਇਹ ਐਵੇਂ ਨਹੀਂ ਬਣ ਗਈ ਹੈ। ਅੰਮ੍ਰਿਤ ਛਕਾਣਾ ਪਹਿਲਾਂ ਵੀ ਚੰਗਾ ਸੀ, ਅੱਜ ਵੀ ਚੰਗਾ ਹੈ, ਅੱਗੇ ਵੀ ਚੰਗਾ ਰਹੇਗਾ। ਜਿਹੜਾ ਚੰਗਾ ਕੰਮ ਹੈ ਉਹ ਚੰਗਾ ਹੈ ਜੀ। ਮੈਨੂੰ ਕੋਈ ਸਮਝਾਏਗਾ ਕਿ ਧੱਕਾ ਕੌਣ ਕਰ ਰਿਹਾ ਹੈ ਜੀ? ਸਿੱਖ ਕਮਿਊਨਿਟੀ ਨਾਲ ਧੱਕਾ ਕੌਣ ਕਰ ਰਿਹਾ ਹੈ ਜਿਹਦੇ ਲਈ ਵੰਗਾਰ ਰਹੇ ਨੇ? ਔਰ ਦੂਜੀ ਗੱਲ, ਮੈਨੂੰ ਇਹਦੇ 'ਚ ਕਿਤੇ ਨਾ ਕਿਤੇ ਸਟੇਟ ਲਾਅ ਐਂਡ ਆਰਡਰ ਮੈਕੈਨਿਜ਼ਮ ਦਾ ਵੀ ਫੇਲਿਅਰ ਨਜ਼ਰ ਆਉਂਦਾ ਹੈ। ਇੱਕ ਇਨਸਾਨ ਜੇ ਲੋਕਾਂ ਨੂੰ ਉਕਸਾਉਣ ਵਾਲੀਆਂ ਸਪੀਚਸ ਦੇ ਰਿਹਾ ਹੈ, ਉਹਨਾਂ ਨੂੰ ਹਥਿਆਰ ਚੱਕਣ ਲਈ ਇਨਸਟੀਗੇਟ ਕਰ ਰਿਹਾ ਹੈ, ਤੇ ਉਹ ਤੇ ਅਗੇਂਸਟ ਦ ਲਾਅ ਹੈ। ਤੁਸੀਂ ਮੰਨਦੇ ਹੋ ਵੀ ਅੰਮ੍ਰਿਤਪਾਲ ਹੋਰਾਂ ਵੱਲੋਂ, ਭਾਈ ਅੰਮ੍ਰਿਤਪਾਲ ਹੋਰਾਂ ਵੱਲੋਂ ਸਟੇਟ ਦੇ ਅਗੇਂਸਟ ਜਾਂ ਮਤਲਬ ਉਕਸਾਉਣ ਵਾਲੀਆਂ ਸਪੀਚਸ ਦਿੱਤੀਆਂ ਜਾਂਦੀਆਂ? ਸਟੇਟ ਦੇ ਅਗੇਂਸਟ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਜ਼ਿਆਦਾਤਰ ਜੋ ਸੁਣਿਆ ਉਹ ਉਹਨਾਂ ਦੀ ਸਿੱਖ ਕੌਮ ਨੂੰ ਭੜਕਾਉਣ ਵਾਲੀਆਂ ਸਪੀਚਸ ਨੇ। ਸੋ ਮੈਂ ਤੇ ਡੈਫੀਨਿਟਲੀ, ਮੈਂ ਆਮ ਸਿਟੀਜ਼ਨ, ਤੁਸੀਂ ਦੱਸੋ, ਤੁਸੀਂ ਦੇਖ ਰਹੇ ਹੋ, ਤੁਸੀਂ ਕਮੈਂਟ ਕਰਿਓ ਕਿ ਕੀ ਇੱਕ ਆਮ ਬੰਦਾ ਤੁਹਾਡੇ ਮੇਰੇ ਵਰਗਾ ਸਟੇਟ ਦੇ ਵਿੱਚ ਸੜਕ ਤੇ ਜਾ ਕੇ ਕਹਿ ਸਕਦਾ ਹੈ ਕਿ ਛੱਡਣਾ ਨਹੀਂ ਆਪਾਂ ਕਿਸੇ ਨੂੰ, ਆਪਾਂ ਹਥਿਆਰ ਫੜ ਲੈਣੇ ਜੋ ਲੋੜ ਪਈ ਜੇ ਸਾਡੇ ਨਾਲ ਕੋਈ ਧੱਕਾ ਕਰੇਗਾ? ਉਹ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਮੈਨੂੰ ਫੜਨ ਨਹੀਂ ਆ ਜਾਓਗੇ ਨਾਲ ਦੇ ਨਾਲ? ਸਿੰਪਲ ਜੀ ਗੱਲ ਹੈ। ਜੇ ਮੈਂ ਲੋਕਾਂ ਦੇ ਇਮੋਸ਼ਨਸ ਨੂੰ ਭੜਕਾ ਰਹੀ ਹਾਂ, ਉਹਨਾਂ ਨੂੰ ਵਾਇਲੈਂਸ ਵੱਲ ਨੂੰ ਉਕਸਾ ਰਹੀ ਹਾਂ, ਇਹ ਆਫੈਂਸ ਹੈ ਬਈ। ਇਹ ਸਿੰਪਲ ਜੀ ਗੱਲ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਸਿੰਪਲ ਜਿਹਾ ਆਫੈਂਸ ਸਾਡੀਆਂ ਸਰਕਾਰਾਂ ਨੂੰ ਸਮਝ ਨਹੀਂ ਆਉਂਦਾ? ਫਿਰ ਤੁਹਾਨੂੰ ਕੀ ਲੱਗਦਾ ਕਿ ਮੌਜੂਦਾ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ, ਆਮ ਆਦਮੀ ਪਾਰਟੀ ਦੀ ਸਰਕਾਰ, ਉਹ ਭਾਈ ਅੰਮ੍ਰਿਤਪਾਲ ਹੋਰਾਂ ਨੂੰ ਸ਼ਹਿ ਦੇ ਰਹੀਆਂ ਨੇ? ਨਹੀਂ, ਸ਼ਹਿ ਪਤਾ ਨਹੀਂ ਦੇ ਰਹੀਆਂ ਕਿ ਨਹੀਂ ਦੇ ਰਹੀਆਂ, ਪਰ ਵੋਟ ਬੈਂਕ ਦੇ ਇੰਨੇ ਜ਼ਿਆਦਾ ਗੁਲਾਮ ਨੇ ਆਪਣੇ ਸਾਰੇ ਪਾਰਟੀਆਂ। ਮੈਂ ਕਹਿੰਦੀ ਹਾਂ ਵਾਈ ਓਨਲੀ ਆਮ ਆਦਮੀ ਪਾਰਟੀ, ਹੋਰ ਕਿਸੇ ਨੇ ਵੀ ਉਹਨਾਂ ਨੂੰ ਕੰਡੈਮ ਨਹੀਂ ਕੀਤਾ। ਅੰਮ੍ਰਿਤਪਾਲ ਨੂੰ ਕੋਈ ਨਹੀਂ ਖੁੱਲ ਕੇ ਕਹਿੰਦਾ ਕਿ ਕਿੱਥੇ ਧੱਕਾ ਹੋ ਰਿਹਾ, ਕਿਹੜਾ ਨੁਕਸਾਨ ਹੋ ਰਿਹਾ ਪੰਜਾਬ ਦਾ, ਕਿੱਥੇ ਮਤਲਬ ਇੱਕ ਚੰਗਾ ਸੁਖਾਵਾਂ ਮਾਹੌਲ ਹੈ ਪੰਜਾਬ ਦੇ ਵਿੱਚ, ਉਹਨੂੰ ਜ਼ਬਰਦਸਤੀ ਕਹਿਣਾ ਕਿ ਉੱਠ ਤੇਰੇ ਨਾਲ ਮਾੜਾ ਹੋ ਰਿਹਾ ਹੈ, ਇਹ ਕਿੱਥੇ ਮਾੜਾ ਹੋ ਰਿਹਾ ਹੈ? ਕੋਈ ਸਵਾਲ ਕਿਉਂ ਨਹੀਂ ਪੁੱਛਦਾ ਅੰਮ੍ਰਿਤਪਾਲ ਨੂੰ ਕਿ ਵੀਰੇ ਕੀ ਹੋ ਗਿਆ ਹੈ, ਕਿੱਥੇ ਮਾੜਾ ਧੱਕਾ ਹੋ ਰਿਹਾ ਹੈ? ਪੰਜਾਬ ਇੱਕ ਖੁਸ਼ਹਾਲ ਸਟੇਟ ਹੈ, ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪੰਜਾਬ ਹੋਰ ਜ਼ਿਆਦਾ ਤਰੱਕੀ ਕਰੇਗੀ। ਸਾਡੇ ਆਪਣੇ ਨੌਜਵਾਨਾਂ ਦੀ ਜ਼ਰੂਰਤ ਹੈ ਸਾਨੂੰ ਦੇਸ਼ ਦੇ ਵਿੱਚ ਜਿਹੜਾ ਕੰਟਰੀਬਿਊਟ ਕਰਨ ਪੰਜਾਬ ਦੇ ਵਿੱਚ, ਤੇ ਵਧੀਆ ਹੋਏਗਾ। ਮੈਨੂੰ ਨਹੀਂ ਸਮਝ ਆਉਂਦੀ, ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਕੋਈ ਵੀ ਸਰਕਾਰ ਜੇ ਐਕਸ਼ਨ ਨਹੀਂ ਲੈ ਰਹੀ ਨਾ, ਤੇ ਉਹ ਮਜਬੂਰ ਦਿਖ ਰਹੀ ਹੈ ਨਾ ਕਿ ਉਹ ਵੋਟ ਬੈਂਕ ਹੈ ਜੀ, ਏਦਾਂ ਲੋਕਾਂ ਦਾ ਹਰਟ ਹੋਏਗਾ, ਸੈਂਟੀਮੈਂਟ ਹੈ ਇਹ ਉਹ, ਤੇ ਫਿਰ ਉਹ ਆਪਣੀ ਕਮਜ਼ੋਰੀ ਹੋਰ ਵਧਾ ਰਹੀ ਹੈ। ਲੱਗਦਾ ਕਿ ਇਸ ਸਰਕਾਰ ਦੇ ਇਸ ਐਕਸ਼ਨ ਦਾ ਭਾਈ ਅੰਮ੍ਰਿਤਪਾਲ ਹੋਰਾਂ ਤੇ ਕੋਈ ਕਾਰਵਾਈ ਨਾ ਕਰਨ ਦਾ, ਜਾਂ ਭਾਈ ਅੰਮ੍ਰਿਤਪਾਲ ਹੋਰਾਂ ਦੇ ਬਿਆਨਾਂ ਨੂੰ ਜਿਹੜਾ ਹੈਗਾ ਕਾਨੂੰਨੀ ਤਰੀਕੇ ਨਾਲ ਨਾ ਦੇਖਣ ਦਾ, ਸਰਕਾਰ ਨੂੰ ਫਾਇਦਾ ਹੋਏਗਾ, ਪੰਜਾਬ ਨੂੰ, ਜਾਂ ਨੁਕਸਾਨ ਹੋਏਗਾ? ਦੇਖੋ, ਸਰਕਾਰ ਤੇ ਇਹਨੂੰ ਸਿਰਫ ਵੋਟ ਬੈਂਕ ਨਾਲ ਜੋੜ ਕੇ ਦੇਖਦੀ ਹੈ, ਪਰ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਪੰਜਾਬ ਦਾ ਨੁਕਸਾਨ ਜ਼ਰੂਰ ਕਰ ਰਹੇ ਨੇ। ਕਿਵੇਂ? ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਵੱਧ ਜਾਣਗੇ। ਤੁਹਾਨੂੰ ਕੀ ਲੱਗਦਾ ਕਿ ਇੱਕ ਕਮਿਊਨਿਟੀ ਦਾ ਇੱਕ ਨੁਮਾਇੰਦਾ ਵਧੇਗਾ ਤੇ ਦੂਜੀ ਕਮਿਊਨਿਟੀ ਦਾ ਦੂਜਾ ਨੁਮਾਇੰਦਾ ਨਹੀਂ ਆਏਗਾ ਉਹਦਾ ਕੰਟਰਡਿਕਸ਼ਨ ਕਰਨ? ਜਿੱਦਾਂ ਆਪਾਂ ਕ੍ਰਿਸਚੀਅਨ ਸਮੁਦਾਇ ਦੇ ਵਿੱਚ ਦੇਖਿਆ ਵੀ ਹੈ ਕਿ ਥੋੜਾ ਬਹੁਤ ਉਹਨਾਂ ਦੇ ਅਗੇਂਸਟ ਵੀ ਬੋਲਦੇ ਨਜ਼ਰ ਆ ਰਹੇ ਅੰਮ੍ਰਿਤਪਾਲ ਤੇ, ਇਹ ਉਹ, ਮਤਲਬ ਇੱਕ ਹਾਰਮਨੀ 'ਚ ਸਾਡਾ ਸਟੇਟ ਹੈ। ਅਸੀਂ ਹਿੰਦੂ, ਮੁਸਲਿਮ, ਸਿੱਖ, ਈਸਾਈ ਬੜੇ ਪਿਆਰ ਨਾਲ ਰਹਿੰਦੇ ਆ, ਮਗਰ ਇੱਕ ਕਮਿਊਨਿਟੀ ਦਾ ਆ ਕੇ ਕਹਿਣ ਲੱਗ ਗਿਆ ਨਹੀਂ ਬਈ ਨਹੀਂ, ਉੱਠੋ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ, ਤੇ ਦੂਜਾ ਵਾਲਾ ਵੀ ਕਹੇਗਾ ਕਿ ਨਹੀਂ ਵੀ ਨਹੀਂ, ਤੁਸੀਂ ਉੱਠੋ, ਤੁਹਾਡੇ ਨਾਲ ਵੀ ਧੱਕਾ ਹੋ ਰਿਹਾ ਹੈ। ਸੋ ਇੱਕ ਮਾਹੌਲ ਪੰਜਾਬ
ਪੰਜਾਬ ਦਾ ਓਵਰਆਲ ਇਹਦੇ ਨਾਲ ਜ਼ਰੂਰ ਖਰਾਬ ਹੋਣ ਦੇ ਖਦਸ਼ੇ ਨਜ਼ਰ ਆ ਰਹੇ ਨੇ, ਕਿਉਂਕਿ ਤੁਸੀਂ ਇੱਕ ਆਵਾਜ਼ ਹੈ ਜਿਹੜੀ ਕਹਿ ਰਹੀ ਹੈ ਕਿ ਲੜੋ ਲੜੋ ਮਾਰ ਦਿਆਂਗੇ, ਤੁਸੀਂ ਉਹਨੂੰ ਕੁਝ ਵੀ ਨਹੀਂ ਕਹਿ ਰਹੇ ਹੋ। ਤੁਸੀਂ ਉਹਨੂੰ ਨਾ ਕੁਝ ਕਹਿ ਕੇ ਵੀ ਨੁਕਸਾਨ ਪਾਉਣੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਤੁਹਾਨੂੰ ਜੇ ਤੁਸੀਂ ਅੰਮ੍ਰਿਤਪਾਲ ਅਗਰ ਜੇ ਕਿਤੇ ਉਹਨਾਂ ਤੱਕ ਪਹੁੰਚੇ ਗੱਲ, ਤੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਵੀਰੇ ਕਿੱਥੇ ਧੱਕਾ ਹੋ ਰਿਹਾ, ਕੀ ਪੰਜਾਬ ਦੇ ਵਿੱਚ ਸਿੱਖਾਂ ਨਾਲ ਐਸਾ ਹੋ ਰਿਹਾ ਜਿਹਦੇ ਕਰਕੇ ਤੁਸੀਂ ਕਹਿ ਰਹੇ ਹੋ ਕਿ ਮਾਰੇ ਗਏ ਲੁੱਟੇ ਗਏ। ਇਹ ਤੇ ਉਹੀ ਗੱਲ ਹੋ ਗਈ ਕਿ ਮੈਜੋਰਿਟੀ ਵੀ ਅਸੀਂ ਤੇ ਤਾਂ ਵੀ ਸਾਨੂੰ ਜ਼ਿਆਦਾ ਖਤਰਾ ਹੈ। ਸੋ ਮੈਨੂੰ ਲੱਗਦਾ ਕਿ ਇਦਾਂ ਦਾ ਡਰ ਵਾਲਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਸਾਨੂੰ ਪੰਜਾਬ ਦੇ ਵਿੱਚ। ਇਹ ਗੱਲਾਂ ਮਤਲਬ ਬੰਦਾ ਕੈਨੇਡਾ ਬੈਠ ਕੇ ਕਰ ਰਿਹਾ ਹੋਏ ਨਾ, ਕੈਨੇਡਾ, ਤੇ ਫਿਰ ਵੀ ਸਮਝ ਆਉਂਦੀ ਹੈ ਕਿ ਉੱਥੇ ਖਾਲਿਸਤਾਨ ਦੀ ਮੰਗ ਹੁੰਦੀ ਹੈ, ਇਹ ਉਹ ਦੂਜੇ ਦੇਸ਼ 'ਚ ਬਹਿ ਕੇ, ਪੰਜਾਬ 'ਚ ਰਹਿ ਕੇ ਪੰਜਾਬ ਦੇ ਵਿੱਚ ਤੁਸੀਂ ਆਪਣੀ ਬੁਲੰਦ ਆਵਾਜ਼ ਕਰ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਕਿ ਬੜਾ ਮਾੜਾ ਹੋ ਰਿਹਾ ਹੈ। ਜਾਂ ਤਾਂ ਤੁਸੀਂ ਸਰਕਾਰ ਨੂੰ ਦੱਸੋ ਵੀ ਕਿੱਥੇ ਮਾੜਾ ਹੋ ਰਿਹਾ ਹੈ, ਜਾਂ ਤੁਸੀਂ ਕੰਟਰੀਬਿਊਟ ਕਰੋ ਉਹਨੂੰ ਬਿਊਟੀਫਾਈ ਕਰਨ 'ਚ। ਤੁਸੀਂ ਐਗਰੈਸ਼ਨ ਲਿਆਉਣ 'ਚ ਕਿਉਂ ਕੰਟਰੀਬਿਊਟ ਕਰ ਰਹੇ ਹੋ? ਤੁਸੀਂ ਕਹਿੰਦੇ ਨਾ ਜਨਤਾ ਦੇ ਅੰਦਰ ਬਿਨਾਂ ਵਜ੍ਹਾ ਦਾ ਖੂਨ ਖੌਲਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਯੰਗ ਸੈਂਟੀਮੈਂਟ ਨੂੰ ਆਪਣੇ ਪਿੱਛੇ ਲਾ ਕੇ ਤੁਸੀਂ ਕੀ ਸਾਰਿਆਂ ਨੂੰ ਹਥਿਆਰ ਦੀ ਤਰ੍ਹਾਂ ਯੂਜ਼ ਕਰਨਾ ਚਾਹ ਰਹੇ ਹੋ, ਵੈਪਨਾਈਜ਼ ਕਰ ਰਹੇ ਹੋ ਲੋਕਾਂ ਨੂੰ? ਸੋ ਇਹ ਸਵਾਲ ਅੰਮ੍ਰਿਤਪਾਲ ਤੋਂ ਵੀ ਪੁੱਛਣੇ ਜ਼ਰੂਰੀ ਨੇ, ਕਿਉਂਕਿ ਇੱਕ ਬਹੁਤ ਹੀ ਪੀਸਫੁਲ ਧਰਮ ਹੈ ਸਾਡਾ ਸਿੱਖੀ, ਉਹਨੂੰ ਇੰਨੇ ਹੀ ਪਿਆਰ ਨਾਲ ਇੰਨੇ ਅਦਬ ਨਾਲ ਸਾਰੀ ਦੁਨੀਆ ਦੇਖਦੀ ਹੈ, ਤੇ ਸਾਨੂੰ ਇਦਾਂ ਜ਼ਰੂਰਤ ਨਹੀਂ ਹੈ ਕਿ ਜਿਹੜਾ ਪਾਣੀ ਠਹਿਰਿਆ ਹੋਇਆ ਉਹਦੇ 'ਚ ਪੈਰ ਮਾਰ ਕੇ ਉਹਦੇ 'ਚ ਤੂਫਾਨ ਲਿਆਉਣ ਦੀ ਲੋੜ ਨਹੀਂ। ਜੀ ਬਿਲਕੁਲ। ਤਾਂ ਬਹੁਤ ਬਹੁਤ ਧੰਨਵਾਦ ਮਿਸ਼ਾ। ਤੁਸੀਂ ਸੁਣਿਆ ਇਹ ਸਨ ਸਾਡੇ ਨਾਲ ਸਾਡੇ ਕੰਸਲਟਿੰਗ ਐਡੀਟਰ ਮਿਸ਼ਾ ਬਾਜਵਾ ਚੌਧਰੀ, ਜਿਨ੍ਹਾਂ ਨਾਲ ਅਸੀਂ ਪੰਜਾਬ ਤੇ ਦੇਸ਼ ਦੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਤੇ ਆਈ ਹੋਪ ਤੁਹਾਨੂੰ ਸਾਡੀ ਚਰਚਾ ਜਿਹੜੀ ਹੈ ਚੰਗੀ ਲੱਗੀ ਹੋਏਗੀ। ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਸਾਨੂੰ ਅੱਗੇ ਦੀ ਚਰਚਾ ਲਈ ਸਾਂਝਾ ਕਰਿਓ।